ਲਓ ਜੀ, ਹਾਜ਼ਰੀ ਤੁਹਾਡੇ ਨਾਲ ਇੱਕ ਵਾਰ ਫਿਰ ਤੋਂ। ਅੱਜ ਫਿਰ ਅਸੀਂ ਚੌਂਕੜੀ ਮਾਰ ਲਈ ਇੱਥੇ ਸੈਲਵਨ ਲੇਕ ਦੇ ਵਿੱਚ ਹੀ, ਬਿਲਕੁਲ ਕੰਢੇ ਤੇ ਘਾਹ ਦੇ ਉੱਪਰ, ਤੇ ਨਾਲੇ ਆਪਾਂ ਗੱਲਾਂ ਬਾਤਾਂ ਕਰਾਂਗੇ, ਨਾਲੇ ਇੱਥੋਂ ਦਾ ਮਾਹੌਲ ਚਾਲ ਤੁਸੀਂ ਦੇਖੀ ਜਾਣਾ ਜੀ। ਨਾਲ ਆਪਣੇ ਵੀਰ ਪਰਮਵੀਰ ਬਾਠ ਹੋਣੀ ਜਮਾ ਘਾਹ ਰੰਗੀ ਟੀ-ਸ਼ਰਟ ਪਾ ਕੇ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਸੰਧਾਲੀਆ ਸਾਹਿਬ। ਇਹ ਮਤਲਬ ਵਾਤਾਵਰਨ ਪ੍ਰੇਮੀ ਲੱਗਦੇ ਹੋ ਤੁਸੀਂ WhatsApp? ਨਹੀਂ, ਵਾਤਾਵਰਨ ਪ੍ਰੇਮੀ ਨਹੀਂ, ਹੁਣ ਬਚੀ ਇਹ ਜੀ, ਬਾਕੀ ਸਾਰੇ ਧੋਣ ਵਾਲੇ ਨਹੀਂ ਇਹ ਤਾਂ ਹੁਣ ਤੁਸੀਂ ਐਵੇਂ ਆਖੀ ਜਾਓ, ਪਰ ਗ੍ਰੀਨ ਦੇ ਨਾਲ ਗ੍ਰੀਨ ਦਾ ਜਿਹੜਾ ਕੰਬੀਨੇਸ਼ਨ ਕੀਤਾ ਨਾ ਜੀ, ਚਲੋ ਗੱਲ ਇਹ ਆ ਵੀ ਗ੍ਰੀਨ ਨਾਲ ਗ੍ਰੀਨ ਦਾ ਕੰਬੀਨੇਸ਼ਨ ਤੇ ਹੋ ਗਿਆ ਜੀ। ਅੱਜ ਵੀ ਸਿਆਸਤ ਦੇ ਵਿੱਚ ਕਈ ਤਰ੍ਹਾਂ ਦੇ ਕੰਬੀਨੇਸ਼ਨ ਹੋਣ ਨੂੰ ਫਿਰਦੇ, ਉਹਦੀ ਗੱਲ ਵੀ ਕਰਾਂਗੇ। ਦੇਖੋ, ਕਈਆਂ ਦੇ ਉੱਤੇ ਰੰਗ ਚੜੀ ਜਾਂਦਾ, ਕਈ ਬਦਰੰਗ ਹੋਈ ਜਾਂਦੇ ਆ। ਹਾਂ, ਕਈਆਂ ਦਾ ਰੰਗ ਉਤਰੀ ਜਾਂਦਾ। ਤੇ ਅੱਜ ਦੇ ਮੇਰਾ ਖਿਆਲ ਪ੍ਰੋਗਰਾਮ 'ਚ ਜਿਹੜੀਆਂ ਗੱਲਾਂ ਬਾਤਾਂ ਅਸੀਂ ਕਰਾਂਗੇ, ਉਹਦੇ ਤੋਂ ਹੋ ਸਕਦਾ ਕਿ ਵੀ ਇਹ ਗੱਲ ਤੇ ਕਲੀਅਰ ਹੋ ਜੇ ਕਿ ਜਿਹੜਾ ਬੜੀ ਦੇਰ ਤੋਂ ਲੋਕਾਂ ਦੇ ਮਨਾਂ 'ਚ ਉਹ ਗੱਲਾਂ ਸੀ ਵੀ ਕਿਤੇ ਇਹੋ ਜਿਹੀ ਖਬਰ ਵੀ ਕੋਈ ਆਵੇ ਜਾਂ ਇਹੋ ਜਿਹੀ ਗੱਲ ਵੀ ਸੁਣਨ ਨੂੰ ਮਿਲੇ, ਉਹ ਖਬਰਾਂ ਆਉਣ ਲੱਗ ਪਈਆਂ ਹੌਲੀ ਹੌਲੀ। ਰੱਬ ਜਾਣੇ ਕਿਉਂ ਆਉਣ ਲੱਗ ਪਈਆਂ। ਸੰਧਾਲੀਆ ਸਾਹਿਬ, ਅਸਰ ਲੋਕਾਂ ਦਾ, ਵੋਟਾਂ ਦਾ ਕਿ ਸਿੱਧੂ ਦਾ, ਇਹ ਨਹੀਂ ਪਤਾ। ਅਸਰ ਹੈਗਾ ਜ਼ਰੂਰ ਹੈ, ਕਿਉਂਕਿ ਜਿਹੜੀ ਗੱਲ ਲੋਕ ਪਿਛਲੇ 5 7 8 9 ਸਾਲ ਤੋਂ ਉਡੀਕਦੇ ਸੀ ਕਿ ਕੋਈ ਤਾਂ ਕਰੇ, ਕੋਈ ਹੁੰਦਾ ਨਾ ਮੂੰਹੋਂ ਫੁੱਟੇ ਤਾਂ ਸਹੀ, ਕੋਈ ਬੰਦਾ ਇਧਰਲੇ ਪਾਸੇ ਐਕਸ਼ਨ ਤਾਂ ਲਵੇ, ਕੋਈ ਅਸਰ ਨਜ਼ਰ ਨਹੀਂ ਸੀ ਆਉਂਦਾ। ਲੋਕਾਂ ਨੂੰ ਹੌਲੀ ਹੌਲੀ ਇਦਾਂ ਲੱਗਣ ਲੱਗ ਪਿਆ ਸੀ ਕਿ ਇਹਨਾਂ ਨੇ ਕੱਖ ਨਹੀਂ ਕਰਨਾ। ਬਿਲਕੁਲ ਸਹੀ। ਇਸੇ ਕਰਕੇ ਲੋਕ ਕਹਿੰਦੇ ਸੀ ਯਾਰ ਕੋਈ ਨਵੀਂ ਪਾਰਟੀ ਲਿਆਓ, ਨਵੀਂ ਲੀਡਰਸ਼ਿਪ ਉੱਭਰੇ ਜਿਹੜੇ ਲੋਕਾਂ ਦੇ ਕੰਮ ਕਰੇ। ਬਹੁਤ ਸਾਰੇ ਲੋਕਾਂ ਨੂੰ ਵੀ ਲੱਗਣ ਲੱਗ ਪਿਆ ਸੀ ਕਿ ਭਾਈ ਹੁਣ ਤਾਂ ਹਾਊ ਪਰੇ ਕਰਕੇ ਇਦਾਂ ਹੀ ਚੱਲਣਾ। ਪਰ ਹੁਣ ਜਿਹੜੀਆਂ ਖਬਰਾਂ ਆਉਣ ਲੱਗ ਪਈਆਂ, ਚਾਹੇ ਉਹ ਬਿਜਲੀ ਦੇ ਪੱਖ ਤੋਂ ਹੈ, ਚਾਹੇ ਭ੍ਰਿਸ਼ਟਾਚਾਰ ਦੇ ਪੱਖ ਤੋਂ ਹੈ, ਚਾਹੇ ਮੰਤਰੀਆਂ ਸੰਤਰੀਆਂ ਦੇ ਪੱਖ ਤੋਂ ਹੈ, ਤੇ ਚਾਹੇ ਸਫਰ ਕਰਨ ਦੇ ਪੱਖ ਤੋਂ ਹੈ ਤਾਂ ਨਵੀਆਂ। ਨਹੀਂ ਹੈਗੀਆਂ ਨਵੀਆਂ। ਦੇਖੋ ਗੱਲ ਇਹ ਆ ਵੀ ਕੱਲ੍ਹ ਦੀ ਤੁਸੀਂ ਇਹ ਸੁਣ ਲਈ ਹੋਣੀ ਆ ਕਿ ਵੀ ਬਿਜਲੀ ਦੇ ਨਾਲ ਰਿਲੇਟਡ ਜਿਹੜੇ ਸਮਝੌਤੇ ਸੀ ਉਹਨਾਂ ਬਾਰੇ ਤੇ ਕੈਪਟਨ ਸਾਹਿਬ ਨੇ ਚਿੱਠੀ ਲਿਖਤੀ ਵੀ ਪਤਾ ਕਰੋ ਵੀਰ ਜੀ ਇਹ ਕਿਉਂ ਹੋਇਆ, ਕਿੱਦਾਂ ਹੋਇਆ, ਤੇ ਜੇ ਹੋਇਆ ਤੇ ਇੰਨਾ ਮਹਿੰਗਾ ਕਿਉਂ ਹੋਇਆ। ਹੁਣ ਦੇਖੋ ਉਹਦੇ ਤੇ ਰਿਐਕਸ਼ਨ ਆਇਆ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ। ਉਹ ਕਹਿੰਦੇ ਕਰ ਲਓ ਰੱਦ, ਮੇਰੇ ਵੱਲੋਂ ਸਵੇਰੇ ਕਰ ਦਿਓ। ਪੂਰੇ ਭਾਰਤ 'ਚ ਜੇ ਸਭ ਤੋਂ ਸਸਤਾ ਸਮਝੌਤਾ ਬਿਜਲੀ ਦੇ ਮਾਮਲੇ 'ਚ ਕੀਤਾ ਤੇ ਉਹ ਅਕਾਲੀ ਭਾਜਪਾ ਸਰਕਾਰ ਨੇ ਕੀਤਾ। 2 ਰੁਪਏ ਤੇ 86 ਪੈਸੇ ਕਹਿੰਦੇ ਸਾਡਾ ਸੌਦਾ ਹੈ, ਤੇ ਇਹ ਆਖੀ ਜਾਂਦੇ ਸਭ ਤੋਂ ਮਹਿੰਗਾ ਕੀਤਾ। ਕਹਿੰਦੇ ਕੈਪਟਨ ਸਾਹਿਬ ਨੇ 14 ਰੁਪਈਆਂ ਨੂੰ ਯੂਨਿਟ ਖਰੀਦਿਆ, ਜਾਂ ਦੇਖੋ ਮੈਨੂੰ ਜਵਾਬ ਦਿਓ ਵੀ ਤੁਸੀਂ 14 ਨੂੰ ਨਹੀਂ ਖਰੀਦਿਆ। ਸੰਧਾਲੀਆ ਸਾਹਿਬ, ਗੱਲ ਪਤਾ ਕੀ ਆ, ਮੈਂ ਸੋਚਦਾ ਸੀ ਕਿ ਜੇ 3 ਰੁਪਏ ਤੋਂ ਘੱਟ ਦੇ ਸਮਝੌਤੇ ਹੋਏ ਆ, ਜੇ 3 ਰੁਪਏ ਤੋਂ ਘੱਟ ਦੇ ਸਮਝੌਤੇ ਹੋਏ ਤਾਂ ਯੂਨਿਟ 9 ਦੀ, 10 ਦੀ, 12 ਦੀ, 14 ਦੀ ਜਾਂ 18 ਦੀ ਲੋਕਾਂ ਨੂੰ ਕਿਉਂ ਦੇਣੀ ਪੈਂਦੀ ਹੈ। ਆ ਇੱਕ ਕੱਲ੍ਹ ਦੇ ਪ੍ਰੋਗਰਾਮ 'ਚ ਮੈਸੇਜ ਆਇਆ ਸੀ, ਕਹਿੰਦੇ ਜੇ 1 ਯੂਨਿਟ ਫੂਕੀ 400 ਰੁਪਈਆ ਬਿੱਲ ਆ। ਇਹਦਾ ਮਤਲਬ 1 ਯੂਨਿਟ 400 ਦੀ ਹੋ ਗਈ। ਬਿਜਲੀ ਦੇ ਖਰਚੇ ਜੀ, ਸਥਾਈ ਖਰਚੇ ਜੀ, ਟੈਕਸ ਜੀ, ਗਊ ਸੈਸ ਜੀ, ਚਲੋ ਠੀਕ ਆ, ਲਾਓ ਜੋ ਲਾਉਣਾ। ਪਰ ਸੰਧਾਲੀਆ ਸਾਹਿਬ, ਇੱਕ ਗੱਲ ਤਾਂ ਹੈਗੀ ਆ, ਜਦੋਂ ਹਰਪਾਲ ਸਿੰਘ ਚੀਮਾ ਹੋਰਾਂ ਨੇ ਠੋਕ ਵਜਾ ਕੇ ਆ ਕਹਿੰਦੇ ਕਾਂਗਰਸੀ ਵੀ ਗਲਤ, ਅਕਾਲੀ ਵੀ ਗਲਤ, ਅਸੀਂ ਆਵਾਂਗੇ ਆਡਿਟ ਕਰਾਵਾਂਗੇ, ਜਿੱਦਾਂ ਦਿੱਲੀ ਦੇ ਵਿੱਚ ਪੈਸੇ ਲੋਕਾਂ ਦੇ ਵਾਪਸ ਕਰਾਏ ਆ ਨਾ, ਐਨ ਉਸੇ ਤਰੀਕੇ ਦੇ ਨਾਲ ਪੈਸੇ ਵਾਪਸ ਕਰਾਵਾਂਗੇ ਲੋਕਾਂ ਦੇ ਜਿਹੜਾ ਬਿੱਲ ਤਾਰਿਆ ਵੱਧ ਗਿਆ ਜਿਹੜਾ ਬਿੱਲ। ਉਧਰਲੇ ਪਾਸਿਓਂ ਨਵਜੋਤ ਸਿੰਘ ਸਿੱਧੂ ਹੋਰੇ ਕਹਿੰਦੇ ਚਿੱਠੀ ਨਾਲ ਨਹੀਂ ਗੱਲ ਬਣੀ। ਹਾਂ, ਚਿੱਠੀ ਨਾਲ ਨਹੀਂ ਗੱਲ ਬਣਨੀ, ਰੱਦ ਕਰੋ ਰੱਦ। ਤੇ ਜਦੋਂ ਤੁਸੀਂ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਜਿਹੜੀ ਗੱਲ ਸੁਣਾਈ, ਉਹ ਕਹਿੰਦੇ ਕਰ ਦਿਓ, ਸਾਨੂੰ ਕੋਈ ਰੌਲਾ ਹੀ ਨਹੀਂ ਇਸ ਗੱਲ ਦੇ ਨਾਲ, ਤੁਸੀਂ ਬਿਜਲੀ ਕਿੱਥੋਂ ਦੇਣੀ ਆ। ਪਰ ਸੰਧਾਲੀਆ ਸਾਹਿਬ, ਸੁਖਬੀਰ ਸਿੰਘ ਬਾਦਲ ਸਾਹਿਬ ਦੀ ਉਸ ਗੱਲ ਦੇ ਵਿੱਚੋਂ ਇੱਕ ਸਵਾਲ ਨਿਕਲਦਾ। 10 ਸਾਲ ਉਹ ਪੰਜਾਬ ਦੇ ਮੰਤਰੀ ਮੰਡਲ 'ਚ ਰਹੇ ਆ, ਜਾਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਆ। ਦੂਸਰੇ ਪਾਸੇ ਹੁਣ 4.5 ਸਾਲ ਕੈਪਟਨ ਸਾਹਿਬ ਨੂੰ ਹੋ ਗਿਆ। ਜੇ ਸਾਨੂੰ ਇਹ ਲੱਗਦਾ ਕਿ 3 ਪਾਵਰ ਪਲਾਂਟਾਂ ਦੇ ਨਾਲ ਕੀਤੇ ਸਮਝੌਤੇ ਰੱਦ ਕਰਨ ਦੇ ਨਾਲ ਪੰਜਾਬ ਦੇ ਕੋਲੇ ਬੱਤੀ ਨਹੀਂ ਹੋਣੀ, ਉਹ ਤਾਂ ਭਾਵੇਂ ਕੱਲ੍ਹ ਨੂੰ ਸਪਲਾਈ ਬੰਦ ਕਰ ਦੇਣ, ਉਹ ਤਾਂ ਭਾਵੇਂ ਕੱਲ੍ਹ ਨੂੰ ਕਹਿਣ ਕਿ ਨਹੀਂ ਜੀ ਸਾਡੇ ਹੱਥ ਖੜੇ ਆ, ਸਾਡੇ ਤੋਂ ਨਹੀਂ ਚੱਲਦੀ, ਅਸੀਂ ਤਾਂ ਕਾਰੋਬਾਰ ਕੋਈ ਹੋਰ ਸ਼ੁਰੂ ਕਰਨ ਲੱਗੇ, ਤਾਂ ਮਤਲਬ ਪੰਜਾਬ ਪੈਰਾਂ ਸਿਰ ਹੀ ਨਹੀਂ। ਭਾਵੇਂ 200 ਦੇ ਕਰੀਬ ਸਮਝੌਤੇ ਕੀਤੇ ਗਏ, ਇਹਦਾ ਮਤਲਬ ਕਿ ਅਕਾਲੀ ਭਾਜਪਾ ਸਰਕਾਰ ਨੇ ਵੀ ਪੈਰਾਂ ਸਿਰ ਨਹੀਂ ਕੀਤਾ, ਕਾਂਗਰਸ ਸਰਕਾਰ ਨੇ ਵੀ ਪੈਰਾਂ ਸਿਰ ਨਹੀਂ ਕੀਤਾ। ਠੀਕ ਹੈ, ਮੰਨ ਕੇ ਚੱਲਦੇ ਆਪਾਂ, ਅਕਾਲੀ ਦਲ ਦੀ ਗੱਲ ਮੰਨ ਲੈਣੀ ਕਿ ਸਮੇਂ ਦੀ ਲੋੜ ਸੀ, ਬੱਤੀ ਹੈ ਨਹੀਂ ਸੀ, ਅਸੀਂ ਸਰਪਲਸ ਕਰਨਾ ਸੀ, ਚਾਹੇ ਮਹਿੰਗਾ ਚਾਹੇ ਸਸਤਾ, ਦੋਨਾਂ ਤਰ੍ਹਾਂ ਦੀ ਮੰਨੀ। ਪਰ ਜਦੋਂ ਦਾ 2008-9 ਤੋਂ ਇਹ ਪ੍ਰੋਸੀਜਰ ਚੱਲਦਾ, ਉਹਦੇ ਤੋਂ ਬਾਅਦ ਸਰਕਾਰੀ ਥਰਮਲ ਲਾਓ, ਕਿਉਂਕਿ ਪ੍ਰਾਈਵੇਟ ਵਾਲਿਆਂ ਨੇ ਜੇ ਹਰ ਸਾਲ 5%, 7%, 8% ਮਹਿੰਗੀ ਕਰੀ ਜਾਣੀ ਹੈ, ਤੁਸੀਂ ਹੌਲੀ ਹੌਲੀ ਤਾਂ ਪਲਾਨ ਚਾਹੀਦਾ। ਅੱਜ ਤੁਹਾਡੇ ਚੁੱਲ੍ਹੇ 'ਚ ਅੱਗ ਨਹੀਂ ਬਲਦੀ, ਤੁਸੀਂ ਗੁਆਂਢੀਆਂ ਤੋਂ ਬਾਲਣ ਲੈ ਆਂਦਾ, ਮੇਰੇ ਤੋਂ 4 ਪਾਥੀਆਂ ਮੰਗ ਲਈਆਂ, ਪਰ ਕੋਈ ਨਾ ਕੋਈ ਪਲਾਨ ਤਾਂ ਤੁਹਾਡੇ ਮਨ ਦੇ ਵਿੱਚ ਹੁੰਦਾ ਕਿ ਭਾਵੇਂ ਗੋਹਾ ਕਿਸੇ ਤੋਂ ਮੰਗ ਕੇ ਲਈ, ਆਪਣੀਆਂ ਪਾਥੀਆਂ ਪੱਥਣੀਆਂ ਜ਼ਰੂਰ ਹੈ। ਪਰ ਇਹ ਪੰਜਾਬ ਨੂੰ ਕਿੱਦਾਂ ਦੇ ਸਿਆਸਤਦਾਨ ਟੱਕਰੇ ਆ ਸਾਰੇ, ਜਿਨ੍ਹਾਂ ਦੇ ਮਨ ਦੇ ਵਿੱਚ ਇਹ ਗੱਲ ਆਈ ਨਹੀਂ
ਕਿ ਭਾਈ ਚੁੱਲ੍ਹਾ ਤਾਂ ਬਲਣਾ, ਨਿਆਣਿਆਂ ਨੂੰ ਰੋਟੀ ਟੁੱਕ ਤਾਂ ਦੇਣਾ, ਰੋਟੀਆਂ ਪਕਾਉਣੀਆਂ, ਦਾਲ ਚਾੜਨੀਆਂ, ਸਬਜ਼ੀ ਬਣਾਉਣੀ ਹੈ, ਚੁੱਲ੍ਹਾ ਬਾਲਣ ਦੇ ਲਈ ਪਾਥੀ ਚਾਹੀਦੀ ਹੈ। ਮੰਗ ਕੇ ਪਾਥੀਆਂ ਕਿੰਨੀ ਕੁ ਦੇਰ ਸਾਰਨੀਆਂ ਸੀ, ਸਮਝੋ ਬਾਹਰ ਹੈ। ਇਹਨੇ ਸਮਝੋ ਬਾਹਰ ਤਾਂ ਹੈਗਾ। ਨਾਲ ਆਪਾਂ ਇਹ ਵੀ ਗੱਲ ਕਲੀਅਰ ਕਰ ਦਈਏ ਬਾਠ ਸਾਹਿਬ ਕਿ ਦੇਖੋ ਇਹ ਗੱਲ ਤੇ ਮੰਨਣੀ ਪਊਗੀ ਕਿ ਵੀ ਜਿਹੜੀ ਜੇ ਉਸ ਵੇਲੇ ਅਕਾਲੀ ਬੀਜੇਪੀ ਕਹਿੰਦੇ ਆ ਵੀ ਅਸੀਂ ਸਮਝੌਤੇ ਕੀਤੇ ਤੇ ਸਾਨੂੰ ਲੱਗਿਆ ਵੀ ਭਾਈ ਸਾਹਿਬ ਇਹ ਕਰਨੇ ਚਾਹੀਦੇ ਆ। ਦੇਖੋ ਕਾਰਨ ਇਹ ਆ ਵੀ ਜੇ ਉਦੋਂ ਸਮਝੌਤੇ ਕੀਤੇ ਤੇ ਅੱਜ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਗੱਲ ਕਰ ਲਓ ਜਾਂ ਹੋਰਨਾਂ ਏਜੰਸੀਆਂ ਦੀ ਗੱਲ ਕਰ ਲਓ, ਜਿਹੜੇ ਗੱਲ ਕਰਦੇ ਆ ਵੀ ਯਾਰ ਧੂਏ ਨਾਲ ਪੋਲਿਊਸ਼ਨ ਨਾਲ ਤੇ ਅੱਗੇ ਤੁਹਾਡਾ ਸਾਹ ਘੁੱਟਿਆ ਪਿਆ, ਤੇ ਤਕਨੀਕ ਆਪਾਂ ਉਹ ਯਾਦ ਕਰਦੇ ਹਾਂ ਜਿਹੜੀ ਆਲਰੇਡੀ ਖਤਮ ਹੋ ਚੁੱਕੀ ਹੈ ਦੁਨੀਆ ਦੇ ਵਿੱਚ। ਜੇ ਆਪਾਂ ਨੂੰ ਲੱਗਦਾ ਸੀ ਕਿ ਯਾਰ ਆਪਾਂ ਫਿਊਚਰ ਦੇ ਲਈ, ਭਵਿੱਖ ਦੇ ਲਈ ਕੋਈ ਬਿਜਲੀ ਦਾ ਪ੍ਰਬੰਧ ਕਰਨਾ, ਤੇ ਮੈਨੂੰ ਇਹ ਜਾਪਦਾ ਹੁੰਦਾ ਵੀ ਥਰਮਲ ਪਲਾਂਟ ਲਈ ਤੇ ਫਿਰ ਵੀ ਤੇ ਇਹ ਹੈ ਨਾ ਵੀ ਕੋਲਾ ਆਊਗਾ ਜੀ, ਕੋਲਾ ਸੈਂਕਸ਼ਨ ਕਰਾਵਾਂਗੇ, ਕੋਲੇ ਲਈ ਉੱਥੇ ਸਾਰਾ ਪ੍ਰੋਜੈਕਟ ਬਣੂਗਾ ਤੇ ਫਿਰ ਉਹ ਚੱਲਣਾ। ਸੋਲਰ ਬਾਰੇ ਕਿਉਂ ਨਾ ਸੋਚਿਆ? ਨਹੀਂ ਤਾਂ ਇੱਕ ਤਾਂ ਸਸਤਾ ਕੰਮ, ਦੂਜਾ ਜੇ ਅੱਜ ਦੀ ਡੇਟ ਦੇ ਵਿੱਚ ਜਿਹੜੀ ਇਹ એનર્ਜੀ ਦੇਖਣ ਵਾਲੀ ਦੁਨੀਆ ਲੈਵਲ ਦੀ ਏਜੰਸੀ ਆ, ਉਹਨੇ ਕਿਹਾ ਕਿ ਜੇ ਹਿਸਟਰੀ 'ਚ ਕਿਸੇ ਇਲੈਕਟ੍ਰਿਸਿਟੀ ਨੂੰ ਜਾਂ ਪਾਵਰ ਜਨਰੇਸ਼ਨ ਨੂੰ ਆਪਾਂ ਸਭ ਤੋਂ ਸਸਤਾ ਬਣਾਉਣਾ ਹੋਵੇ ਨਾ ਤੇ ਉਹ ਸੋਲਰ ਪਾਵਰ ਆ। ਹੁਣ ਜੇ ਅੱਜ ਦੀ ਡੇਟ ਦੇ ਵਿੱਚ ਇਲੈਕਟ੍ਰਿਕ ਵਹੀਕਲ ਆਉਣ ਲੱਗ ਪਏ, ਉਹਦੇ ਵਿੱਚ ਵੀ ਇਹ ਆਪਸ਼ਨ ਆਉਣ ਲੱਗ ਪਈ ਵੀ ਜੇ ਕਿਸੇ ਨੇ ਕੋਈ ਸੋਲਰ ਜਨਰੇਸ਼ਨ ਵਾਲਾ ਕੰਮ ਸ਼ੁਰੂ ਕਰ ਲਿਆ ਉਹਦੇ ਨਾਲ, ਤਾਂ ਹੋ ਸਕਦਾ ਕਿ ਇਨ ਫਿਊਚਰ ਨਾ ਤਾਂ ਆਪਾਂ ਨੂੰ ਤੇਲ ਦੀ ਲੋੜ ਰਵੇ ਤੇ ਨਾ ਬਿਜਲੀ ਦੀ ਲੋੜ ਰਵੇ। ਉਹ ਜਿਹੜਾ ਸੂਰਜ ਹੈ, ਸੂਰਜ ਨੇ ਤੁਹਾਨੂੰ ਬਿਜਲੀ ਬਣਾਈ ਜਾਣੀ, ਉਸੇ ਤੋਂ ਘਰ ਚੱਲੀ ਜਾਣਾ, ਉਸ ਤੋਂ ਗੱਡੀਆਂ ਚੱਲੀ ਜਾਣੀਆਂ। ਸਵਾਲ ਇਹ ਮੇਰਾ ਚਾਹੀਦਾ ਸੀ। ਇਹ ਤੁਹਾਡਾ ਕਿਉਂ ਚਾਹੀਦਾ? ਮੈਂ ਦੱਸਣ ਲੱਗਿਆ ਮਤਲਬ ਮੈਨੂੰ ਲੀਡਰ ਕਰਕੇ? ਹਾਂ, ਲੀਡਰ ਕਰਕੇ ਨਹੀਂ, ਬੰਦੇ ਤੁਹਾਡੇ ਨੇ ਸਾਰੇ, ਜਿਹੜੀ ਮਰਜ਼ੀ ਪਾਰਟੀ ਦੇ ਆ। ਤੁਸੀਂ ਇਹ ਦੇਖੋ, ਕਰ ਲਓ ਫਿਰ, ਮੈਨੂੰ ਡਿਫੈਂਡ ਕਰਨੇ ਪੈਣੇ ਹੁਣ। ਤੁਸੀਂ ਉਧਰਲੇ ਪਾਸੇ ਥਰਮਲ ਦੀ ਗੱਲ ਕਰੋ, ਕੋਲੇ ਦੀ ਗੱਲ ਕਰੋ ਕਿ ਸੂਰਜ ਤੋਂ ਬਿਜਲੀ ਬਣਾ ਲਓ। ਜੇ ਇੰਨੀ ਸੋਚ ਦੇ ਮਾਲਕ ਹੁੰਦੇ ਤਾਂ ਅਸੀਂ ਇੱਕ ਵਾਰੀ ਗਲੀ ਬਣਾਈ ਦੀ ਆ, ਮੁੜ ਕੇ ਬਿਜਲੀ ਵਾਲੇ ਪੱਟ ਜਾਂਦੇ ਆ, ਉਹਦੇ ਤੋਂ ਬਾਅਦ ਟੈਲੀਫੋਨ ਵਾਲੇ ਪੱਟ ਜਾਂਦੇ ਆ, ਉਹਦੇ ਤੋਂ ਬਾਅਦ ਨਾਲੀਆਂ ਵਾਲੇ ਪੱਟ ਜਾਂਦੇ ਆ, ਉਹਦੇ ਤੋਂ ਬਾਅਦ ਕੋਈ ਹੋਰ ਪੱਟ ਜਾਂਦਾ। ਤੁਸੀਂ ਇਹ ਗੱਲ ਮੰਨਦੇ ਹੋ ਨਾ? ਜੇ ਜਾਣੀ ਇਹ 5 ਸਾਲ ਦੀ ਸੋਚਣ ਯੋਗ ਤਾਂ ਹੈ ਨਹੀਂ ਕਿ ਭਾਈ ਇੱਕ ਵਾਰੀ ਗਲੀ ਬਣਾਈ ਆ ਤਾਂ ਉਹਦੇ ਵਿੱਚ ਦੀ ਵੱਡਾ ਸਾਰਾ ਜੁਗਾੜ ਕਰਦੀ ਹੈ ਤੇ ਜਿਹਦੇ ਨਾਲ ਮੁੜ ਕੇ ਪੱਟਣੀ ਨਾ ਪਵੇ। ਤਾਂ ਤੁਸੀਂ ਕਹਿੰਦੇ ਆ ਕਿ ਭਾਈ ਇਹ ਕੋਲੇ ਨਾਲ ਬਿਜਲੀ ਪੈਦਾ ਕਰਦੇ, ਉੱਪਰਲੇ ਪਾਸੇ ਨੂੰ ਦੇਖਣ, ਅੱਛਾ ਸੂਰਜ ਤੋਂ ਬਿਜਲੀ ਪੈਦਾ ਹੋ ਜਾਂਦੀ। ਅੱਜ ਤੱਕ ਜੋ ਸੁਰਤ ਸਾਂਭੀ ਹੈ, ਚਲੋ ਤੁਸੀਂ ਤਾਂ ਪੁਰਾਣੇ ਬੰਦੇ ਹੋ, ਕੈਨੇਡਾ ਦੇ ਹਿਸਾਬ ਨਾਲ ਨਹੀਂ, ਉਮਰ ਦੇ ਹਿਸਾਬ ਨਾਲ, ਮੈਂ ਇੰਨਾ ਹੀ ਦੇਖਿਆ ਕਿ ਪ੍ਰੋਸੀਜਰ ਤਾਂ ਇਹ ਆ ਕਿ ਭਾਈ ਸਰਕਾਰੀ ਗ੍ਰਾਂਟ ਹੈ, ਉਹ ਹੁਣ ਪੰਚਾਇਤਾਂ ਦੇ ਖਾਤਿਆਂ 'ਚ ਆਉਂਦੀ ਹੈ। ਅਜੇ ਵੀ ਮੰਤਰੀ ਤੇ ਵਿਧਾਇਕ ਐਂ ਕਰਕੇ ਚੈੱਕ ਫੜਾਉਂਦੇ ਹੋਏ, ਫੋਟੋ ਤਾਂ ਉਹੀ ਲੱਗਦੀਆਂ ਨਾ। ਜੇ ਇਹਨਾਂ ਤੋਂ ਅਜੇ ਚੈੱਕ ਫੜਾਉਂਦੇ ਹੋਇਆ ਟ੍ਰੈਂਡ ਨਹੀਂ ਬਦਲਿਆ, ਸੂਰਜ ਤੋਂ ਬਿਜਲੀ ਲੈ ਲੈਣਗੇ। ਯਾਰ ਉਦੋਂ ਲੋੜ ਸੀਗੀ, ਅਸੀਂ ਬਣਾਤੀ, ਤੁਹਾਨੂੰ ਪਤਾ ਨਹੀਂ ਤਕਲੀਫ ਹੈ ਮੇਰੀ। ਵੱਲੋਂ ਸਵੇਰੇ ਸਮਝੌਤੇ ਰੱਦ ਕਰ ਦਿਓ। ਜਦੋਂ ਬੱਤੀ ਪੰਜਾਬ 'ਚ ਆਈ ਨਾ, ਚੀਕਾਂ ਵੱਜੀਆਂ, ਆਪੇ ਤੁਸੀਂ ਕਹਿਣਾ ਵੀ ਅਸੀਂ ਠੀਕ ਕੀਤਾ ਹੈ। ਗੱਲ ਪਤਾ ਕੀ ਆ ਬਾਠ ਸਾਹਿਬ, ਦੇਖੋ ਇਹ ਚੈੱਕ ਅਸੀਂ ਨਾ ਦਈਏ ਨਾ, ਉੱਥੇ ਗਲੀ ਮਹੱਲੇ ਦੀ ਗੱਲ ਕਰੀਏ ਵੀ ਗਲੀ ਪੱਕੀ ਕਰਾਈ, ਪਾਣੀ ਦੀ ਟੂਟੀ ਲਵਾਈ, ਟੂਟੀ ਚੋਂਦੀ ਸੀ ਫੇਰ ਕਸਾਈ, ਤੇ ਫਿਰ ਪਤਾ ਕਿੱਦਾਂ ਲੱਗੂ ਵੀ ਯਾਰ ਕੋਈ ਲੀਡਰ ਵੀ ਹੈਗਾ? ਨਹੀਂ, ਗੱਲ ਤਾਂ ਤੁਹਾਡੀ ਠੀਕ ਹੈ। ਹੁਣ ਤੁਸੀਂ ਦੇਖੋ, ਇੱਧਰ ਦੇਖੋ, ਆਪਾਂ ਬਾਹਰ ਬੈਠੇ, ਤੁਸੀਂ ਇੱਥੇ ਜਦੋਂ ਸਾਰਾ ਕੰਮ ਸਿਸਟਮ ਕਰੀ ਜਾਂਦਾ ਵੀ ਆਹ ਕੰਮ ਹੈ, ਵੀ ਇਸ ਬੰਦੇ ਨੇ ਆਪਣੀ ਡਿਊਟੀ ਕੀਤੀ, ਇਹਨੇ ਆਪਣੀ ਡਿਊਟੀ ਕੀਤੀ, ਨਾ ਇਹਦੇ ਕਿਹਨੂੰ ਪੁਲਿਸ ਵਾਲੇ ਦਾ ਡਰ ਹੈ, ਨਾ ਤੁਸੀਂ ਇੱਥੇ ਲੀਡਰ ਦਾ ਮੁੱਲ ਪਾਉਂਦੇ ਹੋ। ਆਪਾਂ ਇੱਥੇ ਵੇਖਿਆ ਹੀ ਆ, ਉਂਗਲ ਕਰਕੇ ਦੱਸਦੇ ਹੁੰਦੇ ਅਮਨ ਭਾਜੀ ਵੀ ਆਹ ਵਾਲੇ ਨਾ ਫਲਾਨੇ MP ਨੇ, ਆਹ ਵਾਲੇ ਨਾ ਜੋ ਫਲਾਨੇ ਲੀਡਰ ਨੇ, ਆਹ ਨਾ ਜੀ ਉਹ ਫਲਾਨੇ ਮੰਤਰੀ ਰਹੇ ਨੇ ਜਾਂ ਪਤਾ ਨਹੀਂ ਹੈਗੇ ਨੇ। ਹੁਣ ਦੇਖੋ ਇਹ ਸਾਡੇ ਹਿਸਾਬ ਨਾਲ ਨਹੀਂ ਚੈੱਕ ਫੜਾਉਂਦੇ, ਸਾਡੇ ਹਿਸਾਬ ਨਾਲ ਨਹੀਂ ਫੋਟੋ ਲਾਉਂਦੇ, ਤਾਂ ਹੀ ਆਹ ਹਾਲ ਹੈ ਇਹਨਾਂ ਦਾ। ਆ ਨਹੀਂ, ਹਾਲ ਤਾਂ ਤੁਹਾਡੀ ਗੱਲ ਠੀਕ ਹੈ, ਬਹੁਤ ਮਾੜਾ ਹਾਲ ਇਹਨਾਂ ਦਾ। ਨਾ ਕਦੇ ਪਿੰਡਾਂ 'ਚ ਇਹਨਾਂ ਦੇ ਪਾਥੀਆਂ ਪਈਆਂ, ਨਾ ਕਦੇ ਪਿੰਡਾਂ ਦੇ ਵਿੱਚ ਇਹਨਾਂ ਨੂੰ ਘੇਰਿਆ, ਨਾ ਕਦੇ ਪਿੰਡਾਂ 'ਚ ਕਹਿੰਦੇ ਇਹਨਾਂ ਦੇ ਕੱਪੜੇ ਪਾਟੇ। ਮੇਰੀ ਗੱਲ ਸੁਣ ਲਿਓ, ਨਾ ਕਦੇ ਪਿੰਡਾਂ ਦੇ ਵਿੱਚ ਇਹਨਾਂ ਨੂੰ ਕਿਲੋਮੀਟਰ ਪਹਿਲਾਂ ਬੰਦੇ ਭੇਜਣੇ ਪੈਂਦੇ, ਦੇਖਿਓ ਮੂਹਰੇ ਕੋ ਖੜੇ ਤਾਂ ਨਹੀਂ। ਨਾ ਇਹਨਾਂ ਦਾ ਕੋਈ ਰਾਹ ਰੋਕਦਾ, ਨਾ ਇਹਨਾਂ ਨੂੰ ਕੰਧਾਂ ਟੱਪ ਕੇ ਲੰਘਣਾ ਪੈਂਦਾ, ਨਾ ਇਹਨਾਂ ਨੂੰ ਪਿਛਲੇ ਦਰਵਾਜ਼ੇ ਵਿੱਚ ਦੀ ਲੰਘਣਾ ਪੈਂਦਾ, ਨਾ ਇਹਨਾਂ ਦੇ ਘਰਾਂ ਦੇ ਮੂਹਰੇ 3-3 ਮਹੀਨੇ ਧਰਨੇ ਲੱਗਦੇ ਆ। ਜੇ ਇਹ ਮਾੜੇ ਹੀ ਨੇ ਫਿਰ ਮੈਨੂੰ ਲੱਗਦਾ, ਕਿਉਂਕਿ ਮੈਨੂੰ ਪਾਥੀਆਂ ਜਿਹੜੀਆਂ ਨਾ ਸਵਾਦ ਹੀ ਬਹੁਤ ਆਉਂਦਾ ਹੋਣਾ। ਨਹੀਂ ਦੇਖੋ, ਗੱਲ ਹੈ ਬਾਠ ਸਾਹਿਬ, ਇਹ ਥੋੜੇ ਦਿਨਾਂ ਦੀ ਗੱਲ ਹੈ, 2-3 ਮਹੀਨੇ ਦੀ ਗੱਲ ਹੈ। ਫਿਰ ਇਹ ਹੋਈ ਜਿਹੜੇ ਬੰਦੇ ਤੁਸੀਂ ਆਖੀ ਜਾਂਦੇ, ਇਹਨਾਂ ਨੇ ਸਾਡੇ ਮਗਰ ਫਿਰਨਾ। ਤੁਹਾਨੂੰ ਅਸੀਂ ਵੱਡੀਆਂ ਰੈਲੀਆਂ ਵਿਖਾਵਾਂਗੇ, ਉਹਨਾਂ ਰੈਲੀਆਂ ਦੇ ਵਿੱਚ ਭੀੜ ਵਿਖਾਵਾਂਗੇ। ਭੀੜ ਤੁਹਾਡੇ ਪੰਜਾਬ ਦੇ ਲੋਕਾਂ ਦੀ ਹੋਣੀ, ਮੇਰੇ ਕੋਲ ਲਿਖਾ ਲਓ, ਸ਼ਰਤ ਮੈਂ ਜਿੱਤਣੀ ਆ। ਨਹੀਂ, ਸ਼ਰਤ ਤਾਂ $5 ਭਾਵੇਂ ਮੇਰੇ ਕੋਲ ਅੱਜ ਲੈ ਲਓ। ਅੱਜ ਨਹੀਂ ਲੈ ਲਓ, ਏਦਾਂ ਕਿੱਦਾਂ ਲੈ ਲਓ? ਹੱਥੀ ਬੱਧੀ ਦੇਣੇ ਆਪ ਜੀ ਨੇ ਸਰ। ਤੁਸੀਂ ਪਤਾ ਕੀ ਕਹਿ ਕੇ ਵੀ ਵੀਰ ਜੀ ਮੈਂ ਸ਼ਰਤ ਆ ਰਿਹਾ, ਸਟੇਜ ਦੇ ਉੱਤੇ ਬੈਠੇ ਤੁਸੀਂ ਉਸੇ ਰੈਲੀ ਸਟੇਜ ਤੇ ਬੈਠੇ ਹੋਇਆ ਕਰਨਾ, ਤੇ ਕਿਸੇ ਨੇ ਜੇ ਐ ਵੀ ਆਇਆ ਕਰਨਾ ਨਾ, ਸਤਿ ਸ੍ਰੀ ਅਕਾਲ, ਤੁਹਾਨੂੰ ਲੱਗਣਾ ਪਾਥੀ ਲੈ ਕੇ ਆ ਗਿਆ। ਉਹ ਬਾਠ ਸਾਹਿਬ ਇਹ ਅੱਜ ਦਾ ਮਾਹੌਲ ਆ, ਸਾਨੂੰ ਥੋੜਾ ਜਿਹਾ ਸਮਾਂ ਦਿਓ, ਭੁੱਲ ਜਾਣਾ ਚੇਤਾ ਲੋਕਾਂ ਨੂੰ। ਮੈਂ ਕਹਿੰਦਾ ਚਲੋ ਚੇਤਾ ਭੁਲਾਤਾ, ਚੇਤਾ ਭੁੱਲਣ ਦੀ ਆਪਾਂ ਗੱਲ ਹੀ ਕਰਨ ਲਿਆ। ਹੁਣੇ ਗੱਲ ਸ਼ੁਰੂ ਹੋਈ ਸੀ, ਆਜੋ ਬਿਜਲੀ ਵਾਲਾ ਜੀ, ਬਿਜਲੀ ਵਾਲਾ ਕਰ ਦੇਣੀ। ਕੈਪਟਨ ਸਾਹਿਬ ਨੇ ਮਾੜਾ ਜਿਹਾ ਕੀਤਾ, ਲੈ ਵੀ ਹੁਣ ਕੀਤਾ ਜੀ। ਇੰਨੀ ਕੁ ਗੱਲ ਕਰਨ ਦੀ ਦੇਰ ਸੀ, ਬਾਕੀ ਸਾਰਾ ਕੁਝ ਭੁੱਲ ਗਿਆ। ਅਗਲੀ ਹੋਰ ਸੁਣ ਲਓ। ਹੁਣ ਇਹ ਚਰਚਾ ਇਹ ਹੈ ਕਿ ਵੀ ਭਾਈ ਸਾਹਿਬ 806 ਦੇ ਕਰੀਬ ਬੱਸਾਂ ਦੇ ਪਰਮਿਟ ਬਣਦੇ ਆ ਜੀ।
ਬੱਸਾਂ ਦੇ ਪਰਮਿਟ ਦਾ ਸੈਂਸ ਇਹ ਹੋ ਗਿਆ ਵੀ ਜੇ ਮੰਨ ਲਓ ਇੱਕ ਬੱਸ ਆ ਉਹਦੇ ਕੋਲੇ ਪੁਰਾਣਾ ਇੱਕ ਪਰਮਿਟ ਆ, ਉਸ ਪਰਮਿਟ ਨੂੰ ਪਿਛਲੀਆਂ ਸਰਕਾਰਾਂ ਵੇਲੇ ਆਪਣੇ ਹਿਸਾਬ ਨਾਲ ਰੀਨਿਊ ਕਰ ਦਿੱਤਾ ਗਿਆ ਵੀ ਠੀਕ ਹੈ ਯਾਰ ਇੱਥੋਂ ਨਹੀਂ ਤੁਸੀਂ ਹੁਣ ਇੱਥੋਂ ਤੱਕ ਬੱਸ ਲੈ ਜਾਇਆ ਕਰੋ। ਉਦਾਹਰਨ ਵਜੋਂ ਵੀ ਅੰਮ੍ਰਿਤਸਰੋਂ ਜਲੰਧਰ ਤੱਕ ਦਾ ਪਰਮਿਟ ਸੀਗਾ, ਆਪਣੇ ਹਿਸਾਬ ਨਾਲ ਹੀ ਵਧਾ ਕੇ ਉਹ ਐਕਸਟੈਂਸ਼ਨ ਦੇ ਕੇ ਵੀ ਅੰਮ੍ਰਿਤਸਰੋਂ ਚੱਲੂ ਬਠਿੰਡੇ ਜਾਇਆ ਕਰੂਗੀ, ਜਾਂ ਅੰਮ੍ਰਿਤਸਰੋਂ ਚੱਲੂਗੀ ਉਹ ਪਹਿਲਾਂ ਹਰੀਕੇ ਪੱਤਨ ਜਾਂ ਮਖੂ ਤੱਕ ਆਉਂਦੀ ਸੀ, ਹੁਣ ਉਹ ਅਬੋਹਰ ਤੱਕ ਜਾਇਆ ਕਰੂਗੀ। ਇੱਦਾਂ ਦੇ 806 ਪਰਮਿਟ ਬਣਦੇ ਆ। ਹੁਣ ਉਹਦੇ 'ਚ ਵੱਡੇ ਲੀਡਰਾਂ ਦੀਆਂ ਬੱਸਾਂ ਵੀ ਨੇ, ਵੱਡੇ ਘਰਾਣਿਆਂ ਦੀਆਂ ਬੱਸਾਂ ਵੀ ਨੇ, ਦੂਜੇ ਵੀ ਬੰਦੇ ਉਹਦੇ ਵਿੱਚ ਆਉਣੇ ਆ। ਹੁਣ ਇਹ ਜਦੋਂ ਚਰਚਾ ਚੱਲ ਵੀ ਭਾਈ ਸਾਹਿਬ ਉਹ ਜਿਹੜੇ ਪਰਮਿਟ ਉਦੋਂ ਵਧਾਏ ਗਏ ਸੀ, ਕਿਸੇ ਤਰੀਕੇ ਵੀ ਵਧਾਏ ਗਏ ਸੀ, ਉਹ ਇਲੀਗਲ, ਆਪਾਂ ਉਹ ਵਧਣ ਨਹੀਂ ਦੇਣੇ। ਹੁਣ ਇਹ ਗੱਲ ਜਦੋਂ ਚਰਚਾ ਚੱਲੂਗੀ, ਕੱਲ੍ਹ ਨੂੰ ਕੇਸ ਹੋ ਜੇ, ਕੀ ਹੋ ਜੇ, ਕੀ ਨਾ ਹੋ ਜੇ, ਉਹ ਗੱਲ ਵੱਖਰੀ ਹੈ। ਪਰ ਇੱਕ ਤਰ੍ਹਾਂ ਦੇ ਆਖਣਗੇ ਨਾ ਲੋਕ ਕੀਤਾ ਕਿ ਨਹੀਂ, ਫਿਰ ਚਲੋ ਇਦਾਂ ਭੁਲਾ ਦਿੰਦੇ। ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜਿਹੜੀਆਂ ਭੁਲੇਖੇ 'ਚ ਹੁੰਦੀਆਂ, ਭੁਲੇਖੇ ਨਿਕਲ ਜਾਣੇ। ਹੁਣ ਮੈਂ 2 ਚੀਜ਼ਾਂ ਦੱਸਦਾ। ਅੱਜ ਸੁਖਬੀਰ ਸਿੰਘ ਬਾਦਲ ਹੋਰੀ ਕਹਿੰਦੇ ਆ ਕਿ ਦੇਖੋ ਜੀ, ਸਾਨੂੰ ਤਾਂ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ, ਉਹਨਾਂ ਨੇ ਇੱਕ ਫਾਰਮੈਟ, ਇੱਕ ਸੱਚਾ, ਇੱਕ ਢਾਂਚਾ, ਇੱਕ ਖਾਕਾ ਤਿਆਰ ਕਰਕੇ ਦਿੱਤਾ ਕਿ ਇਹਦੇ ਮੁਤਾਬਕ ਸਮਝੌਤੇ ਕਰ ਲਓ, ਕਹਿੰਦੇ ਅਸੀਂ ਕੀਤੇ। ਹੁਣ ਲੋਕਾਂ ਨੇ ਪਤਾ ਕਹਿਣਾ, ਪਹਿਲਾਂ ਉਹ ਢਾਂਚਾ, ਉਹ ਖਾਕਾ, ਉਹ ਸੱਚਾ, ਉਹ ਜਿਹੜੀ ਇਬਾਰਤ ਸੀ ਉਹ ਲਿਆ ਕੇ ਦਿਖਾਓ। ਜਦੋਂ ਅਕਾਲੀ ਦਲ ਵਾਲੇ ਇਬਾਰਤ ਦਿਖਾਲਣਗੇ, ਉਹਦੇ ਤੋਂ ਬਾਅਦ ਲੋਕਾਂ ਨੇ ਕਾਂਗਰਸੀਆਂ ਨੂੰ ਕਹਿਣਾ ਕਿ ਭਾਈ ਦੱਸੋ ਡਾਕਟਰ ਮਨਮੋਹਨ ਸਿੰਘ ਨੇ ਆਹੀ ਕਿਹਾ ਸੀ? ਜੇ ਆਹੀ ਕਿਹਾ ਸੀ ਤਾਂ ਤੁਸੀਂ ਗੁਜਰਾਤ ਦੇ ਸਮਝੌਤੇ ਲਿਆ ਕੇ ਦਿਖਾਓ ਕਿ ਜੇ ਉਸੇ ਇਬਾਰਤ ਦੇ ਸਿਰ ਤੇ ਉਹ ਹੋਰ ਤਰੀਕੇ ਸਮਝੌਤੇ ਕਰ ਸਕਦੇ ਕਿ ਜਿੰਨੀ ਬਿਜਲੀ ਲੈਣੀ ਆ ਉਨੇ ਪੈਸੇ ਦੇਣੇ ਆ, ਇਹਨਾਂ ਨੇ ਦੂਜੇ ਤਰੀਕੇ ਕਿਉਂ ਕੀਤੀ? ਦੂਸਰੀ ਗੱਲ, ਅੱਜ ਕੈਪਟਨ ਸਾਹਿਬ ਜੇ ਕਹਿੰਦੇ ਆ ਮੈਂ ਲਿਖਤਾ ਪਾਵਰਕਾਂ ਨੂੰ, ਅਗਲੇ ਬੰਦੇ ਰਿਵਿਊ ਕਰਨਗੇ, ਜੇ ਰੱਦ ਕਰਨੇ ਪਏ ਰੱਦ ਕਰਨਗੇ। ਲੋਕਾਂ ਪੁੱਛਣਾ ਹੀ ਕਿ 2017 ਤੋਂ ਪਹਿਲਾਂ ਤੁਹਾਡੇ ਵਾਅਦੇ ਸੀ ਕਿ ਆਉਂਦਿਆਂ ਹੀ ਕਰਾਂਗੇ। ਲੋਕਾਂ ਪੁੱਛ ਲੈਣਾ ਕਿ ਜਨਵਰੀ 2020 ਦੇ ਵਿੱਚ ਤੁਸੀਂ ਆਖਿਆ ਸੀ ਕਿ ਵਾਈਟ ਪੇਪਰ ਜਾਰੀ ਕਰਾਂਗੇ, 1.5 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ, ਤੁਹਾਡਾ ਵਾਈਟ ਪੇਪਰ ਕਿਤੇ ਬਲੈਕ ਤਾਂ ਨਹੀਂ ਹੋ ਗਿਆ? ਆਇਆ ਕਾਹਤੋਂ ਨਹੀਂ? ਲੋਕਾਂ ਨੇ ਇਕੱਲਾ ਇਹ ਨਹੀਂ ਪੁੱਛਣਾ ਕਿ ਸਾਨੂੰ 3 ਮਹੀਨੇ ਝੋਨੇ ਦੇ ਮੌਕੇ ਤੇ ਬਿਜਲੀ ਨਹੀਂ ਮਿਲੀ, ਇਸ ਕਰਕੇ ਸਮਝੌਤਾ ਰੱਦ ਕਰ ਦਿਓ। ਲੋਕਾਂ ਪੁੱਛਣਾ ਹੈ ਕਿ ਜੇ ਬਦਲ ਸੀ, ਜੇ ਆਪਸ਼ਨ ਸੀ, ਜੇ ਤਬਦੀਲੀ ਦੇ ਚਾਂਸ ਸੀ, ਤਾਂ ਉਸ ਵੇਲੇ ਤੁਸੀਂ ਮਹਿੰਗੀ ਬਿਜਲੀ ਵਾਲੇ ਸਮਝੌਤੇ ਕੀਤੇ ਕਿਉਂ? ਤੇ ਜੇ ਪਹਿਲਿਆਂ ਨੇ ਕਰ ਦਿੱਤੇ ਤੁਸੀਂ ਰੱਦ ਕਿਉਂ ਨਾ ਕੀਤੇ? ਹੁਣ ਮੈਂ ਬੱਸਾਂ ਲਾਉਣਾ, ਇਹ ਤੁਹਾਡਾ ਭੁਲੇਖਾ ਹੈ ਕਿ ਲੋਕਾਂ ਨੇ, ਕਿਉਂਕਿ ਜਿਹੜੇ ਤੁਸੀਂ ਐਕਸਟੈਂਡਡ ਪਰਮਿਟ ਦੀ ਗੱਲ ਕੀਤੀ ਨਾ, ਉਹਦੇ ਵਿੱਚ ਸਭ ਤੋਂ ਵੱਡੀ ਝੋਲ ਕੀ ਸੀ ਕਿ ਜਦੋਂ ਅੰਮ੍ਰਿਤਸਰ ਤੋਂ ਜਲੰਧਰ ਤੱਕ ਮੰਨ ਲਓ ਪਰਮਿਟ ਮਿਲ ਗਿਆ, ਮੈਂ ਤੁਹਾਡੇ ਵਾਲੀ ਉਦਾਹਰਨ ਨੂੰ ਅੱਗੇ ਵਧਾਉਣਾ, ਉਹਦੇ ਵਿੱਚ ਕਾਨੂੰਨ ਕਹਿੰਦਾ ਸੀ ਕਿ ਤੁਸੀਂ ਇੱਕ ਵਾਰੀ ਪਰਮਿਟ ਨੂੰ ਸਿਰਫ 24 ਕਿਲੋਮੀਟਰ ਵਧਾ ਸਕਦੇ, ਬੜੀ ਹੱਦ ਫਗਵਾੜੇ ਤੱਕ। ਪਰ ਜੇ ਤੁਸੀਂ ਬਠਿੰਡੇ ਤੱਕ ਲੈ ਗਏ, ਜੇ ਤੁਸੀਂ ਪਟਿਆਲੇ ਤੱਕ ਲੈ ਗਏ, ਜੇ ਬਨੂੜ ਤੱਕ ਲੈ ਗਏ, ਮੋਹਾਲੀ ਤੱਕ ਲੈ ਗਏ, ਤਾਂ ਗਲਤ ਲੈ ਕੇ ਗਏ। ਉਹਦੇ ਵਿੱਚ ਇਹ ਵੀ ਸੀ ਕਿ ਇੰਨੀ ਵਾਰ ਤੋਂ ਜ਼ਿਆਦਾ ਵਧਾਏ ਵੀ ਨਹੀਂ ਜਾ ਸਕਦੇ, ਪਰ ਫਿਰ ਠਾਠਾ ਕਰਾ ਦਿੱਤੀ ਗਈ ਕਿ ਭਾਈ ਵਧਾ ਦਿੰਨੇ, ਕੋਈ ਗੱਲ ਨਹੀਂ। ਸੰਧਾਵਾਲੀਆ ਸਾਹਿਬ, ਰੌਲਾ ਇਹ ਨਹੀਂ ਕਿ ਅੱਜ ਉਹ 806, 816 ਜਾਂ 826 ਪਰਮਿਟ ਜਿਹੜੇ ਆ ਉਹ ਰੱਦ ਕਰ ਦਿੱਤੇ ਜਾਣ ਜਾਂ ਉਹ ਘਰਾਣਿਆਂ ਦੇ ਹੋਣ। ਅਸਲ ਦੇ ਵਿੱਚ ਲੋਕਾਂ ਦਾ ਇਨਸਾਫ ਪਤਾ ਕਦੋਂ ਹੋਣਾ ਕਿ ਜਿਹੜਾ ਉਸ ਵੇਲੇ ਦਾ ਟਰਾਂਸਪੋਰਟ ਮੰਤਰੀ ਸੀ, ਜਿਹੜਾ ਉਸ ਵੇਲੇ ਦਾ ਪੰਜਾਬ ਸਰਕਾਰ ਦਾ ਕਾਨੂੰਨੀ ਵਿਭਾਗ ਦਾ ਹੈੱਡ ਸੀ, ਜਿਹੜਾ ਉਸ ਵੇਲੇ ਦਾ ਟਰਾਂਸਪੋਰਟ ਅਫਸਰ ਸੀ, ਉਹ ਸਾਰੇ ਬੰਦਿਆਂ ਨੇ ਕਾਨੂੰਨ ਦੀ ਉਲੰਘਣਾ ਕਿਉਂ ਕੀਤੀ? ਰੌਲਾ ਇਹ ਨਹੀਂ ਕਿ ਰੱਦ ਕਰ ਦਿੱਤੇ ਜਾਣ, ਇੰਨੇ ਸਾਲ ਚੱਲ ਤਾਂ ਗਈਆਂ ਨਾ, ਉਹਨਾਂ ਰੂਟਾਂ ਦੇ ਉੱਤੇ, ਉਹਨਾਂ ਪਰਮਿਟਾਂ ਤੇ ਕਿਸੇ ਹੋਰ ਦੀਆਂ ਬੱਸਾਂ ਚੱਲਣੀਆਂ ਸੀ। ਆ ਘਰ ਨੌਕਰੀ ਵਾਲਿਆਂ ਦੇ ਜਿਹੜੇ ਆਮ ਘਰਾਂ ਦੇ ਬੱਚੇ ਨੇ, ਉਹਨਾਂ ਦੀਆਂ ਮਿੰਨੀਆਂ ਚੱਲਣੀਆਂ ਸੀ, ਪਰ ਉਹ ਚੱਲ ਕੁਛ ਹੋਰ ਗਈਆਂ। ਰੌਲਾ ਇਹ ਨਹੀਂ ਹੈ ਕਿ ਇਕੱਲੇ ਪਰਮਿਟ ਰੱਦ ਕਰ ਦਿਓ, ਮਸਲਾ ਇਹ ਹੈ ਕਿ ਜਿਨ੍ਹਾਂ ਨੇ ਉਸ ਵੇਲੇ ਤਨਖਾਹਾਂ ਲਈਆਂ, ਜਿਨ੍ਹਾਂ ਦੇ ਫਰਜ਼ ਤੇ ਜਿਨ੍ਹਾਂ ਦੀ ਡਿਊਟੀ ਬਣਦੀ ਸੀ ਕਿ ਇਦਾਂ ਨਹੀਂ ਹੋਣ ਦੇਣਾ, ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਸਰਕਾਰੀ ਦਫ਼ਤਰਾਂ 'ਚ ਬੈਠਿਆਂ ਔਨ ਡਿਊਟੀ ਹੁੰਦਿਆਂ ਇਹ ਸਾਰਾ ਕੰਮ ਹੋਇਆ। ਉਹਨਾਂ ਦੀਆਂ ਤਨਖਾਹਾਂ ਵਾਪਸ ਚਾਹੀਦੀਆਂ, ਸਹੂਲਤਾਂ ਜਿਹੜੀਆਂ ਲੋਕਾਂ ਦੇ ਟੈਕਸ ਦੇ ਪੈਸੇ ਦੇ ਵਿੱਚੋਂ ਉਹਨਾਂ ਨੇ ਮਾਣੀਆਂ, ਚਾਹੇ ਮੰਤਰੀ ਆ ਚਾਹੇ ਅਫਸਰ ਹੈ, ਜਿਹੜਾ ਵੀ ਬੰਦਾ ਉਹਦੇ ਲਈ ਜ਼ਿੰਮੇਵਾਰ ਹੈ, ਕਿਉਂਕਿ ਕਾਨੂੰਨੀ ਤੌਰ ਤੇ ਤਾਂ ਲਿਖਿਆ, ਉਹ ਸਾਰੇ ਬੰਦੇ ਚੱਕ ਕੇ ਅੰਦਰ ਵੀ ਡੱਕਣੇ ਚਾਹੀਦੇ ਆ, ਪੈਸੇ ਉਹਨਾਂ ਤੋਂ ਵਸੂਲਣੇ ਚਾਹੀਦੇ ਆ, ਸਰਕਾਰੀ ਖਜ਼ਾਨੇ 'ਚ ਜਮ੍ਹਾਂ ਚਾਹੀਦੇ ਆ। ਉਹ ਸਰਕਾਰੀ ਖਜ਼ਾਨੇ ਦੇ ਪੈਸੇ ਕੱਚੇ ਜਿਹੜੇ ਅਧਿਆਪਕ ਨੇ, ਬਾਕੀ ਕਰਮਚਾਰੀ ਨੇ, ਉਹਨਾਂ ਦੀਆਂ ਤਨਖਾਹਾਂ ਵਧਾ ਕੇ ਉੱਥੇ ਖਰਚਣੇ ਪੈਣਗੇ। ਤੇ ਸਭ ਤੋਂ ਵੱਡੀ ਗੱਲ, ਜੇ ਇਹ ਪਰਮਿਟ ਐਕਸਟੈਂਡ ਨਾ ਹੁੰਦੇ ਗਲਤ ਤਰੀਕੇ ਦੇ ਨਾਲ, ਪੰਜਾਬ ਰੋਡਵੇਜ ਘਾਟੇ 'ਚ ਨਾ ਜਾਂਦੀ। ਪੰਜਾਬ ਰੋਡਵੇਜ ਦੇ ਸਵਾਰੀਆਂ ਉਹੀ ਬਹਿੰਦੀਆਂ, ਉਹਨਾਂ ਨੂੰ ਕਿਰਾਇਆ ਦਿੰਦੇ। ਅੱਜ ਰੋਡਵੇਜ ਜਿਹੜੀ ਛਣ ਕਰਦੀ ਫਿਰਦੀ ਹੈ, ਕਿਲੋਮੀਟਰ ਸਕੀਮ ਤੇ ਆ ਗਈ, ਉਹ ਆਪਣੇ ਪੈਰਾਂ ਦੇ ਉੱਤੇ ਖਲੋਤੀ ਹੁੰਦੀ। ਰੌਲਾ ਸਿਰਫ ਇੰਨਾ ਨਹੀਂ, ਤੁਹਾਡੇ ਲਈ 806, 816 ਜਾਂ 826 ਬੱਸਾਂ ਦੇ ਪਰਮਿਟ ਦੁਬਾਰਾ ਉੱਥੇ ਆਉਣ ਤੱਕ ਸੀਮਤ ਹੈ। ਸਾਡੇ ਲਈ ਪੰਜਾਬ ਰੋਡਵੇਜ ਤੇ ਪੈਪਸੂ ਰੋਡਵੇਜ ਨੂੰ ਕੋਮਾ ਦੇ ਵਿੱਚੋਂ ਬਾਹਰ ਲਿਆਉਣ ਦੀ ਗੱਲ ਹੈ। ਦੇਖੋ, ਇਹ ਤੁਸੀਂ ਕਿੰਨੀ ਇਹਨਾਂ ਸ਼ਬਦ ਵਰਤੇ ਨਾ, WhatsApp ਚਾਹੀਦਾ ਤੇ ਬੜਾ ਕੁਛ ਆ, ਪਰ ਇਦਾਂ ਥੋੜਾ ਹੁੰਦਾ ਵੀ ਸਾਰਾ ਕੋਣ ਲੋਕਾਂ ਨੂੰ ਦੇ ਦਈਏ। ਹੁਣ ਦੇਖੋ, ਗੱਲ ਇਹ ਆ ਵੀ ਇਹ ਜਿਹੜੀਆਂ ਬੱਸਾਂ ਵਾਲਾ ਰੌਲਾ ਜੀ, ਇਹਦੇ 'ਚ ਕਈ ਬੱਸਾਂ ਉਹਨਾਂ ਪਰਮਿਟਾਂ ਦੇ ਚੱਲਦੀਆਂ ਨੂੰ 15-15 ਸਾਲ ਹੋ ਗਿਆ।
ਹੁਣ 15 ਸਾਲਾਂ ਦਾ ਮੋਟਾ 3 ਸਰਕਾਰਾਂ ਤੇ ਬਦਲ ਗਈਆਂ ਤੇ 3 ਸਰਕਾਰਾਂ 'ਚ ਤੁਸੀਂ ਮੰਤਰੀ ਲੱਭਦੇ ਹੋ। ਅਗਲਾ ਕੋਈ ਯਾਰ ਮੈਂ ਥੋੜਾ ਸੀ ਉਦੋਂ ਤੇ ਫਲਾਨਾ ਸੀ। ਠੀਕ ਹੈ। ਜੇ ਆਪਾਂ 15 ਸਾਲਾਂ 'ਚ ਕਿਸੇ ਦੀ ਅਫਸਰ ਦੀ ਗੱਲ ਉਹਦਾ ਜੀ ਫਿਰ ਮੈਂ ਤੇ ਉਦੋਂ ਫਿਰ ਰਿਟਾਇਰ ਹੋਣ ਵਾਲਾ ਸੀ, ਮੈਨੂੰ ਤਾਂ ਪਤਾ ਨਹੀਂ ਜੀ। ਹੁਣ ਕੁੱਲ ਮਿਲਾ ਕੇ ਇਹ ਹੋ ਗਿਆ ਕਿ ਵੀ ਜੇ ਇਸ ਵਕਤ ਆਪਾਂ ਇਹ ਗੱਲ ਵੀ ਸਾਂਝੀ ਕਰ ਰਹੇ ਹਾਂ ਤੇ ਜੇ ਤੁਸੀਂ ਇਹ ਭਾਲੋ ਵੀ ਸਵੇਰੇ ਹੀ ਇਹ ਸਾਰਾ ਕੁਝ ਚੇਂਜ ਹੋ ਜਾਣਾ ਤੇ ਪੈਪਸੂ ਵੀ ਵਧੀਆ ਚੱਲਣ ਲੱਗ ਪੈਣੀ ਆ, ਪੰਜਾਬ ਰੋਡ ਵੀ ਵਧੀਆ ਚੱਲਣ ਲੱਗ ਪੈਣੀ, ਇਦਾਂ ਹੋਣਾ। ਇੱਕ ਬੰਦਾ ਸਿਰਫ ਐਵੇਂ ਤੈਨੂੰ ਹੌਸਲਾ ਦੇਣ ਨੂੰ ਮੈਂ ਗੱਲ ਕੀਤੀ ਵੀ ਇਦਾਂ ਦੀ ਚਰਚਾ ਚੱਲੀ ਆ, ਇਲੈਕਸ਼ਨਾਂ ਨੇ, ਥੋੜਾ ਚਿਰ ਇਦਾਂ ਦਾ ਮਾਹੌਲ ਹੋਊਗਾ, ਖਬਰ ਆਊਗੀ, ਫਿਰ ਲੋਕ ਮਹਿਸੂਸ ਕਰਨਗੇ ਲੈ ਵੀ ਫਲਾਣੇ ਨੇ ਕੀਤਾ। ਜਿਸ ਦਿਨ ਫਿਰ ਸਾਨੂੰ ਕੁਰਸੀ ਮਿਲ ਗਈ ਫਿਰ 5 ਸਾਲ ਤੁਸੀਂ ਰੋਂਦੇ ਰਹੋ। ਲੀਡਰ ਸਾਹਿਬ ਗੱਲ ਪਤਾ ਕੀ ਆ, ਹਾਂ ਮੰਨਣਾ ਥੋੜਾ ਹੌਸਲਾ ਹੁਣ ਲੋਕਾਂ ਨੂੰ ਨਹੀਂ ਦੇਣ ਦੀ ਲੋੜ। ਤੁਸੀਂ ਸ਼ਾਮ ਨੂੰ ਇੱਕ ਦੂਜੇ ਨੂੰ ਟੈਲੀਫੋਨ ਕਰਕੇ ਪੁੱਛਦੇ ਹੋ ਵੀ ਤੂੰ ਠੀਕ ਹੈ, ਅੱਜ ਗਿਆ ਸੀ, ਮੈਨੂੰ ਪਤਾ ਲੱਗਾ ਦੌਰਾ ਕਰਨ ਗਿਆ ਸੀ, ਘਰ ਹੀ ਹੈ, ਮੁੜਿਆ ਸੀ ਵੇਲੇ ਸਿਰ ਮੁੜਿਆ ਸੀ, ਗੇਟੋਂ ਆਏ ਕਿ ਕੰਧੋਂ ਆਏ। ਹੌਸਲਾ ਤੁਸੀਂ ਇੱਕ ਦੂਜੇ ਨੂੰ ਦਿੰਦੇ ਹੋ। ਜੇ ਕਿਤੇ ਆ ਜਿਹੜਾ ਜਸੂਸੀ ਕਾਂਡ ਜਾਏ, ਜੇ ਕਿਤੇ ਤੁਹਾਡੀਆਂ ਪੰਜਾਬ ਵਾਲਿਆਂ ਦੀਆਂ ਕਾਲਾਂ ਰਿਕਾਰਡ ਹੋ ਜਾਣ, ਤੁਹਾਡਾ ਸਾਰਾ ਪਤਾ ਲੱਗ ਜਾਣਾ ਹੀ। ਦੇਖੋ ਵੈਸੇ ਗੱਲ ਨਹੀਂ ਮੈਂ ਗੱਲ ਹੀ ਕੀਤੀ ਹੈ, ਕਹਿਣ ਡਿਆ ਮੈਂ ਨਾ ਵੀ ਨਹੀਂ ਦੂਜੇ ਪਾਸੇ ਨੂੰ ਹੋਣ ਲੱਗੇ ਬੰਦਾ। ਮੈਂ ਕਿਹਾ ਇਦਾਂ ਹੈਗਾ ਵਾ ਨਾ, ਮੈਂ ਕਹਿੰਦਾ ਹੈਗਾ ਸਭ ਕੁਝ ਹੈ। ਦੇਖੋ ਮੁਸ਼ਕਲਾਂ ਕਿਹਦੇ ਰਾਜ ਨਹੀਂ ਆਉਂਦੀਆਂ, ਇਹਨਾਂ ਮੁਸ਼ਕਲਾਂ ਨੂੰ ਪਾਰ ਕਰਕੇ ਹੀ ਬੰਦਾ ਅੱਗੇ ਨਿਕਲਦਾ। ਠੀਕ ਹੈ। ਤੇ ਫਿਰ ਅਸੀਂ ਹੁਣ ਜਦੋਂ ਭੱਠੀ 'ਚ ਤਪ ਕੇ ਸੋਨਾ ਬਣਾਂਗੇ ਨਾ, ਕੁੰਦਨ ਜਦੋਂ ਅਸੀਂ ਬਣ ਕੇ ਨਿਕਲੇ 5 ਸਾਲ ਫਿਰ ਦੇਖੋ ਨਹੀਂ ਯਾਰ ਕਿੰਨਾ ਕੁੰਦਨ ਹੀ ਬੜੇ ਆ। 1947 ਤੋਂ ਬਾਅਦ ਮਸੀਂ ਬਣੇ ਆ ਪੰਜਾਬ ਦੇ ਲੋਕ, ਐਸੇ ਬਣੇ ਆ ਨਾ ਹੁਣ ਕਿ ਅੱਗੇ ਪਿੱਛੇ ਭੱਜਦੇ ਸੀ। ਤੇ ਆਹੋ ਕੋਈ ਗੱਲ ਨਹੀਂ ਬਾਟ ਸਾਹਿਬ, ਥੋੜੇ ਦਿਨਾਂ ਦੀ ਗੱਲ ਹੈ। ਇੱਥੇ ਮੈਂ ਜਿਵੇਂ ਟਾਈਮ ਨੇੜੇ ਆਈ ਜਾਣਾ ਤਿਵੇਂ ਮੇਰੀ ਸ਼ਰਤ ਜਿੱਤਣ ਦੇ ਚਾਂਸਸ ਵਧਦੇ। ਜਦੋਂ ਨਾ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਉਦੋਂ ਵੀ ਤੁਹਾਡੇ ਵਰਗੇ ਕਈ ਲੀਡਰ ਕਹਿੰਦੇ ਸੀ ਇੱਥੇ ਹੀ ਤੁਸੀਂ, ਇੱਥੇ ਹੀ ਮੈਂ, ਬੜੇ ਅੰਦੋਲਨ ਅਸੀਂ ਦੇਖੇ। ਇਹ ਬਹਿੰਦੇ ਹੁੰਦੇ ਦਰੀ ਲੈ ਕੇ, ਮੁੜ ਕੇ ਟੈਂਟ ਦੇ ਪੈਸੇ ਨਹੀਂ ਜੁੜਦੇ ਹੁੰਦੇ ਨਾ, ਤੂੰ ਟੈਂਟ ਲਾ ਕੇ ਲੈ ਜਾਂਦੇ, ਇਕੱਲੇ ਹੀ ਰਹਿ ਜਾਂਦੇ ਆ। ਤੁਸੀਂ ਦੇਖਿਓ ਗਰਮੀ ਆਈ ਨਹੀਂ, ਇਹਨਾਂ ਨੇ ਝੋਨਾ ਲਾਉਣ ਭੱਜ ਜਾਣਾ ਹੀ। ਤੁਹਾਡੇ ਵਰਗੇ ਲੋਕ ਹੀ ਕਹਿੰਦੇ ਸੀ ਤੁਸੀਂ ਦੇਖਿਓ ਸਿਆਲ ਆਈ ਨਹੀਂ, ਇਹਨਾਂ ਨੇ ਘਰਾਂ ਜਾ ਕੇ ਨਾ ਰਜਾਈ 'ਚ ਸੌਂਦੇ, ਉੱਥੇ ਕੀ ਲੈਣਾ। ਪਰ ਅਜੇ ਵੀ ਕੰਮ ਪੰਜਾਬ 'ਚ ਵੀ ਚੱਲੀ ਜਾਂਦਾ, ਕੰਮ ਦਿੱਲੀ 'ਚ ਵੀ ਚੱਲੀ ਜਾਂਦਾ। ਚੀਕਾਂ ਸਿਆਸੀ ਲੀਡਰਾਂ ਦੀਆਂ ਨਿਕਲੀਆਂ ਪਈਆਂ। ਕੋਈ ਗੱਲ ਨਹੀਂ, ਮੈਂ ਕਿਹਾ ਸਾਰਾ ਕੁਝ ਠੀਕ। ਮੈਂ ਇੱਕ ਵਾਰ ਵੀ ਕਿਹਾ ਵੀ ਇਦਾਂ ਨਹੀਂ ਹੈ, ਮੈਂ ਕਿਹਾ ਇਦਾਂ ਹੀ ਆ। ਪਰ ਤੁਸੀਂ ਸਾਡੀ ਸਕੀਮ ਵੇਖਣੀ ਹੈ ਵੀ ਅਸੀਂ ਗੋਡਨੀਆਂ ਕਿੱਦਾਂ ਲਾਉਣੇ, ਬਸ ਉਹ ਤੇ ਮੰਨਦੇ ਹੋ ਨਾ ਵੀ ਸਕੀਮ ਜੇ ਇੰਨੇ 17-75 ਸਾਲਾਂ ਤੋਂ ਲਾ ਸਕਦੇ ਤੇ ਹੁਣ ਵੀ ਲਾ ਦਿਆਂਗੇ। ਇੱਕ ਵਾਰ ਹਾਂ ਕਰੋ ਵੀ ਲਾ ਸਕਦੇ ਕਿ ਨਹੀਂ ਲਾ ਸਕਦੇ। ਲਾ ਸਕਦੇ ਸੀ, ਹੁਣ ਨਹੀਂ ਮੰਨਣੇ ਹੀ ਥੋੜਾ ਨਹੀਂ ਮੈਂ ਕਿਹਾ ਲਾ ਸਕਦੇ। ਪ੍ਰੋਬਲਮ ਇਹਨਾਂ ਦੀ ਨਹੀਂ ਮੰਨਣ ਦੀ ਗੱਲ ਹੀ ਕੋਈ ਨਹੀਂ। ਅਸੀਂ ਹੁਣ ਮੰਨਣਾ ਨਹੀਂ, ਅਸੀਂ ਤਾਂ ਮਨਾਉਣਾ। ਤੁਸੀਂ ਮੇਰੀ ਇੱਕ ਬੇਨਤੀ ਸੁਣੋ, ਮੰਨ ਲਈ ਗੱਲ, ਤੁਸੀਂ ਅਜੇ ਲੱਗੀਆਂ ਨਹੀਂ ਤੁਹਾਡੇ, ਤੁਸੀਂ ਪਹਿਲੇ ਐ ਕਰੀ ਜਾਂਦੇ ਇਹਦਾ ਵੀ। ਮੈਂ ਤੇ ਸਿਰਫ ਇਹ ਗੱਲ ਕਰ ਰਿਹਾ ਵੀ ਐਵੇਂ ਦੇਖੋ, ਤੁਸੀਂ ਟਿੱਪਣੀ ਜ਼ਰੂਰ ਕਰਿਓ ਜੀ। ਇਹ WhatsApp ਨਾਲ ਲੋੜੋਂ ਵੱਧ ਪੋਜ਼ਿਟਿਵ ਹੋਏ ਨੇ, ਐ ਲੱਗਦਾ ਵੀ ਇਦਾਂ ਲੀਡਰ ਤਾਂ ਹੀ ਸਵੇਰੇ ਢਾਲਣੇ। ਇਦਾਂ ਕਿਦਾਂ ਢਾਲਣੇ ਯਾਰ? ਕੋਈ ਬੰਦਾ ਨਹੀਂ ਕਹਿੰਦਾ ਇਦਾਂ ਕਿਦਾਂ ਢਾਲਣੇ। ਮੈਂ ਪੋਜ਼ਿਟਿਵ ਪਤਾ ਕਿਉਂ ਨਾ, ਇਹ ਬੰਦਾ ਪਹਿਲੇ ਸਵੇਰੇ ਉੱਠਦਾ ਸੀ, ਇਹਨਾਂ ਨੇ ਉੱਠ ਕੇ ਕਰਨਾ ਓਮ ਰੋਮ, ਇਦਾਂ ਦਾ ਕਰਦੇ, ਯੋਗਾ ਕਰਦੇ ਹੁੰਦੇ। ਹੁਣ ਇਹ ਸਵੇਰੇ ਉੱਠਦੇ ਆ, ਪਹਿਲਾਂ ਕੰਧਾਂ ਟੱਪਦੇ ਆ, ਉਹਦੇ ਤੋਂ ਬਾਅਦ ਇਹ ਦੇਖਦੇ ਆ ਕਿ ਮੈਂ ਛਾਲ ਮਾਰ ਕੇ ਆਹ ਬੇੜੀ ਪਾਰ ਕਿੱਦਾਂ ਕਰਨੀ ਹੈ। ਉਹਦੇ ਤੋਂ ਬਾਅਦ ਇਹ ਕੰਧ ਤੇ ਚੜ੍ਹਨ ਦੀ ਪ੍ਰੈਕਟਿਸ ਕਰਦੇ ਆ। ਉਹਦੇ ਤੋਂ ਬਾਅਦ ਇਹ ਮੈਨੂੰ ਕਹਿੰਦੇ ਹੁੰਦੇ ਕਿ ਇੱਧਰੋਂ ਸਰਾਣਾ ਮਾਰ, ਫਿਰ ਥੱਲੇ ਬਹਿੰਦੇ ਆ। ਇਹ ਪ੍ਰੈਕਟਿਸ ਕਰਦੇ ਆ ਬਹੁਤ ਸਾਰੀਆਂ ਚੀਜ਼ਾਂ। ਮੈਂ ਕਿਹਾ ਇਹ ਸਾਰੀ ਪ੍ਰੈਕਟਿਸ ਸਾਡੇ ਕੰਮ ਆਉਣੀ। ਤੁਸੀਂ ਇਹ ਦੱਸੋ, ਇਹ ਮਿਹਨਤ ਤੇ ਕਰਦੇ ਕਿ ਨਹੀਂ? ਤੁਹਾਡੀ ਮਿਹਨਤ ਕਰਨ ਵਾਲਾ ਕਦੀ ਮਤਲਬ ਫੇਲ ਹੋਇਆ ਦੱਸੋ? ਨਾ ਤੇ ਬਸ ਵੇ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ। ਇਸੇ ਕਰਕੇ ਲੋਕਾਂ ਦੀ ਐਤਕੀ ਨਹੀਂ ਹੋਣੀ। ਮੈਂ ਕਿਹਾ ਤੁਸੀਂ ਦੇਖੋ ਸਮਾਂ ਆਉਣ ਦਿਓ। ਮੇਰੀ ਗੱਲ ਸੁਣੋ, ਬੀਐਡ 9 ਮਹੀਨਿਆਂ ਦੇ ਵਿੱਚ ਹੋ ਜਾਂਦੀ ਹੈ। ਕਿਸਾਨਾਂ ਨੂੰ ਬੈਠਿਆਂ ਨੂੰ 10 ਮਹੀਨੇ ਹੋ ਚੱਲੇ ਆ। ਇਹਨਾਂ ਨੇ ਐਤਕੀ ਸਾਰੇ ਸਮੈਸਟਰ ਪਾਸ ਕਰ ਲੈਣੇ ਆ। ਕਿਸਾਨਾਂ ਵਾਲੀ ਗੱਲ ਸੁਣ ਲਓ। ਆਜੋ ਹੁਣ BJP ਵਾਲਿਆਂ ਨੇ ਜਿਹੜਾ ਕਾਰਟੂਨ ਚ ਪਵਾਇਆ, ਪਹਿਲਾਂ ਮੇਰੀ ਇੱਕ ਗੱਲ ਜਵਾਬ ਦਿਓ। ਤੁਸੀਂ ਕਿਹਾ ਨਾ ਵੱਡੇ ਘਰਾਣਿਆਂ ਦੀਆਂ ਬੱਸਾਂ, ਮੈਨੂੰ ਲੱਗਦਾ ਕਿ ਜੇ 800 ਤੋਂ ਉੱਪਰ ਹੋਈਆਂ ਆ ਪੰਜਾਬ 'ਚ, ਜਿੰਨੇ ਝੰਡਿਆਂ ਵਾਲੀਆਂ ਪਾਰਟੀਆਂ ਨੇ ਸਾਰਿਆਂ ਦੇ ਇੱਕ ਦੋ ਰਗੜੇ ਜਾਣੇ ਆ। ਤਾਂ ਹੀ ਕਿਹਾ ਨਾ ਵੀ ਸਾਰੇ ਇਸ ਹਮਾਮ ਮੇਂ ਸਭੀ ਨੰਗੇ ਹੈ। ਤੇ ਜਦੋਂ ਤੁਸੀਂ ਵੀ ਨੰਗੇ ਹੈ, ਮੈਂ ਵੀ ਨੰਗੇ ਹੈ, ਤੇ ਫਿਰ ਕਿਸੇ ਨੂੰ ਇਹ ਥੋੜਾ ਕਹੂਗਾ ਵੀ ਬੂਆ ਖੋਲ ਦੇ ਕੋਈ। ਉਹਨਾਂ ਨਾਲ ਵੀਰ ਕੋਈ ਗੱਲ ਨਹੀਂ, ਬਚੀਏ, ਤੂੰ ਮੇਰਾ ਪਰਦਾ ਕੱਜ, ਮੈਂ ਤੇਰਾ ਕੱਜਦਾ, ਇੱਕ ਨਾ ਟਾਈਮ ਟਪਾਈਏ, ਵੋਟਾਂ ਆ ਗਈਆਂ। ਅੱਛਾ ਮੇਰੀ ਗੱਲ ਸੁਣੋ, ਜੇ ਇਦਾਂ ਨਹੀਂ ਸੀ, ਨਰੇਸ਼ ਗੈਰਾਲ ਉਹਨਾਂ ਨੇ ਕੱਲ ਹੀ ਕਹਿਤਾ ਉਹ BJP ਵਾਲਿਆਂ ਨੇ ਉਦੋਂ ਭਾਈ ਕਾਂਗਰਸ ਨੂੰ ਵੋਟਾਂ ਪਾਈ। ਕਦੀ ਸੋਚ ਸਕਦਾ ਬੰਦਾ ਵੀ BJP, ਇਹਦਾ ਮਤਲਬ BJP ਪੰਜਾਬ, ਅਸ਼ਵਨੀ ਸ਼ਰਮਾ ਥੋੜਾ ਉਹਨੇ ਕਹਿਤਾ ਜਾਂ ਮਨੋਰੰਜਨ ਕਾਲੀ ਹੋਰਾਂ ਸਲਾਹ ਕਰ ਲਈ ਉਹਨੇ ਵੀ ਯਾਰ ਵੀ ਕਾਂਗਰਸ ਨੂੰ ਪਾ ਦਈਏ। ਆਰਡਰ ਤੇ ਉੱਤਰੋਂ ਆਇਆ ਹੋਊਗਾ। ਜੇ ਉਤਲੇ ਬੰਦੇ ਵੀ ਸੋਚ ਸਕਦੇ ਵੀ ਪੰਜਾਬ 'ਚ ਸੈਟਿੰਗ ਕਰਨ ਲਈ ਹੁਣ ਆਪਾਂ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਦੀ ਪਾਰਟੀ ਜਿਤਾਉਣੀ ਹੈ ਜੀ, ਇੱਥੋਂ ਤੁਹਾਨੂੰ ਕੋਈ ਸਮਝ ਨਹੀਂ ਆਉਂਦੀ ਵੀ ਅਸੀਂ ਕਿਸ ਹੱਦ ਤੱਕ ਜਾ ਸਕਦੇ। ਅੱਗੇ ਨਾ ਪੰਜਾਬ ਦੇ ਲੋਕਾਂ ਦੀ ਸੋਚ ਵੱਖਰੀ ਸੀ। ਪਤਾ ਕੀ ਸੀ, ਮੰਨ ਲਓ ਵਿਆਹ ਹੁੰਦਾ, ਨਹੀਂ DJ ਲਗਾਇਆ ਸੀ। ਟਿੱਪਣੀ ਜ਼ਰੂਰ ਕਰਿਓ ਯਾਰ, ਕਰਿਓ ਜੀ, ਟਿੱਪਣੀ ਕਰਿਓ। ਤੁਸੀਂ ਹਿਸਾਬ ਕਿਤਾਬ ਲਾ ਕੇ ਟਿੱਪਣੀ ਕਰਿਓ ਕਿ ਐਤਕੀ ਪਿਛਲੇ 8-10 ਮਹੀਨਿਆਂ ਦੇ ਵਿੱਚ ਜੋ ਕੁਝ ਹੋਇਆ ਉਹਦੇ ਹਿਸਾਬ ਨਾਲ ਟਿੱਪਣੀ ਕਰਿਓ, ਬੰਦੇ ਦੀਆਂ ਸੁਣ ਕੇ ਨਾ। ਅੱਛਾ ਸੰਧਾਲੀਆ ਸਾਹਿਬ DJ ਲੱਗਾ ਹੁੰਦਾ ਸੀ, ਸਪੀਕਰ ਲੱਗਣੇ, ਉਹ ਫਲੋਰ ਜਿਹਾ ਹੁੰਦਾ ਨਾ, ਲਾਈਟਾਂ ਪੈਣੀਆਂ ਛੂ ਛੂ ਛੂ, ਤੇ ਲੋਕਾਂ ਨੇ ਪਿੱਛੇ ਬੈਠੇ ਹੋਣਾ, ਉਹਨਾਂ ਦੀ ਬਾਰੀ ਨਾ ਆਉਣੀ, ਫਲੋਰ ਭਰਿਆ ਹੋਣਾ, ਉੱਥੋਂ ਹੀ ਉੱਠ ਕੇ ਚੱਲ ਜਾਣਾ। ਹੁਣ ਲੋਕਾਂ ਨੇ ਕੰਮ ਵੱਖਰਾ,
ਉਹ ਕਹਿੰਦੇ ਡੀਜੇ ਲੱਗਾ, ਆਵਾਜ਼ ਤਾਂ ਨਹੀਂ ਇਹਨਾਂ ਨੇ ਉੱਥੇ ਜਾ ਕੇ ਪੇਟੈਂਟ ਕਰ ਲੈਣੀ, ਉਹ ਲਾਗੇ ਆਪਣਾ ਫਲੋਰ ਲਾ ਲੈਂਦੇ ਆ। ਤੁਸੀਂ ਆਪਣੇ ਹਮਾਮ 'ਚ ਸਾਰੇ ਨੰਗੇ ਰਹੋ, ਲੋਕਾਂ ਨੇ ਇੱਧਰ ਕੱਪੜੇ ਪਾ ਕੇ ਬਹਿ ਜਾਣਾ। ਮੇਰੀ ਗੱਲ ਸੁਣੋ, ਕਿਸਾਨ ਪਾਰਲੀਮੈਂਟ ਲੱਗੀ, ਤੁਹਾਡੀ ਪਾਰਲੀਮੈਂਟ ਦੇ ਵਿੱਚ ਕੰਮ ਨਹੀਂ ਚੱਲਦਾ, ਕਿਸਾਨਾਂ ਦੀ ਪਾਰਲੀਮੈਂਟ ਮੀਂਹ ਵਰਦੇ 'ਚ ਕੰਮ ਚੱਲਦਾ। ਹੋਰ ਸੁਣੋ, ਅਡਾਨੀਆਂ ਦੀ ਖੁਸ਼ਕ ਬੰਦਰਗਾਹ, ਉਹਦੇ ਮੋਹਰੇ ਕਿਸਾਨਾਂ ਦਾ ਧਰਨਾ, ਉੱਥੇ ਪਾਰਲੀਮੈਂਟ ਲਾ ਲਈ, ਇੱਕ ਬੀਬੀ ਨੂੰ ਸਪੀਕਰ ਬਣਾਤਾ ਤੇ ਕਹਿੰਦੇ ਚਲੋ ਜੀ ਆਪਾਂ ਇਦਾਂ ਕਰਦੇ ਹਾਂ, ਬਿਜਲੀ ਵਾਲੇ ਮੁੱਦੇ ਤੇ ਗੱਲ ਕਰਦੇ ਹਾਂ। ਅੱਛਾ, ਸਮਝੌਤੇ ਕਿਹਨੇ ਕੀਤੇ? ਅੱਛਾ, ਉਹਦੇ ਤੋਂ ਬਾਅਦ ਬਿਜਲੀ ਕਿੰਨੇ ਨੂੰ ਪਈ? ਉਹਦੇ ਤੋਂ ਬਾਅਦ ਸਰਕਾਰ ਕਿਹਦੀ ਆਈ? ਕਿਹਨੇ ਵਾਅਦੇ ਕੀਤੇ, ਕਿਹਨੇ ਪੂਰੇ ਨਹੀਂ ਕੀਤੇ? ਇੱਥੋਂ ਤੱਕ ਵੀ ਕਹਿੰਦੇ ਕਿ ਉਸ ਖੁਸ਼ਕ ਬੰਦਰਗਾਹ ਦੇ ਮੂਹਰੇ ਜਿਹੜੀ ਪਾਰਲੀਮੈਂਟ ਲੱਗੀ, ਉਹਦੇ ਵਿੱਚ ਗੱਲਾਂ ਹੋਈਆਂ ਕਿ ਆਮ ਆਦਮੀ ਪਾਰਟੀ ਵਾਲੇ ਕੱਲਾ ਬਿਆਨ ਨਾ ਦੇਣ ਕਿ ਅਰਵਿੰਦ ਕੇਜਰੀਵਾਲ ਨੇ ਸਸਤੀ ਕਰਤੀ ਬਿਜਲੀ, ਡਾਕੂਮੈਂਟ ਲਿਆ ਕੇ ਦਿਖਾਉਣ ਕਿ ਕੇਜਰੀਵਾਲ ਜਦੋਂ ਮੁੱਖ ਮੰਤਰੀ ਬਣਿਆ ਤਾਂ ਬਿਜਲੀ ਕਿੰਨੇ ਦੀ ਸੀ, ਉਹਦੇ ਤੋਂ ਬਾਅਦ ਜੇ ਸਸਤੀ ਕਰਾਈ ਉਹਨਾਂ ਕੰਪਨੀਆਂ ਦੇ ਕੋਲੋਂ ਤਾਂ ਕਿੰਨੇ ਦੀ ਕਰਾਈ। ਉਹ ਕਹਿੰਦੇ ਅਕਾਲੀ ਡਾਕੂਮੈਂਟ ਲਿਆਉਣ ਕਿ ਭਾਈ ਕਿ ਸੱਚੀ ਮੁੱਚੀ ਜਿਹੜੀਆਂ ਸ਼ਰਤਾਂ ਡਾਕਟਰ ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਹੁੰਦਿਆਂ ਲਾਈਆਂ ਕਿ ਉਹਦੇ ਮੁਤਾਬਕ ਸਮਝੌਤੇ ਕੀਤੇ ਕਿ ਬਿਲਕੁਲ ਨਹੀਂ ਸੀ ਲਿਆ ਜਾ ਸਕਦਾ। ਫਿਰ ਉਹ ਕਹਿੰਦੇ ਕਿ ਸਿੱਧੂ ਸਾਹਿਬ ਤੇ ਕੈਪਟਨ ਸਾਹਿਬ ਤੁਸੀਂ ਵੀ ਦੱਸੋ ਕਿਹੜੇ ਕਾਨੂੰਨ ਦੇ ਤਹਿਤ ਸਮਝੌਤੇ ਰੱਦ ਕੀਤੇ ਜਾ ਸਕਦੇ ਜਾਂ ਨਹੀਂ। ਕੱਲੀ ਬਿਆਨਬਾਜ਼ੀ ਨਾ ਕਰੋ, ਲੋਕ ਭੋਰਾ ਸਿਆਣੇ ਹੋ ਗਏ। ਇੱਕ ਕੋਵਿਡ ਨੇ ਇਕੱਠੇ ਕਰ ਦਿੱਤੇ ਸੀ ਤੇ ਦੂਜਾ ਕਿਸਾਨ ਅੰਦੋਲਨ ਨੇ ਤਾਂ ਸਿੱਧਾ ਹੀ ਕੰਮ ਕਰ ਦਿੱਤਾ ਕਿ ਭਾਈ ਐਤਕੀ ਇਹਨਾਂ ਨੇ ਹਰਿਆਣਾ ਵੀ ਲਿਆਉਣਾ ਹੈ, ਪੰਜਾਬ ਦਾ ਪਾਣੀ ਵੀ ਲਿਆਉਣਾ ਹੈ, ਇਹਨਾਂ ਨੇ ਚੰਡੀਗੜ੍ਹ ਵੀ ਟਰੈਕਟਰ ਟਰਾਲੀ ਦੇ ਮਗਰ ਪਾ ਕੇ ਲਿਆਉਣਾ ਹੈ, ਇਹਨਾਂ ਨੇ ਜਾਤ ਦਾ ਮੁੱਦਾ ਵੀ ਉਭਾਰਨਾ ਹੈ, ਇਹਨਾਂ ਨੇ ਧਰਮ ਦਾ ਮੁੱਦਾ ਵੀ ਉਭਾਰਨਾ। ਪਰ ਐਤਕੀ ਤੁਸੀਂ ਸਵਾਲ ਤਿਆਰ ਰੱਖਣੇ ਆ, ਸਵਾਲ ਤੁਸੀਂ ਕਰਨੇ ਆ, ਜਵਾਬ ਉਹਨਾਂ ਨੇ ਦੇਣੇ ਆ ਤੇ ਝੰਡਾ ਕਾਲਾ ਚਾਹੀਦਾ। ਕੋਈ ਗੱਲ ਨਹੀਂ, ਟੈਨਸ਼ਨ ਨਹੀਂ ਲੈਣੀ, ਉਹਨਾਂ ਦਾ ਹੱਕ ਹੈ ਵਿਰੋਧ ਕਰਨਾ, ਅਸੀਂ ਮੁੱਕਰੇ ਕਦੀ। ਲੋਕਤੰਤਰੀ ਹੱਕ ਹੈ, ਉਹ ਵਿਰੋਧ ਕਰਨ ਜੀ ਸਦਕੇ। ਪਰ ਸਾਡਾ ਵੀ ਤੇ ਹੱਕ ਹੈ ਨਾ ਲੋਕਤੰਤਰੀ ਤਰੀਕੇ ਨਾਲ, ਉਹ ਅਸੀਂ ਆਪੇ ਕਰ ਲੈਣਾ। ਮੈਂ ਯੂਪੀ ਅਸੀਂ ਘੁੰਮਦੇ ਸੀ, ਮੇਰੀ ਆਖਰੀ ਸੁਣ ਲਓ ਯਾਰ, ਤੁਹਾਡੇ ਕਿਸਾਨਾਂ ਦੀ ਕਰਨ ਲੱਗਾ। ਅਸੀਂ ਘੁੰਮਦੇ ਸੀ, ਤੁਹਾਡੀ ਪਹਿਲਾਂ ਕਰ ਲਵਾਂ ਆਖਰੀ। ਅਸੀਂ ਘੁੰਮਦੇ ਸੀ ਤਾਂ ਫਿਰ ਇਕੱਠੇ ਹੀ ਸੋਈਂਦਾ ਜਾਣੀ ਵੱਡੇ ਹਾਲ 'ਚ ਅਸੀਂ ਲਾ ਲਈ ਦੇ। ਮੈਨੂੰ ਸਮਝ ਨਹੀਂ ਆਉਂਦੀ, ਮੈਂ 3-4 ਵਾਰੀ ਭਾ ਨੂੰ ਪਾਣੀ ਪਿਣਾ, ਉਹ ਆ ਗਏ ਭੱਜ ਲਓ। ਇਹ ਲਾਗੇ ਰਜਾਈਆਂ ਪੈਂਦੀਆਂ ਹੁੰਦੀਆਂ, ਕੰਧ ਸਮਝ ਕੇ ਜਾਣ ਲੱਗ ਪੈਂਦੇ। ਇਹਦੇ ਤੇ ਤਵਾ ਲਾਈ ਜਾਊਂਗਾ ਕਿ ਸ਼ਾਇਦ ਪੰਜਾਬ ਬਦਲ ਜਾਣਾ, ਇਦਾਂ ਥੋੜਾ ਹੁੰਦਾ। ਆ ਜਾ ਹੁਣ ਕੌਣ ਸਮਝਾਵੇ। ਅੱਛਾ, ਯੂਪੀ ਦੀ ਗੱਲ ਇਹ ਆ, ਯੂਪੀ ਦੇ ਵਿੱਚ ਬੀਜੇਪੀ ਵਾਲਿਆਂ ਨੇ ਜਿਹੜਾ ਕਾਰਟੂਨ ਬਣਾਇਆ ਉਹਦਾ ਕਰਕੇ ਰੌਲਾ ਵਾਹਵਾ ਪੈ ਗਿਆ। ਜੇ ਸ਼ਾਇਦ ਤੁਸੀਂ ਨਹੀਂ ਦੇਖਿਆ ਤਾਂ ਤੁਸੀਂ ਗੂਗਲ ਕਰਕੇ ਦੇਖਿਓ ਜ਼ਰੂਰ, ਯੂਪੀ ਬੀਜੇਪੀ ਕਾਰਟੂਨ ਔਨ ਫਾਰਮਰਸ। ਉਹਦੇ 'ਚ ਉਹਨਾਂ ਨੇ ਇੱਕ ਕਾਰਟੂਨ ਬਣਾਇਆ ਜਿਹਦੇ ਵਿੱਚ ਉਹਨਾਂ ਨੇ ਥੋੜ੍ਹੀ ਜਿਹੀ ਲੁੱਕ ਬਣਾਈ ਆ ਰਕੇਸ਼ ਟਕੈਤ ਵਰਗੀ। ਉਹਨੇ ਵਾਲਾਂ ਤੋਂ ਇੱਕ ਕੁੜੀ ਟਾਈ ਫੜੀ ਹੈ ਜਿੱਤੇ ਦਿੱਲੀ ਲਿਖਿਆ, ਅੱਗੇ ਨੂੰ ਉਹ ਬੰਦਾ ਜਾ ਰਿਹਾ ਤੇ ਅੱਗੇ ਇੱਕ ਸ਼ਖਸ ਨੂੰ ਬਾਹੂਬਲੀ ਮਿਲਦਾ। ਤੇ ਚੱਲ ਇਹ ਗੱਲ ਚਰਚਾ ਰਹੀ ਹੈ ਵੀ ਜਿਸ ਤਰ੍ਹਾਂ ਦਿੱਲੀ ਹੈ ਉਸੇ ਤਰ੍ਹਾਂ ਅਸੀਂ ਲਖਨਊ ਨੂੰ ਬਣਾਵਾਂਗੇ। ਤੇ ਬਾਹੂਬਲੀ ਅੱਗੋਂ ਨੂੰ ਇਹ ਆਂਦਾ ਵੀ ਤੁਸੀਂ ਉੱਥੇ ਤਾਂ ਸਾਰਾ ਕੁਝ ਕਰ ਕੋ ਰਹੇ ਹੋ, ਇੱਥੇ ਤੁਹਾਨੂੰ ਪਤਾ ਨਹੀਂ ਯੋਗੀ ਆਦਿੱਤਿਆਨਾਥ ਹੈ, ਬੰਦਾ ਬਹੁਤ ਸਖਤ ਹੈ। ਐਂਡ ਉਹ ਟਕੈਤ ਸਾਹਿਬ ਦੇ ਦਿਮਾਗ ਦੇ ਵਿੱਚ ਫਿਰ ਦੁਬਾਰਾ ਇੱਦਾਂ ਲਿਆਂਦਾ ਵੀ ਜਿੱਦਾਂ ਉਹਨਾਂ ਨੇ ਦਿੱਲੀ ਵਾਲਾਂ ਤੋਂ ਫੜੀ, ਇੱਦਾਂ ਟਕੈਤ ਸਾਹਿਬ ਨੂੰ ਵਾਲਾਂ ਤੋਂ ਫੜ ਕੇ ਉਹ ਜੋਗੀ ਹੁਰੀ ਲੈ ਕੇ ਜਾਣਗੇ। ਐਂਡ ਉਸ ਚੀਜ਼ ਦੀ ਬੜੀ ਚਰਚਾ ਚੱਲਣ ਲੱਗ ਪਈ ਵੀ ਇਸ ਕਾਰਟੂਨ ਦੇ ਨਾਲ ਬੀਜੇਪੀ ਸਮਝਾਉਣਾ ਕੀ ਚਾਹੁੰਦੀ, ਦੱਸਣਾ ਕੀ ਚਾਹੁੰਦੀ, ਜਾਂ ਫਿਰ ਇਨਡਾਇਰੈਕਟ ਵੇ ਨਾਲ ਇੱਕ ਤਰ੍ਹਾਂ ਦੀ ਧਮਕੀ ਹੈ ਵੀ ਅਸੀਂ ਬੜੇ ਬਾਹੂਬਲੀ। ਸੰਧਾਲੀਆ ਸਾਹਿਬ, ਪੰਨੂ ਸਾਹਿਬ ਨੇ ਵੀ ਪ੍ਰਾਈਮ ਡਿਸਕਸ਼ਨ ਦੇ ਵਿੱਚ ਬੜੀ ਲੰਬੀ ਚੌੜੀ ਚਰਚਾ ਇਸ ਮੁੱਦੇ ਤੇ ਕੀਤੀ। ਮੈਨੂੰ ਇਹਦੇ ਵਿੱਚ ਇੱਕ ਹੋਰ ਗੱਲ ਲੱਗਦੀ ਹੈ, ਕਿੰਨੀ ਵਾਰੀ ਖੇਤੀਬਾੜੀ ਮੰਤਰੀ ਜਿਹੜੇ ਕਿ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੇ, ਉਹ ਕਹਿੰਦੇ ਕਿ ਸਾਰੇ ਹੀ ਕਿਸਾਨ ਬਿਲਕੁਲ ਖੁਸ਼ ਨੇ। ਇਹ ਬਹੁਤ ਥੋੜੇ ਜਿਹੇ ਕਿਸਾਨ ਹੈ ਜਿਨ੍ਹਾਂ ਨੂੰ ਸਮਝਣ ਦੀ ਲੋੜ ਹੈ। ਕਿਸਾਨ ਤਾਂ ਅਸਲ ਦੇ ਵਿੱਚ ਖੇਤਾਂ 'ਚ ਕੰਮ ਕਰਦੇ ਆ, ਇਹ ਤਾਂ ਇਹਨਾਂ ਦੇ ਨਾਂ ਤੇ ਰਾਜਨੀਤੀ ਕਰਨ ਵਾਲੇ ਆ। ਜੇ ਉਹ ਥੋੜੇ ਜਿਹੇ ਹੀ ਆ, ਜੇ ਉਹਨਾਂ ਦੇ ਪੱਲੇ ਹੀ ਕੁਛ ਨਹੀਂ, ਜੇ 90% ਕਿਸਾਨ ਖੁਸ਼ ਨੇ, ਉਹ ਇਹਨਾਂ ਦੇ ਨਾਲ ਸਹਿਮਤ ਹੀ ਨਹੀਂ। ਇਹਦੇ ਬਾਵਜੂਦ ਵੀ ਜੇ ਦੇਸ਼ ਦੀ ਸਭ ਤੋਂ ਵੱਡੀ ਤੇ ਰਾਜ ਕਰਦੀ ਪਾਰਟੀ ਨੂੰ ਇਸ ਮੁੱਦੇ ਤੇ ਕਾਰਟੂਨ ਦੀ ਲੋੜ ਪੈਂਦੀ ਹੈ, ਉਹਦੇ ਤੋਂ ਸਾਫ਼ ਤੌਰ ਤੇ ਸਮਝਣਾ ਚਾਹੀਦਾ ਕਿ ਮਾਨਤਾ ਮਿਲਦੀ ਹੈ। ਜੇ ਪਾਰਲੀਮੈਂਟ ਦੇ ਵਿੱਚ ਜਾਂ ਬਾਹਰਲੇ ਪਾਸੇ ਖੜ ਕੇ ਮੰਤਰੀ ਸਾਹਿਬ ਨੂੰ ਕਹਿਣਾ ਪੈਂਦਾ ਕਿ ਅਸਲੀ ਪਾਰਲੀਮੈਂਟ ਤਾਂ ਆ ਭਾਈ, ਜੇ ਉਸ ਪਾਰਲੀਮੈਂਟ ਦਾ ਲੈਣਾ ਦੇਣਾ ਹੀ ਕੋਈ ਨਹੀਂ, ਜੇ ਤੁਹਾਡੇ ਦੇ ਉੱਤੇ ਪ੍ਰਭਾਵ ਹੀ ਕੋਈ ਨਹੀਂ, ਫਿਰ ਉਸ ਮੁੱਦੇ ਦੇ ਉੱਤੇ ਤਾਂ ਇੱਕ ਸ਼ਬਦ ਵੀ ਨਹੀਂ ਬੋਲਣਾ ਚਾਹੀਦਾ। ਅੱਜ ਉੱਤਰ ਪ੍ਰਦੇਸ਼ ਦੇ ਵਿੱਚ ਚੋਣਾਂ, ਪੱਛਮੀ ਬੰਗਾਲ ਦਾ ਸੌਦਾ ਦੇਖ ਲਿਆ ਕਿ ਖਰਾ ਕਿ ਖੋਟਾ। ਕਿਸਾਨਾਂ ਨੇ ਅਜੇ ਮਿਸ਼ਨ ਉੱਤਰ ਪ੍ਰਦੇਸ਼ ਸ਼ੁਰੂ ਕੀਤੇ ਆ, 5 ਦਿਨ ਹੋਏ ਆ, 5 ਹਫ਼ਤਾ ਪੂਰਾ ਨਹੀਂ ਹੋਇਆ, ਕਾਰਟੂਨ ਆਉਣ ਲੱਗ ਪਏ। ਚਾਹੇ ਉਹਨੂੰ ਧਮਕੀ ਕਹਿ ਲੈਣ, ਚਾਹੇ ਉਹਨੂੰ ਕੋਈ ਕੁਛ ਵੀ ਕਹਿ ਲਵੇ, ਪਰ ਇੰਨੀ ਗੱਲ ਬਿਲਕੁਲ ਕਲੀਅਰ ਹੋ ਗਈ ਹੈ ਕਿ 6 ਮਹੀਨਿਆਂ ਦੇ ਬਾਅਦ ਹੋਣ ਵਾਲੀਆਂ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ 'ਚ ਕਿਸਾਨਾਂ ਨੇ ਪ੍ਰਭਾਵ ਪਾਉਣਾ ਹੈ ਤੇ ਕਿਸਾਨਾਂ ਦੇ ਉਸ ਪ੍ਰਭਾਵ ਨੂੰ ਹਰ ਇੱਕ ਧਿਰ ਕਬੂਲਣ ਲੱਗ ਪਈ ਹੈ। ਤੇ ਜਿਸ ਦਿਨ ਉਹਨਾਂ ਨੇ ਮਿਸ਼ਨ ਯੂਪੀ ਦਾ ਐਲਾਨ ਕੀਤਾ ਸੀ, ਆਪਾਂ ਇਸੇ ਹੀ ਪ੍ਰਾਈਮ ਫੋਕਸ 'ਚ ਇਦਾਂ ਹੀ ਬੈਠ ਕੇ ਇੱਕ ਗੱਲ ਕੀਤੀ ਸੀ ਕਿ ਬੰਗਾਲ ਤੇ ਯੂਪੀ 'ਚ ਫਰਕ ਹੈ। ਯੂਪੀ 'ਚ ਬੀਜੇਪੀ ਦੀ ਸਰਕਾਰ ਹੈ, ਬੰਗਾਲ 'ਚ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਸੀ। ਕਿਸਾਨਾਂ ਦੇ ਲਈ ਸੁਖਾਲਾ ਨਹੀਂ ਹੋਣਾ, ਪਰ ਪਤਾ ਉਹਨਾਂ ਨੂੰ ਵੀ ਹੈਗਾ ਕਿ ਸੁਖਾਲਾ ਐਤਕੀ ਸਾਡੇ ਲਈ ਵੀ ਨਹੀਂਗਾ।
ਨਹੀਂ, ਪਰ ਇਹਦੇ ਤੋਂ ਨਾ ਮੈਂ ਇੱਕ ਚੀਜ਼ ਹੋਰ ਗਿਣਦਾ, ਮੈਨੂੰ ਇਹ ਲੱਗਦਾ ਕਿ ਸ਼ਾਇਦ ਇਹ ਕਾਰਟੂਨ ਕਹਿ ਲਓ ਕਿ ਹਾਲਾਂਕਿ ਉਹ ਆਪਣੇ ਆਪ ਨੂੰ ਐਸੋਸੀਏਟ ਕਰਨ ਇਹਦੇ ਨਾਲ ਨਾ ਕਰਨ, ਵੀ ਨਹੀਂ ਸਾਡਾ ਕੋਈ ਲੈਣਾ ਦੇਣਾ ਨਹੀਂ ਜੀ, ਇਹ ਕਿਤੇ ਇੱਦਾਂ ਦੇ ਨੇ ਕਿ ਵੀ ਇਨਡਾਇਰੈਕਟ ਵੇ ਨਾਲ, ਇਹ ਤਾਂ ਆਪਾਂ ਕਈ ਵਾਰ ਅੱਗੇ ਵੀ ਚਰਚਾ ਕਰ ਚੁੱਕੇ ਹਾਂ ਵੀ ਉੱਪਰੋਂ ਵੱਡੇ ਲੀਡਰ ਸਿਰਫ ਇਸ਼ਾਰਾ ਦਿੰਦੇ ਹੁੰਦੇ ਆ ਵੀ ਅਸਲ 'ਚ ਆਪਾਂ ਕਰਨਾ ਕੀ ਹੈ। ਇਸ ਕਾਰਟੂਨ ਨੂੰ ਇਸ਼ਾਰਾ ਮਾਤਰ ਸਮਝਿਆ ਜਾਵੇ ਕਿ ਜਿੱਦਣ ਤੁਹਾਡੇ ਕੋਲ ਇੱਥੇ ਕਿਸਾਨ ਆਉਣ, ਜਦੋਂ ਤੁਹਾਨੂੰ ਇੱਦਾਂ ਜੇ ਲੱਗੇ ਵੀ ਆਹ ਬੰਦੇ ਆ ਗਏ ਆ, ਤੇ ਹੌਲੀ ਹੌਲੀ ਜਿੱਦਾਂ ਜੋ ਬਾਹੂਬਲੀ ਸ਼ਬਦ ਉਹਨਾਂ ਨੇ ਵਰਤਿਆ, ਡਾਂਗ ਸੋਟੇ ਵਾਲਾ ਸ਼ਬਦ ਵਰਤਿਆ, ਵਾਲਾਂ ਤੋਂ ਫੜਨ ਵਾਲੀ ਗੱਲ ਫੜੀ ਹੈ। ਤੇ ਅੱਗੇ ਵੀ ਆਪਾਂ ਦਿੱਲੀ ਦੇ ਬਾਰਡਰਾਂ ਤੇ ਵੀ ਦੇਖਿਆ ਸੀ ਵੀ ਕੁਝ ਕੁ ਹੁੱਲੜਬਾਜ਼ ਆਉਂਦੇ ਨੇ, ਉਹ ਚਾਹੇ ਆਪਾਂ ਟਕੈ ਸਾਹਿਬ ਦੇ ਧਰਨੇ ਦੀ ਗੱਲ ਕਰ ਲਈਏ, ਚਾਹੇ ਆਪਾਂ ਸਿੰਘੂ ਬਾਰਡਰ ਦੀ ਗੱਲ ਕਰ ਲਈਏ। ਇਹ ਨਾ ਹੋਵੇ ਕਿ ਵੀ ਜਦੋਂ ਯੂਪੀ ਦੇ ਵਿੱਚ ਜਿਨ੍ਹਾਂ ਦੀ ਸਰਕਾਰ ਹੈ ਤਾਂ ਉੱਥੋਂ ਇੱਕ ਕਾਰਟੂਨ ਨੂੰ ਇਸ਼ਾਰਾ ਮਾਤਰ ਕਰਕੇ ਤੇ ਕੁਛ ਨਾ ਕੁਛ ਲੜਾਈ ਝਗੜੇ ਵਾਲੇ ਪਾਸੇ ਗੱਲ ਪਾਉਣ ਦੀ ਗੱਲ ਕੀਤੀ ਹੈ, ਕਿਉਂਕਿ ਇਹਦੇ 'ਚ ਆਪਾਂ ਨੂੰ ਇੱਕ ਹੁਣ ਅਗਲਾ ਬੰਦਾ ਚੁਣਿਆ ਹੋਇਆ ਮੈਂਬਰ ਪਾਰਲੀਮੈਂਟ ਆ, ਭਾਵੇਂ ਇਕੱਲਾ ਹੀ ਹੈ ਭਗਵੰਤ ਮਾਨ, ਉਹਦੀ ਇੱਕ ਦਿਨ ਪਹਿਲਾਂ ਦੀ ਸਟੇਟਮੈਂਟ ਹੈ ਕਿ ਵੀ ਮੋਦੀ ਸਾਹਿਬ ਚਾਹੁੰਦੇ ਆ ਵੀ ਲੜਾਈਏ ਤੇ ਰਾਜ ਕਰੀਏ। ਯਾਦ ਨਹੀਂ ਗੱਲ ਸੰਧਾਲੀਆ ਸਾਹਿਬ, ਇਹ ਤੁਹਾਡੀ ਗੱਲ ਦੇ ਵਿੱਚ ਵਜਨ ਹੈ। ਦੇਖੋ, ਮੈਨੂੰ ਇਹ ਲੱਗਦਾ ਕਿ ਜੇ ਕੋਈ ਫਰਕ ਨਾ ਪੈਣਾ ਹੁੰਦਾ ਜਾਂ ਏਡੇ ਹੀ ਤਕੜੇ ਬਾਹੂਬਲੀ ਹੁੰਦਾ ਤਾਂ ਕਾਰਟੂਨਾਂ ਦੀ ਲੋੜ ਨਹੀਂ ਸੀ ਪੈਣੀ, ਫਿਰ ਬੰਦਾ ਚੁੱਪ ਚਪੀਤੇ ਕੰਮ ਕਰਦਾ। ਇਹ ਤਾਂ ਸਿਰਫ ਇਹ ਆ ਕਿ ਭਾਈ ਜਿਹੜੇ ਬੰਦੇ ਕੱਚੇ ਜਾਂ ਜਿਹੜੇ ਅੱਧ ਵਿਚਾਲੇ ਆ, ਜੇ ਉਹ ਝੜ ਜਾਣ, ਪਹਿਲਾਂ ਹੀ ਡਰ ਜਾਣ ਤਾਂ ਕੋਈ ਗੱਲ ਨਹੀਂ, ਪਰ ਮੈਨੂੰ ਐਂ ਲੱਗਦਾ ਕਿ ਉਹ ਬੰਦੇ ਬਾਹਰੋਂ ਤਾਂ ਆਉਣਾ ਹੀ ਨਹੀਂ। ਉਹ ਬੰਦਿਆਂ ਨੇ ਦਿੱਲੀ ਦੇ ਬਾਰਡਰਾਂ ਤੋਂ ਨਹੀਂ ਆਉਣਾ। ਯੂਪੀ 'ਚ ਕਿਹੜਾ ਕਿਸਾਨ ਹੈ ਨਹੀਂ, ਯੂਪੀ 'ਚ ਕਿਹੜਾ ਸੁਸਾਈਡ ਨਹੀਂ ਹੁੰਦਾ, ਉੱਥੇ ਕਿਹੜਾ 12,000 ਕਰੋੜ ਰੁਪਈਆ ਗੰਨੇ ਦੇ ਕਾਸ਼ਤਕਾਰਾਂ ਦਾ ਦੇਣ ਵਾਲਾ ਨਹੀਂ, ਉੱਥੇ ਕਿਹੜਾ ਕਿਸਾਨਾਂ ਦੀਆਂ ਸਮੱਸਿਆਵਾਂ ਨਹੀਂ, ਉੱਥੇ ਕਿਹੜਾ ਕਿਸਾਨਾਂ ਨੂੰ ਮੁੱਲ ਪੂਰਾ ਮਿਲਦਾ। ਕਿਉਂਕਿ ਇੱਥੇ ਇਹ ਤਾਂ ਹੈ ਹੀ ਨਹੀਂ ਕਿ ਇੱਕ ਪਾਸੇ ਉਹਨਾਂ ਨੇ ਰੈਲੀ ਕਰਨੀ ਆ ਤੇ ਇੱਕ ਪਾਸੇ ਇਹਨਾਂ ਨੇ ਕਰਨੀ ਆ। ਉਹ ਤਾਂ ਬੰਗਾਲ ਦੇ ਵਿੱਚ ਤਾਂ ਜਾਣਾ ਪਿਆ ਸੀ ਕਿਉਂਕਿ ਉੱਥੇ ਕਿਸਾਨ ਇੰਨੇ ਇੱਕ ਦੂਜੇ ਦੇ ਨਾਲ ਮਿਲੇ ਨਹੀਂ ਹੋਏ, ਇੰਨੇ ਜਥੇਬੰਦ ਨਹੀਂ ਹੈਗੇ। ਯੂਪੀ ਦੇ ਵਿੱਚ ਤਾਂ ਜਥੇਬੰਦ ਬਹੁਤ ਨੇ, ਉੱਥੇ ਕਿਸੇ ਨੂੰ ਬਾਹਰੋਂ ਜਾਣ ਦੀ ਲੋੜ ਨਹੀਂ। ਜੇ ਪੰਜਾਬ ਤੇ ਹਰਿਆਣੇ ਦੇ ਕਿਸਾਨ ਉੱਥੇ ਨਾ ਵੀ ਜਾਣ ਤਾਂ ਵੀ ਯੂਪੀ ਦੇ ਅੰਦਰੋਂ ਪ੍ਰਚਾਰ ਬਥੇਰਾ ਹੋਣਾ, ਕਿਉਂਕਿ ਪਿਛਲੇ ਸਮੇਂ 'ਚ ਆਪਾਂ ਦੇਖਿਆ ਕਿ ਜਦੋਂ ਉੱਤਰਾਖੰਡ ਦੇ ਕਿਸਾਨ ਆਉਂਦੇ ਸੀ ਯੂਪੀ ਦੇ ਬਾਰਡਰ ਤੇ ਰੋਕ ਲੈਂਦੇ ਸੀ, ਯੂਪੀ ਵਾਲੇ ਕਿਸਾਨ ਜਾ ਕੇ ਉਹਨਾਂ ਦੀ ਮਦਦ ਕਰਦੇ ਸੀ ਕਿ ਭਾਈ ਇਹਨਾਂ ਨੂੰ ਲੰਘਣ ਦਿਓ। ਜਦੋਂ ਉੜੀਸਾ ਦੇ ਕਿਸਾਨਾਂ ਦੀਆਂ ਬੱਸਾਂ ਆਈਆਂ ਸੀ, ਕਦੇ ਇੱਧਰਲੀ ਸੜਕੇ ਪਾਤੀ, ਕਦੇ ਉੱਧਰਲੀ ਸੜਕੇ, ਉਹਨਾਂ ਰਾਹ 'ਚ ਰੋਟੀ ਕੌਣ ਦਿੰਦਾ ਸੀ? ਯੂਪੀ ਦੇ ਕਿਸਾਨ ਦਿੰਦੇ ਸੀ। ਆ ਪਿਛਲੇ ਸਮੇਂ ਦੇ ਵਿੱਚ ਯੂਪੀ ਦੀਆਂ ਬਹੁਤ ਸਾਰੀਆਂ ਸੜਕਾਂ ਦੇ ਕੋਲੇ ਧਰਨੇ ਲੱਗੇ, ਕਿਹਨਾਂ ਨੇ ਲਾਏ ਸੀ? ਪੰਜਾਬ ਤੇ ਹਰਿਆਣੇ ਵਾਲਿਆਂ ਨੇ ਥੋੜੀ ਲਾਏ ਸੀ। ਜਦੋਂ ਟਕੈਤ ਨੇ ਆਵਾਜ਼ ਮਾਰੀ ਸੀ ਕਿ ਭਾਈ ਮੈਂ ਤਾਂ ਇੱਥੇ ਮਰ ਜੂ ਜੇ ਮੇਰੇ ਬੰਦਿਆਂ ਨੂੰ ਕੁਝ ਆਖਿਆ, ਹਰਿਆਣੇ 'ਚੋਂ ਟਰਾਲੀਆਂ ਗਈਆਂ ਸੀ, ਯੂਪੀ 'ਚੋਂ ਵੀ ਆਈਆਂ ਸੀ। ਇਸ ਕਰਕੇ ਉਹ ਸਾਰੀ ਪ੍ਰਕਿਰਿਆ ਦੱਸਦੀ ਹੈ ਕਿ ਇਹ ਸਿਆਸਤ ਦੀ ਖੇਡ ਹੈ, ਦਬਾਅ ਪਾਉਣ ਦੀ ਖੇਡ ਹੈ, ਪਰ ਜਿਸ ਪੱਧਰ ਦੇ ਉੱਤੇ ਕਿਸਾਨਾਂ ਦਾ ਕੰਮ ਪਹੁੰਚ ਗਿਆ, ਲੱਗਦਾ ਨਹੀਂ ਕਿ ਦਾਅ ਬਿਠਾਉਣਗੇ। ਨਹੀਂ, ਚਲੋ ਚੰਗੀ ਗੱਲ ਨਾ ਆਵੇ, ਪਰ ਇਹਦੇ 'ਚ ਇੱਕ ਗੱਲ ਤਾਂ ਹੈਗੀ ਹੈ ਕੰਡੈਮ ਕਰਨ ਵਾਲੀ ਕਿ ਵੀ ਜੇ ਸਿਆਸਤਦਾਨ ਇੱਦਾਂ ਚਾਹੁਣ ਕਿ ਆਪਾਂ ਇਹ ਸਾਰੇ ਕੁਝ ਨੂੰ ਲੜਾਈ ਝਗੜੇ ਵਾਲੇ ਰਾਹ ਪਾਉਣਾ, ਕੱਲ੍ਹ ਨੂੰ ਕਿਸੇ ਦੇ ਸੱਟ ਪੇਟ ਲੱਗੇ ਜਾਂ ਕੋਈ ਹੋਰ ਜਾਨੀ ਮਾਲੀ ਨੁਕਸਾਨ ਹੋਵੇ, ਉਹ ਮਾੜੀ ਚੀਜ਼ ਹੈ। ਕਿਉਂਕਿ ਜਿਹੜੀ ਚੀਜ਼ ਗੱਲਬਾਤ ਨਾਲ ਹੱਲ ਹੋ ਸਕਦੀ ਹੈ, ਅਗਲੇ ਚਾਹੁੰਦੇ ਨੇ ਵੀ ਸਾਡੇ ਨਾਲ ਕਰ ਲਓ। ਜੇ ਉਸ ਰਾਹ 'ਤੇ ਆਉਣ ਦੇ ਵੀ ਆਪਾਂ ਇਸ ਪਾਸੇ ਤੁਰਦੇ ਹਾਂ ਵੀ ਝਗੜੇ 'ਚ ਪਾ ਲਓ ਗੱਲ, ਕਿਉਂਕਿ ਇੱਕ ਤਰ੍ਹਾਂ ਗੱਲ ਜਦੋਂ ਝਗੜੇ 'ਚ ਪੈਂਦੀ ਹੈ ਤਾਂ ਫਿਰ ਗੱਲ ਤੁਹਾਡੀ ਠੀਕ ਹੈ ਵੀ ਕਈ ਕੱਚੇ ਬੰਦੇ ਝੜ ਵੀ ਜਾਂਦੇ ਆ ਤੇ ਲੋਕਾਂ 'ਚ ਵੀ ਪ੍ਰਭਾਵ ਜਾਂਦਾ ਵੀ ਯਾਰ ਇਹ ਤਾਂ ਤੁਸੀਂ ਕਹਿੰਦੇ ਚੰਗੇ ਹੈ ਤਾਂ ਲੜਾਈ ਝਗੜੇ ਵਾਲੇ ਬੰਦੇ, ਜੇ ਇੱਧਰ ਨੂੰ ਖੜਦੀ ਹੈ ਸਰਕਾਰ ਤੇ ਮਾੜੀ ਗੱਲ ਜੀ। ਨਹੀਂ, ਬਹੁਤ ਮਾੜੀ ਹੈ ਸੰਧਾਲੀਆ ਸਾਹਿਬ। ਹੁਣ ਆਪਾਂ ਥੋੜ੍ਹਾ ਜਿਹਾ ਪੰਜਾਬ ਵਾਲੇ ਪਾਸੇ ਨੂੰ ਆਈਏ। ਜਲੰਧਰ ਦੇ ਵਿੱਚ ਇੱਕ ਸਮਾਗਮ ਹੁੰਦਾ, ਉਹ ਸਮਾਗਮ ਹੁੰਦਾ ਕਾਂਗਰਸ ਪਾਰਟੀ ਦਾ। ਉਹਦੇ ਵਿੱਚ ਪੱਤਰਕਾਰ ਬਾਰ-ਬਾਰ ਸਵਾਲ ਪੁੱਛਣ ਦੀ ਕੋਸ਼ਿਸ਼ ਕਰਦੇ ਆ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਕਿ ਭਾਈ ਸਿੱਧੂ ਸਾਹਿਬ ਕੀ ਹਾਲ ਹੈ, ਦੱਸੋ ਫਿਰ ਆਹ ਵੀ ਗੱਲ ਦੱਸੋ। ਉਹ ਕਹਿੰਦੇ ਤੁਹਾਡੀ ਗੱਲ ਦੇ ਉੱਤੇ ਮੈਂ ਬੋਲਣਾ ਕੁਛ ਨਹੀਂ, ਮੂੰਹ ਦੇ ਉੱਤੇ ਰੱਖ ਲਈਆਂ ਉਂਗਲਾਂ, ਪਰ ਆਪਣੀ ਗੱਲ ਸਾਰੀ ਆਖ ਕੇ ਗਏ। ਉਹੀ ਨਸ਼ਿਆਂ ਦਾ ਮੁੱਦਾ ਕਿ ਵੱਡੇ ਬੰਦੇ ਫੜੋ, ਉਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ ਕਿ ਭਾਈ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਓ, ਉਹੀ ਕਰਮਚਾਰੀਆਂ ਦਾ ਮੁੱਦਾ ਕਿ ਛੇਤੀ ਤੋਂ ਛੇਤੀ ਇਹਨਾਂ ਦੀਆਂ ਮੰਗਾਂ ਪ੍ਰਵਾਨ ਕਰੋ, ਤੇ ਸਭ ਤੋਂ ਵੱਡੀ ਗੱਲ ਬਿਜਲੀ ਦੀ। ਕੈਪਟਨ ਅਮਰਿੰਦਰ ਸਿੰਘ ਜਦੋਂ ਪਾਵਰਕਾਮ ਨੂੰ ਚਿੱਠੀ ਲਿਖਦੇ ਆ ਕਿ ਭਾਈ ਰੀਵਿਊ ਕਰੋ, ਤਲਵੰਡੀ ਸਾਬੋ ਵਾਲਾ ਜੇ ਰੱਦ ਕਰਨਾ ਪੈਂਦਾ ਤਾਂ ਰੱਦ ਕਰ ਦਿਓ, ਸਮਾਂ ਨਹੀਂ ਦਿੰਦੇ, ਸਮਾਂਬੱਧ ਨਹੀਂ ਕਰਦੇ। ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਕਿ ਕਿਹੜੇ ਬੰਦੇ ਨੇ ਕਿੰਨਾ ਯਤਨ ਕੀਤਾ, ਕਿੰਨੀ ਟਰਾਈ ਕੀਤੀ, ਕਿੰਨੀ ਕੋਸ਼ਿਸ਼ ਕੀਤੀ। ਪੰਜਾਬ ਦੇ ਲੋਕ ਉਸ ਬੰਦੇ ਨੂੰ ਕਾਬਿਲ ਮੰਨਣਗੇ ਜਿਹੜਾ ਕੰਮ ਕਰਕੇ ਦਿਖਾਊਗਾ, ਜਿਹੜਾ ਕੰਮ ਪੂਰਾ ਕਰ ਦਊਗਾ। ਹੁਣ ਭਲਕ ਨੂੰ ਕੋਈ ਬੰਦਾ ਕਹੇ ਮੈਂ ਤਾਂ ਚਿੱਠੀ ਲਿਖਤੀ ਸੀ, ਭਲਕ ਨੂੰ ਕੋਈ ਬੰਦਾ ਆਖੇ ਕਿ ਭਾਈ ਪਿਛਲੇ ਸਮਝੌਤੇ ਕਰ ਗਿਆ ਸੀ, ਮੇਰੇ ਕੋਲ ਤਾਂ ਆ ਨਹੀਂ ਕਰ ਹੋਏ, ਭਲਕ ਨੂੰ ਕੋਈ ਬੰਦਾ ਆਖੇ ਕਿ ਬਿਜਲੀ ਦੇਣੀ ਕਿੱਥੋਂ ਹੈ। ਜਾਣੀ ਕਿ ਇਹ ਚੰਗੀ ਗੱਲ ਹੈ ਕਿ ਪੰਜਾਬ ਦੇ ਵਿੱਚ ਸਿਆਸਤਦਾਨ ਉਸ ਗੱਲ ਤੇ ਆਉਣ ਲੱਗਿਆ ਕਿ ਭਾਈ ਆਪਾਂ ਇਦਾਂ ਨਾ ਕਰੀਏ ਕਿ ਉਹ ਅਦਾਲਤ 'ਚ ਹੈ ਜੀ ਮਸਲਾ, ਉਹ ਫਲਾਨੀ ਥਾਂ ਹੈ ਜੀ ਮਸਲਾ। ਜੇ ਹੁਣ ਉਹ ਕਹਿੰਦੇ ਕਿ ਕਾਬਲ ਬੰਦਾ ਉਹੀ ਹੈ ਜਿਹੜਾ ਕੰਮ ਕਰਕੇ ਦਿਖਾਊਗਾ, ਤੇ ਕੰਮ ਤਾਂ ਫਿਰ ਬਿਜਲੀ ਸਮਝੌਤੇ ਰੱਦ ਕਰਨ ਦਾ ਮੈਨੂੰ ਲੱਗਦਾ ਲੀਕ ਵੱਡੀ ਖਿੱਚਦੀ ਹੈ। ਨਹੀਂ, ਖਿੱਚੀ ਹੈ, ਬਿਲਕੁਲ ਖਿੱਚੀ ਹੈ। ਬਾਕੀ ਮੈਨੂੰ ਇਹ ਵੀ ਯਾਦ ਆ ਵੀ ਜਿਸ ਹਿਸਾਬ ਨਾਲ ਹੁਣ ਸਿੱਧੂ ਸਾਹਿਬ ਪਹਿਲਾਂ ਬੜਿਆਂ ਲੋਕਾਂ ਨੇ ਸ਼ਿਕਾਇਤ ਕੀਤੀ, ਲੈ ਸਿੱਧੂ ਘਰੇ ਬੈਠਾ, ਲੈ ਸਿੱਧੂ ਬੋਲਦਾ ਨਹੀਂ, ਫਿਰ ਉਹ ਲੈ ਸਿੱਧੂ ਘਰੋਂ ਟਵੀਟ ਕਰੀ ਜਾਂਦਾ, ਉਹਨੂੰ ਚਾਹੀਦਾ ਬਾਹਰ ਆਵੇ। ਹੁਣ ਮੇਰੇ ਖਿਆਲ ਨਾਲ ਜਿਹੜੀ ਜ਼ਿੰਮੇਵਾਰੀ ਚਲੋ ਉਹ ਦਿੱਤੀ ਤਾਂ ਕਾਂਗਰਸ ਹਾਈ ਕਮਾਨ ਨੇ, ਉਹ ਜਾਣਨ ਉਹਨਾਂ ਦਾ ਜਾਣੇ ਕੰਮ,
ਪਰ ਉਸ ਹਾਈ ਕਮਾਨ ਤੋਂ ਬਾਅਦ ਜਾਂ ਕੁਰਸੀ ਤੋਂ ਬਾਅਦ ਉਸ ਅਹੁਦੇਦਾਰੀ ਤੋਂ ਬਾਅਦ ਜਿਸ ਹਿਸਾਬ ਨਾਲ ਸਿੱਧੂ ਸਾਹਿਬ ਨੇ ਰੇਸ ਫੜੀ ਆ ਵੀ ਕਦੀ ਦਿੱਲੀ, ਫਿਰ ਚੰਡੀਗੜ੍ਹ, ਫਿਰ ਵਿੱਚ ਜਲੰਧਰ, ਫਿਰ ਜਲੰਧਰੋਂ ਲੁਧਿਆਣੇ, ਤੇ ਕੱਲੇ ਕੱਲੇ ਵਰਕਰ ਕੋਲ ਜਾਣਾ, ਕੱਲੇ ਕੱਲੇ ਮੁੱਦੇ ਦੇ ਉੱਪਰ ਬੋਲਣਾ, ਉਹਦੇ ਤੋਂ ਇਹ ਗੱਲ ਤੇ ਕਿਤੇ ਨਾ ਕਿਤੇ ਜਾਪਦੀ ਆ ਵੀ ਸ਼ਾਇਦ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਸਰਗਰਮੀ ਹੋਈ ਉਹ ਅਜੇ ਕੰਪਲੀਟ ਨਹੀਂ ਹੋਈ, ਉਹਦਾ ਕਲਾਈਮੈਕਸ ਅਜੇ ਅਧੂਰਾ 15 ਦਿਨਾਂ ਨੂੰ ਅਜੇ, ਮਹੀਨੇ ਨੂੰ ਅਜੇ, ਦੋਵਾਂ ਨੂੰ ਅਜੇ ਆਊਗਾ। ਅਗਸਤ ਮਹੀਨਾ ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਦੇ ਵਿੱਚ ਵੱਡੀ ਉਥਲ-ਪੁਥਲ ਹੋਣਾ, ਕੋਈ ਨਾ ਕੋਈ ਪੰਗਾ ਤਾਂ ਜਿਹੜਾ ਉਹ ਪੈ ਜਾਣਾ। ਤੁਸੀਂ ਇਹ ਦੇਖੋ ਕਿ ਨਵਜੋਤ ਸਿੰਘ ਸਿੱਧੂ ਨੇ ਕੰਮ ਕੀ ਸ਼ੁਰੂ ਕੀਤਾ, ਜਲੰਧਰ ਦੇ ਸਾਰੇ ਵਿਧਾਇਕ ਐਮਪੀ ਜਿੰਨੇ ਵੀ ਵੱਡੇ ਲੀਡਰ ਸੀ, ਜ਼ਿਲ੍ਹਾ ਪ੍ਰਧਾਨ ਕੋ ਬਲਾਕ ਪ੍ਰਧਾਨ, ਸਾਰੇ ਹੀ ਕਾਂਗਰਸੀ ਸੱਦ ਲੈ, ਨਾਲ ਬੈਠ ਕੇ ਗੱਲਾਂ ਵੀ ਕੀਤੀਆਂ, ਇਹ ਵੀ ਕਿਹਾ ਕਿ ਤੁਸੀਂ ਤਾਂ ਮੇਰੀ ਪੱਗ ਦੇ ਲਾੜੋ, ਆਪਾਂ ਨੂੰ ਠੋਕ ਵਜਾ ਕੇ ਕੰਮ ਕਰਨਾ। ਕਾਂਗਰਸੀਆਂ 'ਚ ਜੋਸ਼ ਸੀਗਾ। ਪਹਿਲਾਂ ਸਵੇਰੇ ਜਲੰਧਰ ਵਾਲਿਆਂ ਨੇ ਕੀਤੀ, ਸ਼ਾਮ ਨੂੰ ਕਪੂਰਥਲੇ ਵਾਲੇ ਸੱਦ ਲੈ, ਉਸੇ ਜਲੰਧਰ ਵਾਲੇ ਦਫ਼ਤਰ 'ਚ ਹੀ। ਹਾਲਾਂਕਿ 3 ਕਾਂਗਰਸ ਦੇ ਵੱਡੇ ਲੀਡਰ ਸਿੱਧੂ ਸਾਹਿਬ ਦੇ ਕੋਲ ਆਏ ਨਹੀਂ, ਪਰ ਵਰਕਰ ਆਏ। ਹੁਣ ਇਹਦਾ ਮਤਲਬ ਜੇ ਇੱਕ ਦਿਨ ਦੇ ਵਿੱਚ 2-2 ਜ਼ਿਲ੍ਹਿਆਂ ਵਾਲਾ ਕੰਮ ਸ਼ੁਰੂ ਕਰਤਾ, ਉਹ ਕਹਿੰਦੇ ਸੀ ਨਾ ਮੈਂ 15 ਅਗਸਤ ਤੋਂ ਲਾ ਲੈਣਾ ਬਿਸਤਰਾ ਇੱਥੇ, 15 ਅਗਸਤ ਤੱਕ ਤੇ ਮੰਨ ਲਓ ਸਾਰੇ ਜ਼ਿਲ੍ਹਿਆਂ ਦੇ ਵਰਕਰਾਂ ਨੂੰ ਵੀ ਮਿਲ ਜਾਣਗੇ। ਇਹਦਾ ਮਤਲਬ ਹੈ ਕਿ ਸਾਰੇ ਵਿਧਾਇਕਾਂ ਨੂੰ, ਸਾਰੇ ਜ਼ਿਲ੍ਹਾ ਪ੍ਰਧਾਨਾਂ ਨੂੰ, ਸਾਰੇ ਬਲਾਕ ਪ੍ਰਧਾਨਾਂ ਨੂੰ ਵੀ ਮਿਲ ਜਾਣਗੇ। ਤੇ ਜੇ ਉਹਨਾਂ ਦੀ ਹਾਜ਼ਰੀ 'ਚ ਕਹਿੰਦੇ ਆ, ਉਹਨਾਂ ਦੀ ਹਾਜ਼ਰੀ 'ਚ ਆਖਿਆ ਨਾ ਕਿ ਭਾਈ ਬਿਜਲੀ ਸਮਝੌਤੇ ਰੱਦ ਕਰਨੇ ਪੈਣੇ ਆ, ਨਸ਼ਾ ਤਸਕਰ ਵੱਡੇ ਜਿਹੜੇ ਫੜਨੇ ਪੈਣੇ ਆ, ਸੋਲਰ ਬਿਜਲੀ ਦੀ ਫੇਰ ਗੱਲ ਕਰਤੀ ਕਿ 1 ਰੁਪਈਆ 99 ਪੈਸੇ ਦੀ ਪੈਂਦੀ ਹੈ, ਇੱਕ ਸਾਬਕਾ ਮੰਤਰੀ ਦਾ ਨਾਂ ਲੈ ਕੇ ਗੱਲਾਂ ਕੀਤੀਆਂ। ਫਿਰ ਵਰਕਰ ਜਿਹੜੇ ਆ ਜਿਨ੍ਹਾਂ ਨੂੰ ਪਿੰਡਾਂ ਦੇ ਵਿੱਚ ਇਸ ਲਈ ਜਵਾਬ ਕੋਈ ਨਹੀਂ ਲੱਭਦਾ, ਹੋ ਸਕਦਾ ਕਿ ਸਿੱਧੂ ਸਾਹਿਬ ਦੀਆਂ ਗੱਲਾਂ 'ਚ ਜਵਾਬ ਲੱਭੇ। ਨਹੀਂ, ਜਵਾਬ ਲੱਭੂਗਾ। ਵੱਡੀ ਗੱਲ ਜਿਹੜੀ ਮੇਰਾ ਖਿਆਲ ਨੋਟ ਕਰਨ ਵਾਲੀ ਹੈ, ਲੁਧਿਆਣੇ ਜਾ ਕੇ ਕੀਤੀ ਉਹਨਾਂ ਨੇ, ਜਿੱਥੇ ਉਹਨਾਂ ਦਾ ਇੱਕ ਵਰਕਰ ਪਿਛਲੇ ਦਿਨੀ ਖੁਦਕੁਸ਼ੀ ਕਰ ਗਿਆ, ਤੇ ਉਸ ਤੋਂ ਬਾਅਦ ਉਹਨੇ ਜਿੱਦਾਂ ਨਾਂ ਲਿਆ ਵੀ ਫਲਾਣੇ ਕਰਕੇ ਆ ਸਾਰਾ ਕੁਝ ਕੀਤਾ, ਐਂਡ ਉਹਦੀ ਜਾ ਕੇ ਪਿੱਠ ਤੇ ਖੜਨਾ, ਇਹ ਕਿਹਾ ਜਾਣਾ ਵੀ ਭਾਈ ਸਾਹਿਬ ਇਹ ਜਿਹੜਾ ਵੀ ਮਾਮਲਾ ਹੈਗਾ ਛੇਤੀ ਤੋਂ ਪਹਿਲਾਂ ਕਾਰਵਾਈ ਚਾਹੀਦੀ ਤੇ ਇਨਸਾਫ ਚਾਹੀਦਾ। ਇਹਦਾ ਮਤਲਬ ਇਹ ਹੋ ਗਿਆ ਵੀ ਇਹ ਗੱਲਾਂ ਆਪਾਂ ਜੇ ਇਸ ਤੋਂ ਪਹਿਲਾਂ ਦੇਖੀਏ ਤੇ ਸੁਖਬੀਰ ਬਾਦਲ ਨਹੀਂ ਕਰਦੇ ਹੁੰਦੇ ਵੀ ਜੇ ਸਾਡੇ ਵਰਕਰਾਂ ਦੇ ਪਰਚੇ ਕੀਤੇ, ਆ ਮੈਂ ਡੈਰੀ ਲਾਈ ਆ, ਮੈਂ ਨੋਟ ਕਰ ਲਿਆ ਅਫਸਰ ਦਾ ਨਾਂ, ਦੇਖਿਓ ਬਣਦਾ ਕੀ ਆ ਫਿਰ, ਹੈ ਨਾ, ਲਾਲ ਰੰਗ ਉਹ ਜਿਹੜੇ ਬੰਦੇ ਅੱਗੇ ਬੈਠੇ ਹੁੰਦੇ ਉਹਨਾਂ ਨੂੰ ਲੱਗਦਾ ਯਾਰ ਵੀ ਆ ਪ੍ਰਧਾਨ ਸਾਡੇ ਨੇ ਸਾਡੀ ਗੱਲ ਸੁਣੀ ਹੈ ਯਾਰ, ਜੇ ਕੱਲ ਨੂੰ ਕੋਈ ਗੱਲ ਹੋ ਗਈ ਤੇ ਬੰਦੇ ਨਾਲ ਖਲੋਤੇ ਆ। ਹੁਣ ਇਹ ਕਾਂਗਰਸ ਪਾਰਟੀ ਦੇ ਵਿੱਚ ਹੁਣ ਤੱਕ ਸਰਕਾਰ ਹੋਣ ਦੇ ਬਾਵਜੂਦ ਵੀ ਮਿਸਿੰਗ ਸੀ ਗੱਲ ਜੀ। ਹੁਣ ਜੇ ਇੱਕ ਨਵਾਂ ਪ੍ਰਧਾਨ ਬਣ ਕੇ ਨਵਜੋਤ ਸਿੰਘ ਸਿੱਧੂ ਹੋਰੀ ਇਹ ਗੱਲ ਕਹਿੰਦੇ ਆ ਵੀ ਭਾਈ ਆ ਵਰਕਰ ਮੇਰੇ ਨਾਲ ਆਹ ਗੱਲ ਹੋ ਗਈ, ਤੇ ਨਾਲੇ ਤਾਂ ਕਾਂਗਰਸ ਪਾਰਟੀ ਦੀ ਤਰਫੋਂ 10 ਲੱਖ ਦਾ ਐਲਾਨ ਵੀ ਕੀਤਾ ਵੀ ਮੈਂ ਮਦਦ ਕਰੂੰਗਾ, ਨਾਲਾਂ ਦੇ ਵੀ ਭਾਈ ਸਾਹਿਬ SSP ਸਾਹਿਬ ਨੂੰ ਆਖਿਆ ਵੀ ਭਾਈ ਸਾਹਿਬ ਕਰੋ ਕੁਛ ਨਾ ਕੁਛ। ਇਹ ਤੋਂ ਬਾਕੀ ਪੂਰੇ ਪੰਜਾਬ 'ਚ ਵਰਕਰਾਂ 'ਚ ਪ੍ਰਭਾਵ ਤੇ ਜਾਊਗਾ ਵੀ ਯਾਰ ਨਵਾਂ ਪ੍ਰਧਾਨ ਸਾਡੇ ਨਾਲ ਖੜਦਾ ਤੇ ਹੈ। ਸੰਧਾਲੀਆ ਸਾਹਿਬ, ਸੁਖਬੀਰ ਸਿੰਘ ਬਾਦਲ ਤੇ ਸਿੱਧੂ ਸਾਹਿਬ ਦੇ ਕੰਮ ਕਰਨ 'ਚ ਇੱਕ ਫਰਕ ਹੈ। ਉਹ ਵਿਰੋਧੀ ਧਿਰ 'ਚ ਹੁੰਦੇ ਡੈਰੀ ਚੱਕਦੇ, ਇਹਨਾਂ ਦੀ ਆਪਦੀ ਸਰਕਾਰ ਇਹਨਾਂ ਨੂੰ ਡੈਰੀ ਚੱਕਣੀ ਪੈਂਦੀ ਹੈ। ਵੈਸੇ ਗੱਲ ਹੈ, ਤਾਈਓ ਤੇ ਆਪਾਂ ਕਹਿਣ ਡਿਆ ਵੀ ਅਜੇ ਕਲਾਈਮੈਕਸ ਅਧੂਰਾ। ਅਗਸਤ ਮਹੀਨੇ 'ਚ ਕੁਛ ਨਾ ਕੁਛ, ਅਗਸਤ ਮਹੀਨਾ ਵੈਸੇ ਇਦਾਂ ਦਾ ਹੁੰਦਾ ਜਿਹਦੇ ਵਿੱਚ ਕੋਈ ਪਤਾ ਨਹੀਂ ਕਦੋਂ ਸ਼ਰਾਟਾ ਆ ਜਾਣਾ, ਕੋਈ ਪਤਾ ਨਹੀਂ ਕਦੋਂ ਹੁਮਸ ਹੋ ਜਾਣੀ ਹੈ, ਕੋਈ ਪਤਾ ਨਹੀਂ ਕਦੋਂ ਹਨੇਰੀਆਂ ਆ ਜਾਣੀਆਂ। ਇਸ ਕਰਕੇ ਬੀਬੀਆਂ ਕਹਿੰਦੀਆਂ ਕੱਪੜਿਆਂ ਦੇ ਉੱਤੇ ਚੁੰਡੀ ਲਾ ਕੇ ਸੁੱਕਣੇ ਪਾਇਓ, ਨਹੀਂ ਤਾਂ ਗੁਆਂਢੀਆਂ ਦੇ ਵਿਹੜੇ 'ਚੋਂ ਲੱਭਣੇ ਆ। ਇਸ ਕਰਕੇ ਕਾਂਗਰਸੀ ਐਤਕੀ ਚੁੰਡੀਆਂ ਲਾ ਕੇ ਰੱਖਣ ਤਾਂ ਵਧੀਆ। ਸੰਧਾਲੀਆ ਸਾਹਿਬ ਜਿਹੜਾ ਵਰਕਰ ਸੀ ਉਹ ਕਾਂਗਰਸ ਪਾਰਟੀ ਨਾਲ ਪੁਰਾਣਾ ਜੁੜਿਆ ਆ, ਵੱਖ-ਵੱਖ ਸੂਬਿਆਂ ਦੇ ਵਿੱਚ ਅਬਜ਼ਰਵਰ ਬਣ ਕੇ ਵੀ ਜਾਂਦਾ ਸੀ। ਉਹਨੇ ਵੀਡੀਓ ਬਿਆਨ ਆਪਣਾ ਜਿਹੜਾ ਜਾਰੀ ਕੀਤਾ ਸਿੱਧੂ ਸਾਹਿਬ ਦੇ ਨਾਂ ਕਿ ਸਿੱਧੂ ਸਾਹਿਬ ਤੁਸੀਂ ਕਾਂਗਰਸ ਦੇ ਪ੍ਰਧਾਨ ਬਣੇ ਹੋ, ਆਪਣੀ ਪਾਰਟੀ ਦੀ ਸਰਕਾਰ ਹੈ, ਮੇਰਾ ਪਲਾਟ ਦਾ ਝਗੜਾ, ਕਸੂਰ ਮੇਰਾ ਕੋਈ ਨਹੀਂ, ਪਰ ਮੈਂ ਦੁਖੀ ਹੋ ਗਿਆ, ਮੈਨੂੰ ਇਨਸਾਫ ਆਪਣੀ ਸਰਕਾਰ 'ਚ ਨਹੀਂ ਮਿਲਿਆ, ਸੁਸਾਈਡ ਕਰ ਗਿਆ। ਨਵਜੋਤ ਸਿੰਘ ਸਿੱਧੂ ਮੈਨੂੰ ਲੱਗਦਾ ਕਿ ਇੱਕ ਪੁਰਾਣੀ ਕਮਜ਼ੋਰੀ ਨੂੰ ਆਪਣੀ ਇਸ ਲਈ ਤਾਕਤ ਬਣਾ ਰਿਹਾ, ਕਿਉਂਕਿ ਕੈਪਟਨ ਸਾਹਿਬ ਦੇ ਬਾਬਤ ਇਹੀ ਹੁੰਦਾ ਨੇ, ਕਈ MLA ਕਹਿੰਦੇ ਸਾਨੂੰ ਮਿਲਦੇ ਨਹੀਂ। ਇਹ ਬੰਦਾ ਜੇ ਵਰਕਰ ਦੇ ਘਰ ਜਾ ਬੈਠਦਾ ਤਾਂ ਫਿਰ ਆਮ ਵਰਕਰਾਂ ਦੇ ਵਿੱਚੋਂ ਕੀ ਪ੍ਰੈਸ਼ਰ ਜਾਊਗਾ ਉੱਪਰ ਤੱਕ, ਆਮ ਵਰਕਰਾਂ ਦੇ ਵਿੱਚੋਂ ਗੱਲ ਕਿੱਧਰ ਨੂੰ ਜਾਊਗੀ। ਹੁਣ ਇਹਦੇ ਨਾਲ ਇੱਕ ਗੱਲ ਤਾਂ ਕਲੀਅਰ ਹੋ ਗਈ ਕਿ ਸਿਸਟਮ ਦੇ ਵਿੱਚੋਂ ਜੇ ਕਾਂਗਰਸੀ ਵਰਕਰਾਂ ਨੂੰ ਇਨਸਾਫ ਨਹੀਂ ਹੈਗਾ, ਵਿਰੋਧੀ ਪਾਰਟੀ ਵਾਲਿਆਂ ਨੂੰ ਇਨਸਾਫ ਕਿੱਥੋਂ ਆਊਗਾ। ਤੇ ਨਾਲ ਦੀ ਨਾਲ ਹੁਣ ਤੁਸੀਂ ਇਹ ਦੇਖੋ ਕਿ ਕਹਾਣੀ ਵੋਟਾਂ ਵਾਲੇ ਪਾਸੇ ਕਿੱਦਾਂ ਜਾਂਦੀ ਹੈ। ਪਿਛਲੇ ਦਿਨੀ ਅਕਾਲੀ ਦਲ ਨੇ ਕਿਹਾ ਸੀ ਨਾ ਕਿ ਜੇ ਸਾਡੀ ਸਰਕਾਰ ਬਣ ਗਈ ਇੱਕ SC ਭਾਈਚਾਰੇ ਚੋਂ ਡਿਪਟੀ ਮੁੱਖ ਮੰਤਰੀ ਹੋਏਗਾ ਜੀ। ਭਾਜਪਾ ਨੇ ਕਹਿਤਾ ਸੀ ਕਿ ਮੁੱਖ ਮੰਤਰੀ ਹੀ SC ਭਾਈਚਾਰੇ ਚੋਂ ਹੋਏਗਾ। ਇਹਦੇ ਤੋਂ ਬਿਨਾਂ ਕਾਂਗਰਸ ਪਾਰਟੀ ਦੇ ਅੰਦਰ ਵੀ ਗੱਲ ਚੱਲਦੀ ਸੀ। ਹੁਣ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਿੰਨੇ ਕਾਂਗਰਸ ਦੇ SC ਭਾਈਚਾਰੇ ਦੇ ਨਾਲ ਸੰਬੰਧਿਤ ਵਿਧਾਇਕ ਨੇ ਸਾਰਿਆਂ ਦੀ ਮੀਟਿੰਗ ਸੱਦ ਲਈ ਕਿ ਭਾਈ ਆਓ ਆਪਾਂ ਗੱਲਬਾਤ ਕਰੀਏ, ਆਪਾਂ ਭਾਈਚਾਰੇ ਦੀ ਮਦਦ ਕਿਵੇਂ ਕਰ ਸਕਦੇ ਹਾਂ, ਉਹਨਾਂ ਦੇ ਨਾਲ ਸੰਬੰਧਿਤ ਸਕੀਮਾਂ ਨੂੰ ਲਾਗੂ ਕਿਵੇਂ ਕਰ ਸਕਦੇ ਹਾਂ। ਤੇ ਉਧਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਅੱਜ ਕੱਲ੍ਹ ਬੜੇ ਤੇਜ਼ ਹੋ ਗਏ, ਗਤੀਸ਼ੀਲ ਹੋ ਗਏ। ਉਹ ਇੱਕ SC ਭਲਾਈ ਬਿੱਲ ਲੈ ਕੇ ਆਉਣ ਲੱਗੇ ਆ, SC ਭਲਾਈ ਬਿੱਲ। ਹੁਣ ਉਹ ਕੀ ਹੈ ਸੰਧਾਲੀਆ ਸਾਹਿਬ, ਪਿਛਲੇ 4.5 ਸਾਲਾਂ ਤੋਂ ਪੰਜਾਬ ਦੇ ਵਿੱਚ ਉਹ 32.32% ਦੇ ਕਰੀਬ ਸਾਡਾ SC ਭਾਈਚਾਰਾ ਪੰਜਾਬ 'ਚ ਹੀ ਵਸਦਾ। ਜੇ ਉਹ ਅੱਜ ਲੱਗਦਾ ਕਿ ਭਾਈ ਉਹਨਾਂ ਦੀ ਭਲਾਈ ਦੇ ਲਈ ਕੋਈ ਬਿੱਲ ਚਾਹੀਦਾ, ਕੋਈ ਕਾਨੂੰਨ ਚਾਹੀਦਾ,
ਵਿਧਾਨ ਸਭਾ ਦੇ ਵਿੱਚ ਕੁਝ ਪੇਸ਼ ਕਰਨਾ ਚਾਹੀਦਾ ਜਾਂ ਬਜਟ ਦੇ ਵਿੱਚ ਉਹਨਾਂ ਦੇ ਲਈ ਵੱਖਰੇ ਪੈਸੇ ਰੱਖੇ ਜਾਣੇ ਚਾਹੀਦੇ ਆ। ਕੀ ਉਹਨਾਂ ਦੀਆਂ ਸਮੱਸਿਆਵਾਂ ਅੱਜ ਹੀ ਸ਼ੁਰੂ ਹੋਈਆਂ? ਕੀ ਉਹਨਾਂ ਦੀਆਂ ਸਮੱਸਿਆਵਾਂ ਪਹਿਲਾਂ ਹੈ ਨਹੀਂ ਸੀ? ਕੀ ਉਹ ਸਮੱਸਿਆਵਾਂ ਅੱਜ ਹੀ ਦੂਰ ਕਰਨ ਦਾ ਵੇਲਾ ਆਇਆ? ਤੇ ਜੇ ਨਵਜੋਤ ਸਿੰਘ ਸਿੱਧੂ ਵੀ ਕਹਿੰਦੇ ਕਿ ਅਸੀਂ ਐਸਸੀ ਵਿਧਾਇਕਾਂ ਦੀ ਮੀਟਿੰਗ ਸੱਦਣੀ ਹੈ, ਸੁਖਬੀਰ ਸਿੰਘ ਬਾਦਲ ਸਾਹਿਬ ਕਹਿੰਦੇ ਕਿ ਅਸੀਂ ਡਿਪਟੀ ਮੁੱਖ ਮੰਤਰੀ ਬਣਾਉਣਾ ਹੈ, ਭਾਜਪਾ ਕਹਿੰਦੀ ਕਿ ਅਸੀਂ ਮੁੱਖ ਮੰਤਰੀ ਬਣਾਉਣਾ ਹੈ, ਕੈਪਟਨ ਸਾਹਿਬ ਐਸਸੀ ਭਲਾਈ ਬਿੱਲ ਲੈ ਕੇ ਆਉਣ ਨੂੰ ਫਿਰਦੇ ਆ, ਇਹਦਾ ਮਤਲਬ ਉਹੀ ਹੈ ਕਿ ਦੁਆਬੇ ਦੀਆਂ 23 ਵਿਧਾਨ ਸਭਾ ਸੀਟਾਂ 19 ਕੇ ਐਸਸੀ ਭਾਈਚਾਰੇ ਦੇ ਪੂਰੇ ਪ੍ਰਭਾਵ ਥੱਲੇ ਹੈ। ਲੱਗਦਾ ਹੈ ਕਿ 19 ਜਿੱਧਰਲੇ ਪਾਸੇ ਨੂੰ ਜਾਣਗੇ, ਅਗਲੀ ਸਰਕਾਰ ਉਧਰ ਨੂੰ ਬਣਨੀ ਹੈ। ਸਾਰਿਆਂ ਨੇ ਪੱਥੇ ਦੇ ਵਿੱਚੋਂ ਕੱਢ ਕੇ ਤੀਰ ਕਮਾਨ ਖਿੱਚ ਕੇ ਛੱਡਣ ਦੀ ਕਰ ਲਈ ਤਿਆਰੀ। ਨਹੀਂ ਛੱਡਣ ਦੀ ਤਿਆਰੀ ਵੀ ਕਰ ਲਈ। ਇਹ ਮੈਨੂੰ ਲੱਗਦਾ ਉਦਾਹਰਨ ਨਾਲੋਂ ਜ਼ਿਆਦਾ ਉਦਾਹਰਨ ਇਹ ਪਤਾ ਕਿਹੜੀ ਢੁਕਦੀ ਹੈ ਜੀ, ਵੀ ਹਰੇਕ ਨੇ ਛੁਰੀ ਆਪੋ ਆਪਣੀ ਰੱਖੀ, ਐਵੇਂ ਕੱਢ ਕੇ ਨਾ ਤਾਂ ਟੋਟੇ ਕਰ ਲਿਆ। ਫਿਰ ਆਹ ਕਹਿੰਦਾ ਆਹ ਪੀਸ ਥੋੜਾ ਜਿਹਾ ਵੱਖਰਾ ਕਰ ਦੇ, ਕਹਿੰਦਾ ਇਹ ਫਿਰ ਐਸਸੀ ਭਾਈਚਾਰਾ ਇਹਨੂੰ ਆਪਾਂ ਉਸ ਹਿਸਾਬ ਨਾਲ ਦੇਖਦੇ ਹਾਂ। ਮਤਲਬ ਪੰਜਾਬ ਦੀ ਸਿਆਸਤ ਦੇ ਹਿਸਾਬ ਨਾਲ ਜਦੋਂ ਵੋਟਾਂ ਵਾਲਾ ਕੇਕ ਕੱਟਦੇ ਆ ਉਹ ਜੀ, ਉਹਦੇ ਚੋਂ ਫਿਰ ਜਿਸ ਹਿਸਾਬ ਨਾਲ ਪਾਸੇ ਕੱਢ ਲੈਂਦੇ ਪੇਸਟਰੀ ਵੀ ਇੰਨਾ ਕਿੱਸਾ ਇਹਨੂੰ ਕਰ ਲਓ, ਉਹ ਮੈਨੂੰ ਜਾਪਦਾ ਵੀ ਹਰੇਕ ਦੀ ਨਜ਼ਰ ਹੁਣ ਉੱਤੇ ਪੈਣ ਲੱਗ ਪਈ। ਪਰ ਚਲੋ ਮੇਰੇ ਖਿਆਲ ਨਾਲ ਇੱਕ ਗੱਲ ਤਾਂ ਜ਼ਰੂਰ ਆਪਾਂ ਪਹਿਲਾਂ ਵੀ ਕਈ ਵਾਰ ਬੇਨਤੀ ਕਰ ਚੁੱਕੇ, ਹੁਣ ਫਿਰ ਕਰ ਦਿੰਦੇ ਆ ਵੀ ਜਦ ਤੱਕ ਆਪਾਂ ਇਹਨਾਂ ਗੱਲਾਂ 'ਚ ਆਉਂਦੇ ਰਹੇ ਨਾ, ਹਾਲਾਂਕਿ ਹੁਣ ਮੈਂ ਲੀਡਰ ਵਾਲਾ ਉਹਦਾ ਛੱਡਤਾ ਆਪਣਾ, ਜਿੰਨਾ ਚਿਰ ਆਪਾਂ ਇਹ ਸਾਰੇ ਕੁਛ ਚਾਹੁੰਦੇ ਰਹੇ ਨਾ ਕਿ ਵੀ ਯਾਰ ਆਪਾਂ ਫਲਾਨੇ ਆ ਚੱਲ ਆਪਾਂ ਨੂੰ ਕੀ, ਇਹ ਤਾਂ ਫਲਾਨਿਆਂ ਲਈ ਕਰ ਰਹੇ ਆ, ਚੱਲ ਆਪਾਂ ਨੂੰ ਇਹਦੇ ਲਈ ਨਹੀਂ ਮਿਲਦਾ, ਚੱਲ ਆਪਾਂ ਨੂੰ ਮਿਲ ਗਿਆ ਫਿਰ ਹੁਣ ਦੁਨੀਆ ਨਾਲ ਜੋ ਹੁੰਦਾ ਹੋਈ ਜਾਵੇ, ਇਹ ਜਦ ਤੱਕ ਆਪਾਂ ਉਹੀ ਪੁਰਾਣਾ ਰੂਲ ਅੰਗਰੇਜ਼ਾਂ ਵਾਲਾ ਕਾਮਯਾਬ ਹੁੰਦਾ ਰਹਿਣ ਦੇਵਾਂਗੇ ਨਾ, ਵੀ ਚਲੋ ਪਾਟਦੇ ਰਹੋ ਤੇ ਰਾਜ ਕਰਨ ਦਿਓ। ਉਹ ਤਾਂ ਕਹਿੰਦੇ ਨਾ ਪਾੜੋ ਤੇ ਰਾਜ ਕਰੋ, ਤੇ ਲੋਕਾਂ ਦਾ ਵੀ ਤਾਂ ਹੈ ਨਾ ਵੀ ਪਾਟਦੇ ਰਹੋ ਖੁਦ ਤੇ ਰਾਜ ਅਗਲਿਆਂ ਨੂੰ ਕਰਦੇ ਰਹਿਣ। ਤਾਂ ਮੇਰੇ ਖਿਆਲ ਨਾਲ ਇਹ ਵਾਲੀ ਜੀ ਲੋਕੀ ਵੀ ਸਕੀਮ ਸਮਝ ਜਾਣ ਨਾ ਤੇ ਜ਼ਿਆਦਾ ਵਧੀਆ। ਜਿਹੜੀ ਤੁਸੀਂ ਪਹਿਲਾਂ ਸਟੇਟਮੈਂਟ ਦਿੱਤੀ ਨਾ ਕਿ ਮੈਂ ਲੀਡਰ ਵਾਲਾ ਅਹੁਦਾ ਹੁਣ ਛੱਡ ਦਿੱਤਾ, ਮੈਂ ਪ੍ਰਾਈਮ ਏਸ਼ੀਆ ਟੀਵੀ ਦੇ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਦੇ ਉੱਤੇ ਉਨਾ ਕੀ ਯਕੀਨ ਕਰਿਓ। ਕਿੰਨੇ ਪੰਜਾਬ ਦੇ ਲੀਡਰ ਜਿਹੜੇ ਕਹਿੰਦੇ ਮੇਰੀ ਆਖਰੀ ਚੋਣ ਆ, ਮੈਂ ਨਹੀਂ ਮੁੜ ਕੇ, ਮੈਂ ਲੋਕਾਂ ਦੀ ਸੇਵਾ ਜਿਹੜੀ ਕਰਨੀ ਹੈ ਨਾ 5 ਸਾਲਾਂ 'ਚ ਹੀ ਕਰ ਲੈਣੀ। ਕੈਪਟਨ ਸਾਹਿਬ ਨੇ ਵੀ ਕਿਹਾ ਸੀ, ਬਾਦਲ ਸਾਹਿਬ ਨੇ ਕਈ ਵਾਰੀ ਕਿਹਾ, ਇੱਕ ਵਾਰੀ ਸੀਗਾ ਕਿ ਅਕਾਲੀ ਭਾਜਪਾ ਗੱਠਜੋੜ ਤਾਂ 9 ਮਾਸ ਦਾ ਰਿਸ਼ਤਾ ਉਖੜ ਹੀ ਗਿਆ, ਯਾਨੀ ਕੁਝ ਹੋਰ ਆ ਗਿਆ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸੀ ਅਸੀਂ ਨਹੀਂ ਕਿਸੇ ਨਾਲ ਗੱਠਜੋੜ ਕਰਨਾ, ਪਿਛਲੀ ਵਾਰੀ ਵੀ ਆਖਰੀ ਮੌਕੇ ਤੇ ਜਾ ਕੇ ਕਰ ਲਿਆ ਸੀ। ਮਨਪ੍ਰੀਤ ਸਿੰਘ ਬਾਦਲ ਕਹਿੰਦੇ ਸੀ ਕਾਂਗਰਸ ਤੇ ਅਕਾਲੀ ਦਲ ਦੇ ਨੇੜਿਓਂ ਦੀ ਨਹੀਂ ਲੰਘਣਾ, ਉਹ ਕਾਂਗਰਸ ਪਾਰਟੀ ਦੇ ਵਿੱਚ ਮੰਤਰੀ ਨੇ, ਇਸ ਕਰਕੇ ਅਸੀਂ ਤੁਹਾਡਾ ਬਿਆਨ ਸਾਡੇ ਸਿਰ ਮੱਥੇ, ਯਕੀਨ ਕਰਨਾ ਕਿ ਨਹੀਂ ਕਰਨਾ ਸੰਧਾਲੀਆ ਸਾਹਿਬ ਉਹ ਸਾਡੇ ਆਪਣੇ ਤੇ ਨਿਰਭਰ ਕਰਦਾ। ਸਾਨੂੰ ਸਾਰਾ ਪਤਾ ਕਿ ਤੁਸੀਂ ਇਲੈਕਸ਼ਨ ਵੀ ਲੜਨੀ ਹੈ, ਤੁਸੀਂ ਹਲਕੇ ਹੋਏ ਇੰਚਾਰਜ ਵੀ ਬਣਨਾ। ਦੇਖੋ ਇਹ ਤਾਂ ਸਾਰਾ ਕੁਝ ਐਜ਼ ਇਟ ਇਜ਼ ਹੀ ਆ, ਚੱਲੀ ਜਾਣਾ WhatsApp, ਇਸ ਚੀਜ਼ ਨੂੰ ਆਪਾਂ ਰੋਕ ਨਹੀਂ ਸਕਦੇ। ਪਰ ਇਹਦੇ ਨਾਲ ਜਿਹੜੀਆਂ ਬਾਕੀ ਦੀਆਂ ਖਬਰਾਂ ਆਪਾਂ ਉਹ ਵੀ ਕਰਨੀਆਂ ਭੁੱਲ ਨਾ ਜਾਈਏ। ਹੁਣ ਤੁਸੀਂ ਮੈਨੂੰ ਦੱਸੋ ਵੀ ਆਪਾਂ ਅੰਮ੍ਰਿਤਸਰ ਸਾਹਿਬ ਜਾਣਾ, ਜਿੱਥੇ ਪੁਰਾਤੱਤਵ ਵਿਭਾਗ ਵਾਲਿਆਂ ਨੇ ਜਾ ਕੇ ਖੋਜਬੀਨ ਕਰਕੇ ਆਖਿਆ, ਜਾਂ ਫਿਰ ਹੋਰ ਪਾਸੇ ਸ਼ੁਰੂ ਕਰਨਾ ਕੁਛ? ਮੈਨੂੰ ਲੱਗਦਾ ਕਿ ਅੰਮ੍ਰਿਤਸਰ ਚਲੀਏ, ਉਹਦੇ ਤੋਂ ਬਾਅਦ ਆਪਾਂ ਸਿਆਸਤ ਤੇ ਇੱਕ ਵਾਰੀ ਫੇਰ ਆਉਣਾ। ਦੇਖੋ ਪੁਰਾਤੱਤਵ ਵਿਭਾਗ ਵਾਲੇ ਜਿਹੜੇ ਕਿ ਸੱਦੇ ਗਏ ਸੀ SGPC ਵੱਲੋਂ, ਤੇ ਕਿਹਾ ਗਿਆ ਸੀ ਕਿ ਦਰਬਾਰ ਸਾਹਿਬ ਦੇ ਨਾਲ ਜਿੱਥੇ ਨਵੀਂ ਕਾਰ ਸੇਵਾ ਵਾਲਾ ਕੰਮ ਸ਼ੁਰੂ ਹੋਇਆ ਜੀ, ਇੱਥੇ ਆਪਾਂ ਪਾਰਕਿੰਗ ਬਣਾਉਣੀ ਹੈ ਨਾ। ਹੁਣ ਉਦੋਂ ਇੱਕ ਥੱਲਿਓਂ ਜ਼ਮੀਨਦੋਜ਼ ਬਿਲਡਿੰਗ ਲੱਭੀ ਤੇ ਉਸ ਬਿਲਡਿੰਗ ਦੇ ਬਾਰੇ ਕਿਹਾ ਜਾਂਦਾ ਸੀ ਉਹ ਨਹੀਂ ਐਵੇਂ ਕਿਸੇ ਦਾ ਘਰ ਘੁਰ ਸੀਗਾ, ਐਵੇਂ ਯਾਰ ਲੋਕਾਂ ਆ ਕੇ ਰੌਲਾ ਪਾਤਾ, ਈਡੀ ਕਿਹੜੀ ਗੱਲ ਜੀ। ਫਿਰ ਰੌਲਾ ਚਲੋ ਪਿਆ ਤੇ ਪੁਰਾਤੱਤਵ ਵਿਭਾਗ ਵਾਲਿਆਂ ਨੂੰ ਆਖਿਆ ਵੀ ਹਾਂਜੀ ਭਾਈ ਸਾਹਿਬ ਆਰਕੋਲੋਜੀ ਡਿਪਾਰਟਮੈਂਟ ਆ ਕੇ ਦੇਖੇ ਵੀ ਜੇ ਤਾਂ ਤੁਹਾਨੂੰ ਲੱਗਦਾ ਵੀ ਇਤਿਹਾਸਕ ਬਿਲਡਿੰਗ ਹੈ ਤੇ ਫਿਰ ਰੁਕ ਜਾਾਂਗੇ, ਨਹੀਂ ਤੇ ਫਿਰ ਆਪਾਂ JCB 'ਚ ਮਸ਼ੀਨ 'ਚ ਤੇਲ ਪਵਾਇਆ ਏ ਤੇ ਉਹ ਇੱਕ ਤਰ੍ਹਾਂ ਇਸ਼ਾਰਾ ਹੀ ਕਰਨਾ ਵੀ ਚੱਕ ਦਿਓ ਕੰਮ ਨੂੰ, ਜੇ ਨਾ ਸੈੱਟ ਆਇਆ ਤੇ ਫਿਰ ਥੋੜਿਆਂ ਨਾਲ ਖੇਡ ਦੇਂਗੇ। ਪਰ ਹੁਣ ਕਹਿੰਦੇ ਆ ਵੀ ਉਹ ਜਿਹੜਾ ਡਿਪਾਰਟਮੈਂਟ ਉਹਨਾਂ ਨੇ ਆਖਿਆ ਵੀ ਇਹਨੂੰ ਸੰਭਾਲਣ ਦੀ ਲੋੜ ਆ ਮਹਾਰਾਜ, ਇਹ ਤਾਂ ਇਤਿਹਾਸਕ ਚੀਜ਼ ਹੈ। ਸੰਧਾਲੀਆ ਸਾਹਿਬ ਮੈਂ ਇਸ ਗੱਲੋਂ ਬਹੁਤ ਹੈਰਾਨ ਆ ਕਿ ਜੇ ਭਾਈ ਬਲਦੇਵ ਸਿੰਘ ਬਡਾਲਾ ਸਿੱਖ ਸਦਭਾਵਨਾ ਦਲ ਵਾਲੇ ਉਹਨਾਂ ਤੱਕ ਗੱਲ ਨਾ ਪਹੁੰਚਦੀ, ਉੱਥੇ ਨਾ ਪਹੁੰਚਦੀ, ਹੁਣ ਨੂੰ ਇਹ ਫਰਸ਼ ਲੱਗ ਗਿਆ ਹੋਣਾ ਥੱਲੇ। ਨਹੀਂ ਹੁਣ ਨੂੰ ਤੇ ਰੋੜੀ ਬਣੀ ਹੋਣੀ ਪਾਸੇ, ਕਹਿਣਾ ਉਹ ਵਧੀਆ ਛੋਟੀ ਇੱਟ ਦੀ ਰੋੜੀ ਬਹੁਤ ਸੋਹਣੀ ਬਣਦੀ ਹੈ। ਦੇਖੋ ਨਾਲੇ ਪਤਾ ਗੱਲਾਂ ਕਰਨੀ, ਪੁਰਾਣੀ ਇੱਟ ਬੜੀ ਖਰੀ ਹੁੰਦੀ ਸੀ ਨਾ, ਅੱਜ ਵਾਲੀ ਇੱਟ ਤਾਂ ਭੁਰ ਜਾਂਦੀ ਹੈ, ਕਲਰ ਬਹੁਤ ਨਿਕਲਦਾ। ਦੇਖੋ ਭੋਲੇ ਬੰਦੇ ਆਪਣੇ ਪਰਿਵਾਰਾਂ ਚੋਂ ਜਾਂ ਆਪਣੀਆਂ ਮਾਈਆਂ ਭਰਜਾਈਆਂ ਚਾਚੇ ਤਾਏ ਭਰਾ ਉੱਥੇ ਜਾਂਦੇ ਆ ਤੇ ਉਹਨਾਂ ਨੇ ਸ਼ਾਮ ਨੂੰ ਹਨਾ ਵੀ ਕਿੱਧਰੋਂ ਆਇਆ, ਉਹ ਫਿਰ ਬਾਬੇ ਲੈ ਗਏ ਨਾ ਸੇਵਾ ਤੇ ਫਿਰ ਰੋੜੀ ਕੁੱਟ ਕੇ ਆਇਆ। ਵੇਖਣਾ ਹੀ ਨਹੀਂ ਸੀ ਵੀ ਇਹ ਜਿਹੜੀਆਂ ਇੱਟਾਂ ਦੀ ਰੋੜੀ ਅੱਜ ਮੈਂ ਬਣਾ ਕੇ ਆਇਆ, ਇੱਟਾਂ ਕਾਹਦੀਆਂ, ਇਹ ਜਾਣੀ ਇਹ ਨਹੀਂ ਪਤਾ ਸੀ ਵੀ ਇਤਿਹਾਸ ਕੁੱਟ ਕੇ ਆਏ, ਅੱਜ ਕੁੱਟ ਕੇ ਤੇ ਲੰਮਿਆਂ ਪਾ ਕੇ ਤੇ ਦੱਬ ਕੇ ਆਏ ਆ। ਹੁਣ ਸੰਧਾਲੀਆ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੀ ਸੰਸਥਾ ਹੈ, ਅਹੁਦੇਦਾਰ ਬੜੇ ਮਾਣ ਮੱਤੇ ਆ ਜੀ। ਜਦੋਂ ਆਪਾਂ ਇੰਨੀ ਨੇੜਿਓਂ ਕੋਈ ਖੁਦਾਈ ਕਰਨੀ ਹੈ ਜਾਂ ਉੱਥੇ ਜ਼ਮੀਨਦੋਜ਼ ਕੁਝ ਬਣਾਉਣਾ ਹੈ, ਕੀ ਜਦੋਂ ਆਪਾਂ ਕਾਰ ਸੇਵਾ ਕਿਸੇ ਨੂੰ ਦਿੰਨੇ ਆ ਜਾਂ ਕਿਸੇ ਨੂੰ ਠੇਕਾ ਦਿੰਨੇ, ਮੰਨ ਲਓ ਜੇ ਕਮਰਸ਼ੀਅਲ, ਉਹਦੇ ਵਿੱਚ ਲਿਖਿਆ ਨਹੀਂ ਜਾ ਸਕਦਾ ਕਿ ਭਾਈ ਕੁਝ ਵੀ ਜੇ ਇਦਾਂ ਦਾ ਨਿਕਲੇ ਜਿਹੜਾ ਲੱਗਦਾ ਕਿ ਪੁਰਾਣਾ, ਤੁਰੰਤ ਐਸ 3 ਮੈਂਬਰੀ ਕਮੇਟੀ ਨੂੰ ਤੁਸੀਂ ਦੱਸਣਾ, ਉਹ ਮੌਕੇ ਤੇ ਜਾ ਕੇ ਦੇਖਣਗੇ, ਕੰਮ ਭਾਵੇਂ ਲੇਟ ਹੋ ਜਾਏ ਕੋਈ ਗੱਲ ਨਹੀਂ,
ਪਰ ਜੇ ਕੁਝ ਵੀ ਇਤਿਹਾਸਕ ਨਿਕਲਦਾ ਤੇ ਆਪਾਂ ਸਾਂਭਣਾ ਹੈ। ਬਿਲਕੁਲ ਸਹੀ। ਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਮੁੱਢੋਂ ਇਹ ਕੰਮ ਸੰਗਤ ਨੂੰ ਰੁਕਾਉਣਾ ਪੈਂਦਾ, ਸਿੱਖ ਸਦਭਾਵਨਾ ਦਲ ਵਾਲਿਆਂ ਨੂੰ ਰੁਕਾਉਣਾ ਪੈਂਦਾ, ਤੇ ਸੰਧਾਲੀਆ ਸਾਹਿਬ ਸਾਰਾ ਪੰਜਾਬ ਇਤਿਹਾਸ ਦੇ ਨਾਲ ਹੀ ਭਰਿਆ। ਗੁਰੂ ਸਾਹਿਬ ਬਹੁਤ ਸਾਰੀਆਂ ਥਾਵਾਂ ਤੇ ਗਏ, ਬਹੁਤ ਸਾਰੀਆਂ ਇਤਿਹਾਸਕ ਇਮਾਰਤਾਂ ਕਿਤੇ ਨਾ ਕਿਤੇ ਅੱਜ ਵੀ ਹੋਣਗੀਆਂ। ਜੇ ਉਧਰਲੇ ਪਾਸੇ ਕਿਤੇ ਕਾਰ ਸੇਵਾ ਚੱਲਦੀ ਹੁੰਦੀ ਕਿਸੇ ਨੇ ਸੋਚਣਾ ਹੀ ਨਹੀਂ ਸੀ, ਕਿਸੇ ਨੇ ਦੇਖਣਾ ਹੀ ਨਹੀਂ ਸੀ। ਹੁਣ ਪੁਰਾਤੱਤਵ ਵਿਭਾਗ ਵਾਲੇ ਕਹਿੰਦੇ ਕਿ ਭਾਈ ਮੱਧਕਾਲ ਦੇ ਨਾਲ ਸੰਬੰਧਿਤ ਵੀ ਹੋ ਸਕਦਾ, ਇਹਨੂੰ ਸਾਂਭਣ ਦੀ ਲੋੜ ਆ, ਇਹਨੂੰ ਚੰਗੇ ਤਰੀਕੇ ਤੁਸੀਂ ਸਹੇਜ ਕੇ ਰੱਖੋ। ਤੇ ਐਸਜੀਪੀਸੀ ਵਾਲੇ ਕਹਿੰਦੇ ਬਿਲਕੁਲ, ਅਸੀਂ ਵੀ ਯੂਨੀਵਰਸਿਟੀਆਂ ਦੇ ਵਿਦਵਾਨ ਸੱਦੇ ਹੋਏ ਆ, ਅਸੀਂ ਇਹਨੂੰ ਬਿਲਕੁਲ ਚੰਗੇ ਤਰੀਕੇ ਰੱਖਾਂਗੇ। ਪਰ ਮੈਨੂੰ ਇਹ ਲੱਗਦਾ ਕਿ ਜਿੰਨੀ ਵੀ ਅੱਜ ਤੱਕ ਕਾਰ ਸੇਵਾ ਹੋਈ ਹੈ, ਜਿੰਨੇ ਵੀ ਐਸਜੀਪੀਸੀ ਦੇ ਪ੍ਰੋਜੈਕਟ ਚੱਲੇ ਆ, ਇੱਕ ਕਮੇਟੀ ਉਧਰਲੇ ਪਾਸੇ ਵੀ ਬਣਾ ਲੈਣ ਕਿ ਭਾਈ ਕੀ ਮਲੀਆ ਮੀਟ ਅਜ ਤੱਕ ਕਰ ਦਿੱਤਾ ਗਿਆ। ਬਣਾ ਦਿੰਨੇ, ਕੋਈ ਗੱਲ ਨਹੀਂ, ਆਹ ਰੱਖਣੀ ਹੈ ਤੇ ਉਹਦੇ ਚ ਕਿਹੜੀ ਗੱਲ। ਕਮੇਟੀ ਜੇ ਤੁਹਾਡਾ ਕਮੇਟੀ ਬਣਾਉਣ ਨਾਲ ਹੌਸਲਾ ਵੱਜਦਾ ਤੇ ਸਵੇਰੇ ਬਣਾ ਦੇਣੇ, ਕਿਹੜੀ ਗੱਲ ਹੈ। ਕਮੇਟੀ ਦੀ ਨਾ ਚਿੰਤਾ ਕਰਿਆ ਕਰੋ ਬਾਠ ਸਾਹਿਬ, ਜੇ ਤੁਹਾਨੂੰ ਲੱਗੇ ਨਾ ਵੀ ਮੇਰਾ ਦਿਲ ਤੇ ਲੂਚਾ ਇਸ ਗੱਲ ਨਾਲ ਰਹਿੰਦਾ ਹੀ, ਜੇ ਸ਼ਾਮ ਨੂੰ 12 ਕਮੇਟੀਆਂ ਬਣਾ ਦਿਆ ਕਰਾਂਗੇ 8 ਘੰਟਿਆਂ 'ਚ, ਹੋਰ ਦੱਸੋ। ਨਹੀਂ ਬਿਲਕੁਲ, ਪਰ ਇੱਕ ਗੱਲ ਵਾਅਦਾ ਕਰਨਾ ਪੈਣਾ, ਜਵਾਬ ਨਹੀਂ ਮੰਗਣਾ ਵੀ ਕਮੇਟੀ ਨੇ ਕੀਤਾ ਕੀ ਜੀ, ਕਿਉਂਕਿ ਜੇ ਤੁਸੀਂ ਜਵਾਬ ਮੰਗੋ ਫਿਰ ਤੁਸੀਂ ਇਹ ਵੀ ਕਹੋਗੇ ਯਾਰ ਫਲਾਨੀ ਸੰਨ ਚ ਬਣਾਈ ਸੀ, ਉਹਦਾ ਕੀ ਬਣਿਆ। ਨਹੀਂ ਆਹ ਤਾਂ ਫਿਰ ਗੱਲ ਮਾੜੀ ਹੈ। ਤੁਸੀਂ ਮੰਗ ਲਓ, ਅਸਾਂ ਹੁਣ ਜਵਾਬ ਤਾਂ ਬਿਜਲੀ ਤੇ ਵੀ ਮੰਗਿਆ ਸੀ, ਜਵਾਬ ਤਾਂ ਹੁਣ ਟਰਾਂਸਪੋਰਟ ਤੇ ਵੀ ਮੰਗਿਆ, ਅਸਾਂ ਨੇ ਜਵਾਬ ਤਾਂ ਪੰਜਾਬ ਦੇ ਭ੍ਰਿਸ਼ਟਾਚਾਰ ਤੇ ਵੀ ਮੰਗਣਾ ਹੈ, ਅਸਾਂ ਨੇ ਜਵਾਬ ਤਾਂ ਆ ਨਜਾਇਜ਼ ਸ਼ਰਾਬ ਨਾਲ ਜਿਹੜੇ ਮਾਝੇ ਦੇ ਵਿੱਚ 100 ਤੋਂ ਵੱਧ ਬੰਦੇ ਮਰੇ ਨੇ, ਅਸੀਂ ਜਵਾਬ ਉਹਨਾਂ ਦਾ ਵੀ ਮੰਗਣਾ ਹੈ। ਮੰਗੋ, ਫਿਰ ਉਹਦਾ ਜਵਾਬ ਹੈਗਾ ਕੀ ਕੰਮ ਜਾਰੀ ਹੈ, ਕੰਮ ਜਾਰੀ ਹੈ। ਹਾਂ, ਕਮੇਟੀ ਆਪਣਾ ਕੰਮ ਕਰ ਰਹੀ, ਥੋੜਾ ਸਮਾਂ ਉਹਨਾਂ ਨੇ ਹੋਰ ਮੰਗਿਆ। ਨਹੀਂ ਠੀਕ ਹੈ, ਉਹ ਜਦੋਂ ਪੁਲਿਸ ਵਾਲੇ ਆਉਂਦੇ ਨਾ, ਲੀਡਰ ਸਾਹਿਬ ਨੂੰ ਜਾਣਦੇ ਹੋ, ਲੋਕ ਵੀ ਇਹਦੇ ਕੰਮ ਵੀ ਜਾਰੀ ਹੈ, ਕੋਈ ਗੱਲ ਨਹੀਂ, ਕੰਮ ਹੁਣ ਜਾਰੀ ਰਹਿਣਾ ਹੈ। ਚਲੋ ਕੋਈ ਨਹੀਂ, ਲੱਗ ਜੂ ਪਤਾ। ਅੱਛਾ ਗੱਲ ਇਹ ਆ ਕਿ ਵੀ ਇਹ ਸਾਰੇ ਕੁਝ ਦੇ ਵਿੱਚ ਆਪਾਂ ਇਹ ਵੀ ਨਾ ਦੱਸਣਾ ਭੁੱਲ ਜੀ ਵੀ ਆਪਾਂ ਬੈਠੇ ਕਿੱਥੇ ਆ, ਵਿੱਚੋਂ ਜੇ ਆਪਾਂ ਨੂੰ ਚੇਤਾ ਹੀ ਭੁੱਲ ਜਾਂਦਾ। ਉਹ ਆਪਾਂ ਫਿਰ ਜਦੋਂ ਪਰਿਵਾਰ ਦੇ ਮੈਂਬਰਾਂ ਨੂੰ ਤਾਂ ਦੀਦਾ ਨਾ ਵੀ ਅੱਜ ਚੌਂਕੜੀ ਮਾਰ ਕੇ ਘਾਹ ਤੇ ਬੈਠੇ ਆ, ਵੀ ਕਿਹੜੀ ਜਗ੍ਹਾ। ਦੇਖੋ ਦੋ ਚੀਜ਼ਾਂ ਮੈਂ ਦੇਖਿਆ ਕਿ ਭਾਰਤ ਵਰਗੀਆਂ ਇੱਥੇ, ਕੱਕਾ ਕੈਨੇਡਾ ਜਿਹੜਾ ਨਾ, ਉੱਥੇ ਕੱਕੇ ਤੇ ਕਾਢਾ ਵੀ ਭਾਰਤ ਵਰਗਾ ਹੀ ਆ, ਉੱਥੇ ਕੱਕੇ ਤੇ ਕਾਂ ਵੀ ਕਾਲੇ ਰੰਗ ਦਾ ਭਾਰਤ ਵਰਗਾ ਹੀ ਆ। ਇਹ ਦੋ ਚੀਜ਼ਾਂ ਜਿਹੜੀਆਂ ਇੱਕੋ ਜਿਹੀਆਂ। ਇੱਕ ਤਾਂ ਸੰਧਾਲੀਆ ਸਾਹਿਬ ਨੇ ਇੱਕ ਦਿਨ ਦਾ ਤੂਤੀਆਂ ਵੀ ਲੱਭ ਲਈਆਂ ਸੀ ਇੱਥੇ, ਤੂਤੀਆਂ ਗੋਲਾਂ ਵੀ, ਹਾਂ ਗੋਲਾਂ। ਇਹ ਬੰਦੇ ਦੀ ਨਿਗਾਹ ਵਹਿ, ਮੈਂ ਲੀਡਰ ਬੰਦੇ ਅੱਜ ਮੰਨਣਾ ਪਊਗਾ ਤੁਹਾਨੂੰ, ਜਿੱਥੇ ਕਿਤੇ ਕੋਈ ਖਾਣ ਨੂੰ ਲੱਭਦਾ ਨਾ ਉਹ ਵੀ ਮੁਫਤ ਦਾ, ਬੰਦੇ ਦੀ ਨਿਗਾਹ ਬੜੀ ਜਾਂਦੀ ਲੀਡਰ ਬੰਦੇ ਦੀ। ਜਾਂ ਖਵਾਈਆਂ ਨਹੀਂ, ਮੈਂ ਖਵਾਈਆਂ, ਤੁਸੀਂ ਮੈਨੂੰ ਉਹ ਤਾਂ ਮੂੰਹ ਬੰਦ ਕੀਤਾ ਨਾ, ਜਿਹੜਾ ਬੰਦਾ ਕੋਈ ਦੇਖ ਲਓ ਲੀਡਰ ਦਾ ਕੰਮ ਹੈ ਕਿ ਨਾਲ ਦੇ ਦਾ ਮੂੰਹ ਬੰਦ। ਕਾਮਯਾਬ ਲੀਡਰ ਹਮੇਸ਼ਾ ਉਹ ਹੁੰਦਾ ਜਿਹੜਾ ਹਿੱਸਾ ਪੱਤੀ ਵੰਡ ਕੇ ਚੱਲੇ। ਹੁਣ ਦੇਖੋ ਪੰਜਾਬ ਦੇ ਵਿੱਚ ਇਸ ਵਕਤ ਤੁਸੀਂ ਗੱਲ ਕਰ ਲਓ, ਭਾਵੇਂ ਆਹ ਖਾ ਗਏ, ਆਹ ਖਾ ਗਏ, ਉਹ ਖਾ ਗਏ, ਆਹ ਖਾ ਗਏ ਜੀ, ਕੱਲਿਆਂ ਥੋੜਾ ਖਾਦਾ। ਨਹੀਂ ਬਿਲਕੁਲ ਲਾ ਬਣਾ ਕੇ ਖਾਦਾ ਸਾਰਿਆਂ ਨੂੰ, ਤਾਂ ਹੀ ਉਹਦੇ ਨਾ ਕੋਈ ਅਫਸਰ ਬੋਲੇ, ਨਾ ਕੋਈ ਵਿਰੋਧੀ ਪਾਰਟੀ ਵਾਲਾ ਬੋਲੇ, ਨਾ ਕੋਈ ਹੋਰ ਬੋਲੇ। ਸੋ ਇਹ ਜੋ ਕੁਛ ਇਸ ਵਕਤ ਚੱਲ ਰਿਹਾ, ਆਪਾਂ ਇਹਦੀ ਗੱਲਬਾਤ ਵੀ ਕਰਦੇ ਰਹਿਣਾ। ਇੱਕ ਵਾਰ ਫਿਰ ਦੱਸ ਦਈਏ ਵੀ ਇਹ ਸਿਲਵਨ ਲੇਕ ਹੈ ਜੀ ਅਲਬਰਟਾ ਦੇ ਵਿੱਚ। ਜਦੋਂ ਆਪਾਂ ਕੈਲਗਰੀ ਤੋਂ ਐਡਮਿੰਟਨ ਨੂੰ ਜਾਂਦੇ ਹਾਂ ਤੇ ਰਸਤੇ 'ਚ ਰੈਡ ਡੀਅਰ ਕਰਕੇ ਇੱਕ ਟਾਊਨ ਆਉਂਦਾ, ਉਤੋਂ ਥੋੜੀ ਜਿਹੀ ਦੂਰ ਇਹ ਸਿਲਵਨ ਲੇਕ ਦਾ ਏਰੀਆ ਹੈ। ਵੀ ਇੱਕ ਛੋਟਾ ਜਿਹਾ ਟਾਊਨ ਹੀ, ਕਸਬਾ, ਪਰ ਛੋਟਾ ਨਹੀਂ, ਵਾਹਵਾ ਵੱਡਾ। ਕੱਲ ਤਾਂ ਮੈਨੂੰ ਭਾਈ ਜੀ ਇੱਧਰ ਲੈ ਕੇ ਗਏ ਸੀ, ਕੀ ਉਹਨੂੰ ਕਹਿੰਦੇ, ਵਾਲਮਾਰਟ ਦੇ ਵਿੱਚ। ਓਏ ਹੋਏ 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 ਭਾਈ ਸਾਹਿਬ ਕਹਿੰਦੇ ਵੀ ਇੱਥੋਂ ਭਾਵੇਂ ਤੁਸੀਂ ਸੂਈ ਤੋਂ ਲੈ ਕੇ ਨਾ ਗਦੂਈ ਵੀ ਲੈ ਲਓ। ਨਹੀਂ ਮੈਂ ਤਾਂ ਇਦਾਂ ਸੋਚਦਾ ਅਮਨ ਭਾਈ ਨੂੰ, ਮੈਂ ਕਹਿਣਾ ਕਰੋਸ਼ੀਆ ਲੈ ਲਓ ਨਾਲ, ਬਿਲਕੁਲ ਵੱਡੀ ਥਾਂ ਤੇ ਨਹੀਂ ਲੈ ਕੇ ਜਾਣਾ। ਬੰਦੇ ਦਾ ਕੀ ਪਤਾ, ਬੰਦਾ ਕਹੇ ਮੇਰਾ ਹਿੱਸਾ ਰੱਖੋ, ਨਹੀਂ ਪੈਸੇ ਮੇਰੇ ਰੱਖੋ, ਇਹਦੇ ਵਿੱਚ ਜਿੰਨਾ ਸਮਾਨ ਇਹ ਤੇ ਵਿਕਦਾ ਮੇਰੇ ਪੈਸੇ ਇਹਦੇ ਵਿੱਚ ਚਾਹੀਦੇ ਨੇ, ਯਾਨੀ ਮੇਰਾ ਹਿੱਸਾ ਤਾਂ ਜ਼ਰੂਰ ਹੋਵੇ। ਸਾਡਾ ਲੀਡਰ ਹੋਣ ਦਾ ਕੀ ਫਾਇਦਾ। ਬਾਕੀ ਸੰਧਾਲੀਆ ਸਾਹਿਬ ਇੱਕ ਗੱਲ ਹੈਗੀ ਆ ਕਿ ਦੇਖੋ ਲੇਕ ਵੱਡੀ ਹੈ ਤੇ ਮੈਨੂੰ ਨਹੀਂ ਪਤਾ ਕਿ ਇੱਥੇ ਲੋਕ ਕਿੰਨੇ ਰਹਿੰਦੇ ਆ, ਪਰ ਇਹ ਗੱਲ ਜ਼ਰੂਰ ਹੈ ਸਫਾਈ ਦਾ ਸਾਰੇ ਜਣੇ ਖਿਆਲ ਰੱਖਦੇ ਆ। ਸਫਾਈ ਤੋਂ ਇੱਧਰ ਉੱਧਰ ਕੋਈ ਬੰਦਾ ਨਹੀਂ ਭੱਜਦਾ, ਤੇ ਅਸੀਂ ਉਮੀਦ ਕਰਦੇ ਹਾਂ ਕਿ ਭਾਈ ਇੰਨੀ ਸ਼ਾਂਤੀ ਦੇ ਨਾਲ, ਇੰਨੇ ਚੰਗੇ ਤਰੀਕੇ ਨਾਲ, ਕੋਈ ਪੁਲਿਸ ਨਹੀਂ ਘੁੰਮਦੀ, ਕੋਈ ਬੰਦਾ ਇੱਕ ਦੂਜੇ ਨੂੰ ਤੰਗ ਨਹੀਂ ਕਰ ਰਿਹਾ, ਕੋਈ ਛੇੜਖਾਨੀ ਦੀ ਘਟਨਾ ਨਹੀਂ, ਕੋਈ ਬੰਦਾ ਇੱਕ ਦੂਜੇ ਦੇ ਪਰਸ ਨਹੀਂ ਕੱਢ ਰਿਹਾ, ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਜਿਹੜੀ ਹੈ ਉਹ ਆ ਨਹੀਂ ਰਹੀ। ਸੋ ਉਮੀਦ ਕਰਦੇ ਹਾਂ ਕਿ ਭਾਈ ਇਦਾਂ ਦਾ ਵਾਤਾਵਰਣ ਜਿਹੜਾ ਬਣੇ ਜ਼ਰੂਰ। ਥੋੜੀ ਜਿਹੀ 올림픽 ਦੀ ਗੱਲ ਕਰਕੇ ਸਿਆਸੀ 올림픽 ਦੇ ਆਉਣਾ। ਦੇਖੋ ਜੀ 올림픽ਸ ਦੀ ਆਪਾਂ ਗੱਲ ਕਰੀਏ ਤੇ 올림픽ਸ ਦੇ ਵਿੱਚ ਕੁਝ ਆਪਣੇ ਜਿਹੜੇ ਪਲੇਅਰ ਆ ਉਹ ਮੈਡਲ ਦੇ ਨੇੜੇ ਪਹੁੰਚ ਗਏ ਆ ਜੀ, ਤੇ ਕੁਝ ਜਿਹੜੇ ਸੀਗੇ ਜਿਨ੍ਹਾਂ ਤੋਂ ਆਸ ਸੀਗੀ ਉਹ ਵਿਚਾਰੇ ਰਹਿ ਗਏ। ਜਿੱਦਾਂ ਆਪਾਂ ਮੈਰੀ ਕਾਮ ਦੀ ਗੱਲ ਕਰ ਲਈਏ, ਦੇਖੋ ਉਸ ਬੀਬੀ ਤੇ ਫਿਲਮ ਵੀ ਬਣ ਗਈ ਐਂਡ ਵਰਲਡ ਚੈਂਪੀਅਨ ਉਹ ਇੰਨੀ ਵਾਰ ਦੀ ਹੋਵੇ ਤੇ ਇਸ ਵਾਰ ਉਹ ਮੈਡਲ ਤੇ ਨਹੀਂ ਪਹੁੰਚ ਸਕੀ ਜੀ, ਉਹ ਕਿਤੇ ਨਾ ਕਿਤੇ ਉਹਨੂੰ ਆਪ ਨੂੰ ਵੀ ਦੁੱਖ ਹੋਇਆ, ਉਹਦੇ ਚਾਹਣ ਵਾਲਿਆਂ ਨੂੰ ਵੀ ਹੋਇਆ। ਸੰਧਾਲੀਆ ਸਾਹਿਬ ਦੇਖੋ ਜਿਹੜੇ ਬਹੁਤ ਬਰੀਕ, ਕਿਉਂਕਿ 2 ਪੜਾਅ ਉਹਨੇ ਜਿੱਤੇ, ਇੱਕ ਦੂਸਰੀ ਪਲੇਅਰ ਨੇ ਜਿੱਤਿਆ ਸੀ ਬਾਕਸਰ। ਫਿਰ ਵੀ ਮੈਂ ਕਹਿੰਦਾ ਕਿ ਹਮੇਸ਼ਾ ਜਿਹੜੀ ਉਹਦੀ ਗੱਲ ਉਹਨੇ ਬਾਅਦ ਵਿੱਚ ਆਖੀ ਕਿ ਮੈਂ ਖੇਡਣਾ ਨਹੀਂ ਛੱਡਣਾ। 38 ਸਾਲਾਂ ਦੀ ਹੈ ਜੀ, ਭਾਰਤ ਦੇ ਵਿੱਚ ਰਹਿ ਕੇ ਤੇ ਉਦਾਂ ਦੇ ਪਰਿਵਾਰ ਦੇ ਵਿੱਚ ਜਨਮ ਲੈ ਕੇ ਇੰਨੀ ਵਾਰ ਵਿਸ਼ਵ ਚੈਂਪੀਅਨ ਬਣ ਕੇ 올림픽 ਦੇ ਵਿੱਚ ਬਹੁਤ ਕਰੜੇ ਮੁਕਾਬਲੇ 'ਚ ਹਾਰ ਕੇ ਅੱਖਾਂ 'ਚ ਅੱਥਰੂ ਉਹਨੇ ਬਹੁਤੀ ਦੇਰ ਨਹੀਂ ਰਹਿਣ ਦਿੱਤੇ। ਜਿੱਦਾਂ ਆਪਾਂ ਪੰਜਾਬ ਦੇ ਲੋਕਾਂ ਨੂੰ ਕਹਿੰਦੇ ਕਿ ਠੀਕ ਹੈ ਲੀਡਰਾਂ ਨੇ ਰੋੜੇ ਅਟਕਾਉਣੇ ਆ, ਲੀਡਰਾਂ ਨੇ ਪ੍ਰੋਜੈਕਟ ਅਟਕਾਉਣੇ ਆ,
ਲੀਡਰਾਂ ਨੇ ਬੱਸਾਂ ਖਾਣੀਆਂ, ਲੀਡਰਾਂ ਨੇ ਪਾਣੀ ਪੀ ਜਾਣਾ ਤੁਹਾਡਾ, ਲੀਡਰਾਂ ਨੇ ਖੇਤੀਬਾੜੀ ਖਾ ਜਾਣੀ ਹੈ, ਪਰ ਨਿਰਾਸ਼ ਨਹੀਂ ਹੋਣਾ। ਨਹੀਂ ਸਾਰੇ ਇਸ਼ਾਰੇ ਮੇਰੇ ਲਈ ਨਹੀਂ ਉਹ ਮੈਨੂੰ ਆਦਤ ਪਈ ਹੈ। ਅੱਛਾ ਆਦਤ ਪਈ ਹੈ, ਉਹਨਾਂ ਨੇ ਸਭ ਕੁਝ ਕਰਨਾ ਹੀ, ਪਰ ਤੁਸੀਂ ਨਿਰਾਸ਼ ਨਹੀਂ ਹੋਣਾ। ਜਿੱਦਾਂ ਮੈਰੀ ਕਾਮ ਹਾਰ ਕੇ ਵੀ ਉਹਨੇ ਕਿਹਾ ਕਿ ਮੈਂ ਖੇਡਣਾ ਜਾਰੀ ਰੱਖਣਾ, ਪ੍ਰੈਕਟਿਸ ਜਾਰੀ ਰਹੂਗੀ, ਇਦਾਂ ਹੀ ਪੰਜਾਬ ਦੇ ਲੋਕ ਜਿੱਥੇ ਵੀ ਤੁਹਾਨੂੰ ਧੱਕਾ ਪੈਂਦਾ, ਜਿੱਥੇ ਵੀ ਲੱਗਦਾ ਕੁਝ ਨਹੀਂ ਹੋ ਸਕਦਾ, ਦੁਬਾਰਾ ਸੰਭਲੋ। ਤੁਸੀਂ ਤਾਂ 7 ਮਹੀਨਿਆਂ ਬਾਅਦ ਵੋਟਾਂ ਪਾਉਣੀਆਂ, ਉਹਦੀ ਤਾਂ ਓਲੰਪਿਕ ਵੀ 4 ਸਾਲ ਬਾਅਦ ਆਉਣੀ ਹੈ। ਉਹ 4 ਸਾਲ ਦਾ ਟੀਚਾ 2 ਮਿੰਟ ਦੇ ਵਿੱਚ ਦੁਬਾਰਾ ਨਿਰਧਾਰਿਤ ਕਰ ਗਈ। ਇੱਕ ਆਪਣੇ ਬਹੁਤ ਚੰਗੀ ਗੱਲ ਕੀ ਹੋਈ ਹੈ, ਸ਼ਾਂਤਨੂ ਦਾਸ ਆਪਣਾ ਤੀਰਅੰਦਾਜ਼ ਹੈ। ਤੁਸੀਂ ਇਹ ਦੇਖੋ ਕਿ ਯੰਗ ਮੁੰਡਾ ਨੌਜਵਾਨ, ਉਹਦਾ ਮੁਕਾਬਲਾ ਪਤਾ ਕਿਹਦੇ ਨਾਲ ਸੀ? 2 ਵਾਰ ਦੇ ਓਲੰਪਿਕ ਚੈਂਪੀਅਨ ਦੇ ਨਾਲ। 2 ਵਾਰ ਦੇ ਓਲੰਪਿਕ ਚੈਂਪੀਅਨ ਦੇ ਨਾਲ ਮੁਕਾਬਲਾ ਹੋਵੇ ਤੇ ਸ਼ੁਰੂ ਦੇ ਵਿੱਚ ਉਹ ਪਛੜ ਗਿਆ, ਪਰ ਤੁਸੀਂ ਦੇਖੋ ਕਿ ਉਹਨੇ ਆਪਣੇ ਆਪ ਨੂੰ ਕਿੱਦਾਂ ਸਟੇਬਲ ਰੱਖਿਆ ਹੋਊਗਾ, ਮਾਨਸਿਕ ਤੌਰ ਦੇ ਉੱਤੇ ਮਜ਼ਬੂਤ ਕਿੰਨਾ ਹੋਊਗਾ, ਬਾਅਦ 'ਚ ਜਿੱਤ ਗਿਆ। ਓਲੰਪਿਕ ਚੈਂਪੀਅਨ ਨੂੰ ਹਰਾਉਣਾ, ਪਛੜ ਕੇ ਹਰਾਉਣਾ, ਉਹ ਆਪਣੇ ਆਪ ਦੇ ਵਿੱਚ ਮਾਇਨੇ ਰੱਖਦਾ। ਆਪਣਾ ਇੱਕ ਬਾਕਸਰ ਵੀ ਜਿਹੜਾ ਕੁਆਟਰ ਫਾਈਨਲ ਦੇ ਵਿੱਚ ਹੈ, ਪੀਵੀ ਸਿੰਧੂ ਵੀ ਕੁਆਟਰ ਫਾਈਨਲ ਦੇ ਵਿੱਚ ਹੈ। ਜਦੋਂ ਇਹ ਸਾਰੇ ਜਣੇ ਕੁਆਟਰ ਫਾਈਨਲ 'ਚ ਨੇ ਤੇ ਇਹਦਾ ਮਤਲਬ ਪਤਾ ਕੀ ਹੈ? ਇੱਕ ਮੈਚ ਜਿੱਤਿਆ ਨਹੀਂ ਤਾਂ ਅੱਗੇ ਗਏ ਨਹੀਂ। ਅਰਜਨਟਾਈਨਾ ਨੂੰ 3-1 ਦੇ ਨਾਲ ਹਰਾ ਕੇ ਭਾਰਤੀ ਹਾਕੀ ਟੀਮ ਨੇ ਜਿਹੜਾ ਕਮਾਲ ਕੀਤਾ। ਹੁਣ ਜਾਪਾਨ ਦੇ ਨਾਲ ਮੁਕਾਬਲਾ ਅੱਜ, ਤੇ ਪਿਛਲੀ ਵਾਰੀ ਜਾਪਾਨ ਦੇ ਨਾਲ ਬਰਾਬਰ ਰਹਿ ਕੇ ਅਸੀਂ ਓਲੰਪਿਕ ਦੇ ਵਿੱਚੋਂ ਬਾਹਰ ਹੋ ਗਏ ਸੀ, ਤੇ ਉਮੀਦ ਕਰਦੇ ਹਾਂ ਅੱਜ ਜਿੱਤੀਏ ਹਾਰੀਏ ਕੋਈ ਫਰਕ ਨਹੀਂ ਪੈਂਦਾ, ਪਰ ਅੱਜ ਗੋਲ ਪੋਸਟਾਂ ਖੜਕਾਉਣਗੇ, ਉਮੀਦ ਪੂਰੀ ਹੈ। ਨਹੀਂ ਪੂਰੀ ਹੈ ਜੀ। ਸੋ ਇਹ ਨਹੀਂ ਹੈ ਕਿ ਵੀ ਓਲੰਪਿਕਸ ਦੇ ਵਿੱਚ ਜਿਹੜੇ ਸਾਡੇ ਪਲੇਅਰ ਗਏ ਨੇ ਉਹਨਾਂ ਨੇ ਸਾਰਿਆਂ ਨੇ ਕੋਈ ਮਿਹਨਤ ਨਹੀਂ ਕੀਤੀ। ਕੁਝ ਕੁ ਨੇ ਜਿਨ੍ਹਾਂ ਤੋਂ ਪਹਿਲਾਂ ਨੂੰ ਬੰਦੇ ਨੂੰ ਆਸਾਂ ਹੁੰਦੀਆਂ, ਉਹ ਹੋ ਸਕਦਾ ਹੈ ਕਿ ਵੀ ਕਿਤੇ ਨਿਰਾਸ਼ ਕਰ ਜਾਣ, ਤੇ ਕਿਤੇ ਜਿੱਦਾਂ ਹੁਣੇ ਆਪਾਂ ਜ਼ਿਕਰ ਕੀਤਾ ਜਾਂ ਪਹਿਲਾਂ ਉਹ ਕੁੜੀ ਚਾਨੂ ਦੀ ਆਪਾਂ ਗੱਲ ਕਰ ਲਈਏ, ਮੀਰਾ ਬਾਈ ਚਾਨੂ ਜਿਹਨੇ ਸਭ ਤੋਂ ਪਹਿਲੀਆਂ ਜੀ ਕਰਤਾ ਕੰਮ ਜੀ, ਉਹਦੇ ਤੋਂ ਬਾਅਦ ਕਈਆਂ ਤੋਂ ਇਹ ਵੀ ਉਮੀਦਾਂ ਵੱਜ ਗਈਆਂ ਨੇ ਵੀ ਸ਼ਾਇਦ ਉਹ ਲੁਕੇ ਹੀਰੇ ਜਿਨ੍ਹਾਂ ਦੇ ਪਹਿਲਾਂ ਨਿਗਾਹ ਨਹੀਂ ਗਈ ਉਹ ਐਤਕੀ ਮੈਡਲ ਲਿਆਉਣ। ਅੱਜ ਇੱਕ ਉਹ ਮੁਕਾਬਲਾ ਵੀ ਹੈ ਜਿਹਦੇ ਉੱਤੇ ਨਜ਼ਰਾਂ ਟਿਕੀਆਂ ਰਹਿਣੀਆਂ। ਚੱਕਰ ਪਿੰਡ ਦੀ ਭਾਰਤ ਦੀ ਇੱਕ ਪਲੇਅਰ ਜਿਹੜੀ ਹੈ ਅੱਜ ਰਿੰਗ ਦੇ ਵਿੱਚ ਉਤਰੂਗੀ ਬਾਕਸਿੰਗ ਦੇ ਲਈ। ਚੱਕਰ ਪੰਜਾਬ ਦਾ ਪਿੰਡ ਹੈ, ਤੇ ਜਦੋਂ ਪੰਜਾਬਣ ਮੁਟਿਆਰ ਫਿਰ ਉੱਥੇ ਬਾਕਸਿੰਗ ਕਰੂਗੀ, ਮਾਣ ਦੇ ਨਾਲ ਸਿਰਤਾ ਉੱਚਾ ਹੋਣਾ। ਮਸਲਾ ਜਿੱਤ ਹਾਰ ਦਾ ਹੈ ਹੀ ਨਹੀਂ। ਸ਼ੁਭ ਇਛਾਵਾਂ ਉਹਨੂੰ, ਸ਼ੁਭ ਕਾਮਨਾਵਾਂ, ਪਰ ਓਲੰਪਿਕ ਦੇ ਵਿੱਚ ਪ੍ਰਵੇਸ਼ ਪਾਉਣਾ ਕਿੱਡਾ ਛੋਟੀ ਗੱਲ ਹੈ। ਨਹੀਂ ਬਹੁਤ ਵੱਡੀ ਗੱਲ ਹੈ। ਸੋ ਇਹ ਜਿਸ ਹਿਸਾਬ ਨਾਲ ਉੱਥੇ ਇਸ ਵਕਤ ਸਾਡੇ ਪਲੇਅਰ ਖੇਡ ਰਿਹਾ ਜੀ, ਤੇ ਜਿਹੋ ਜਿਹੇ ਹਾਲਾਤਾਂ ਦੇ ਵਿੱਚੋਂ ਉੱਥੇ ਜਾ ਕੇ ਖੇਡ ਰਹੇ ਹਨ, ਜਿਸ ਲੈਵਲ ਦੀ ਆਪਾਂ ਇੱਧਰ ਬਾਹਰਲੇ ਮੁਲਕਾਂ 'ਚ ਦੇਖਦੇ ਹਾਂ ਫੈਸਿਲਿਟੀਆਂ ਕਿੰਨੀਆਂ, ਕੋਚਿੰਗ ਕਿਸ ਲੈਵਲ ਦੀ ਹੈ, ਜੇ ਇਹੋ ਜਿਹੇ ਪਲੇਅਰਾਂ ਦੇ ਨਾਲ ਜਾ ਕੇ ਉੱਥੇ ਕੰਪੀਟ ਕਰ ਰਹੇ ਨੇ ਤੇ ਉਹਦੇ ਬਾਵਜੂਦ ਵੀ ਉਹ ਮੈਡਲ ਲੈ ਕੇ ਆਉਂਦੇ ਆ ਜੀ, ਫਿਰ ਤੇ ਮੇਰੇ ਖਿਆਲ ਨਾਲ ਉਹ ਜੇ ਆਪਾਂ ਬ੍ਰੌਂਜ਼ ਮੈਡਲ ਦੀ ਗੱਲ ਕਰਦੇ ਹਾਂ, ਬ੍ਰੌਂਜ਼ ਮੈਡਲ ਵੀ ਉਹਨਾਂ ਨੂੰ 골ਡ ਤੋਂ ਉੱਪਰ ਦਾ ਚਾਹੀਦਾ। 골ਡ ਤੋਂ ਉੱਪਰ ਦਾ ਹੀ ਚਾਹੀਦਾ। ਸੰਧਾਲੀਆ ਸਾਹਿਬ, ਮੈਨੂੰ ਇਹ ਗੱਲ ਹੋਰ ਲੱਗਦੀ ਸੀ ਜੀ, ਮੈਨੂੰ ਇਹ ਲੱਗਦਾ ਸੀ ਕਿ ਆਪਾਂ ਹੁਣ ਕਿਉਂਕਿ ਸਮਾਂ ਥੋੜਾ ਰਹੀ ਜਾਂਦਾ, ਨਵੀਂ ਐਜੂਕੇਸ਼ਨ ਪਾਲਿਸੀ ਦੀ ਗੱਲ ਕਰਨੀ ਆ। ਨਹੀਂ ਬਹੁਤ ਜ਼ਰੂਰੀ। ਮੋਦੀ ਸਾਹਿਬ ਨੇ ਆਪ ਤਾਰੀਫ ਕੀਤੀ, ਕਹਿੰਦੇ 1 ਸਾਲ ਹੋ ਗਿਆ ਨਵੀਂ ਐਜੂਕੇਸ਼ਨ ਪਾਲਿਸੀ ਨੂੰ ਲਾਗੂ ਹੋਇਆ। ਓਏ ਹੋਏ ਹੋਏ, ਕਹਿੰਦੇ ਵੀ ਇੰਨੀ ਐਜੂਕੇਸ਼ਨ ਕਰ ਦੇਣੀ ਹੈ, ਬਾਜੀਵਾ ਇੰਨੀ ਐਜੂਕੇਸ਼ਨ ਕਰ ਦੇਣੀ ਹੈ ਵੀ ਐਜੂਕੇਸ਼ਨ ਖੁਦ ਕਵੇ ਵੀ ਯਾਰ ਇੰਨੀ ਕਰ ਦਿੱਤੀ ਇੰਨੀ ਜ਼ਿਆਦਾ। ਹੁਣ ਤੁਸੀਂ ਦੇਖੋ ਕਿ ਨਵੀਂ ਐਜੂਕੇਸ਼ਨ ਪਾਲਿਸੀ ਦੇ ਵਿੱਚ ਆਪਾਂ ਬਾਰ-ਬਾਰ ਕਹਿੰਦੇ ਹੁੰਦੇ ਕਿ ਖੇਤਰੀ ਭਾਸ਼ਾਵਾਂ 'ਚ ਵੀ ਪੜ੍ਹਾਈ ਚਾਹੀਦੀ ਹੈ। ਬੱਚੇ ਦੀ ਜਿਹੜੀ ਮਾਤ ਭਾਸ਼ਾ ਹੈ, ਮਾਂ ਬੋਲੀ ਹੈ, ਉਹਦੇ ਵਿੱਚ ਪੜ੍ਹਾਈ ਹੋਵੇ ਤਾਂ ਸ਼ਾਇਦ ਚੰਗਾ ਸਿੱਖ ਸਕੇ, ਕਿਉਂਕਿ ਬਹੁਤੇ ਬੱਚੇ ਆਪਣੀ ਇੰਗਲਿਸ਼ ਤੋਂ ਮਾਰ ਖਾ ਜਾਂਦੇ ਆ। ਹੁਣ ਉਹ ਕਹਿੰਦੇ ਜੇ ਇੰਜੀਨੀਅਰ ਬਣਨਾ, ਤੁਸੀਂ ਇੰਜੀਨੀਅਰਿੰਗ ਕਰਨੀ ਹੈ, 11 ਭਾਰਤੀ ਭਾਸ਼ਾਵਾਂ ਦੇ ਵਿੱਚ ਪੜ੍ਹੋ, ਕਮਾਲ ਹੋ ਗਈ, ਬੜੀ ਚੰਗੀ ਗੱਲ ਹੈ। ਨਾਲ ਦੀ ਨਾਲ ਇਹ ਵੀ ਕਹਿ ਦਿੱਤਾ ਕਿ ਹੁਣ ਜੇ ਮੰਨ ਲਓ 3 ਸਾਲ ਦੀ ਤੁਸੀਂ ਕੋਈ ਡਿਗਰੀ ਕਰਦੇ ਹੋ, ਤੁਸੀਂ ਅੱਧ ਵਿਚਾਲੇ ਛੱਡ ਜਾਂਦੇ ਹੋ, ਕੋਈ ਮਜਬੂਰੀ ਪੈ ਜਾਂਦੀ ਆ, ਇਹਦਾ ਮਤਲਬ ਇਹ ਨਹੀਂ ਕਿ ਦੁਬਾਰਾ ਤੋਂ ਸ਼ੁਰੂ ਕਰਨਾ। ਤੁਸੀਂ ਜਿੱਥੋਂ ਛੱਡਿਆ ਹੀ ਤੁਸੀਂ 2 ਸਾਲੀ 4 ਸਾਲੀ 5 ਸਾਲੀ ਉੱਥੋਂ ਹੀ ਸ਼ੁਰੂ ਕਰ ਦਿਓ। ਮੰਨ ਲਓ ਤੁਸੀਂ ਦਾਖਲ ਹੋਏ, 3 ਸਾਲ ਦਾ ਥੋੜਾ ਕੋਰਸ। ਦਾਖਲ ਕਿੱਥੇ ਹੋਈ ਯਾਰ? ਪੂਰਾ ਦਾਖਲ ਮਤਲਬ ਦਾਖਲਾ ਲਿਆ। ਅੱਛਾ ਇਦਾਂ ਕਹਿ ਰਹਾ, ਦਾਖਲਾ ਲਿਆ ਕਿਉਂਕਿ ਦਾਖਲ ਤੇ ਹਸਪਤਾਲ 'ਚ ਬੰਦੇ ਨੂੰ ਕਰਾਉਣਾ, ਫਲਾਣੇ ਨੂੰ ਫਿਰ ਉੱਥੇ ਦਾਖਲ ਕਰਾਏ ਆ। ਕਿੱਥੋਂ ਆਇਆ ਉਹ? ਦਾਖਲ ਸੀ, ਉਹਨੂੰ ਦੇਖਣ ਗਏ ਸੀ। ਦਾਖਲਾ ਲਿਆ, ਗੱਲ ਹੋਰ ਹਾਂ। ਹੁਣ ਐਡਮਿਸ਼ਨ ਲਿਆ ਤੁਸੀਂ ਤੇ ਲੰਡੀ ਜੀਪ ਤੁਹਾਨੂੰ ਨਹੀਂ ਲੈ ਕੇ ਦੇਣੀ, ਐਤਕੀ ਤੁਸੀਂ ਪੜਨ ਜਾਣਾ ਹੀ, ਪੁਰਾਣੀਆਂ ਆਦਤਾਂ ਛੱਡ ਦੇਣੀਆਂ ਹੀ। ਹੁਣ ਰੌਲਾ ਕੀ ਹੈ? ਫੇਰ ਨਹੀਂ ਜਾਣਾ। ਨਹੀਂ ਫੇਰ ਮੈਂ ਨਹੀਂ ਜਾਂਦਾ, ਫੇਰ ਥੋੜਾ ਜਾਣਾ, ਫੇਰ ਤਾਂ ਪੜਨ ਜਾਣਾ ਪੈਣਾ। ਹਾਂ ਫੇਰ ਥੋੜਾ ਜਾਣਾ। ਬੁਲਟ ਤੇ ਮਿਲੂਗੀ ਨਹੀਂ, ਉਹ ਵੀ ਨਹੀਂ ਮਿਲਦਾ। ਨਹੀਂ ਉਹ ਨਹੀਂ ਮਿਲਦਾ। ਉੱਥੇ ਜਾਓ ਤੁਸੀਂ 4 ਘੰਟੇ ਪੜਨਾ, 5 ਘੰਟੇ ਕੰਮ ਕਰਨਾ, 1.5 ਲੱਖ ਰੁਪਈਆ ਕਮਾ ਕੇ ਬੁਲਟ ਲੈ ਲਓ। ਵੈਸੇ ਗੱਲ ਹੀ ਹੈ, ਆਪਣੇ ਪੈਰਾਂ ਤੇ ਖੜੋਣ। ਤੁਹਾਨੂੰ ਆ ਕੰਟਰੀ ਬਹੁਤ ਵਧੀਆ ਲੱਗਦਾ ਨਾ, 18 ਸਾਲਾਂ ਦਾ ਨਿਆਣਾ ਹੀ ਘਰੋਂ ਤੋਰ ਦਈਦਾ ਹੀ ਕਿ ਜਾਓ ਹੁਣ ਆਪਣੇ ਸਿਰ ਖੁਦੋਵੋ। ਤੁਸੀਂ ਤਾਂ 18 ਗੁਣਾ, ਮੈਂ ਹੁਣ ਨਹੀਂ ਕਹਿਣਾ 2.5। ਚਲੋ ਪਰ ਮੇਰੀ ਗੱਲ ਸੁਣੋ, ਇੱਕ ਚੀਜ਼ ਤਾਂ ਹੈਗੀ ਆ ਵੀ ਜੇ 18 ਸਾਲਾਂ ਦੇ ਘਰੋਂ ਬਾਹਰ ਕੱਢ ਦਿੰਦੇ ਆ ਤੇ ਇਹ ਕਾਮਯਾਬ ਵੀ ਹੈ, ਪਰ ਮੁਸ਼ਕਿਲ ਇਹ ਆ ਵੀ ਉਹਦੇ ਲਈ ਨਿਆਣਿਆਂ ਨਾਲੋਂ ਜ਼ਿਆਦਾ ਵੀ ਤੇ ਦਿਲ ਗੁਰਦਾ ਮਾਪਿਆਂ ਦਾ ਚਾਹੀਦਾ ਨਾ, ਜਿਹਨਾਂ ਨੂੰ ਲੱਗਦਾ ਵੀ 18 ਸਾਲਾਂ ਦਾ ਜਵਾਕ ਸਾਡਾ ਕਾਇਮ ਹੋ ਗਿਆ, ਤੇ ਆਪਣੇ ਵਾਲੇ ਬਾਪੂ ਨੂੰ ਉਧਰ ਮਤਲਬ ਬਾਪੂ 80 ਦਾ ਹੁੰਦਾ, ਮੁੰਡਾ 50 ਤੋਂ ਟੱਪਿਆ ਹੁੰਦਾ, ਫਿਰ ਵੀ ਇਹਨੂੰ ਅਕਲ ਨਹੀਂ ਆਉਣੀ, ਧੌਲੇ ਆ ਗਏ ਦੀ ਦਾੜੀ 'ਚ ਪਰ ਅਕਲ ਨਹੀਂ ਆਈ। ਆਉਂਦਾ ਵੀ ਨਹੀਂ ਕਈ ਵਾਰੀ। ਨਹੀਂ ਪਰ ਉਹੀ ਤੇ ਰੌਲਾ ਨਾ ਵੀ ਉੱਤੇ ਮੰਨੋ ਤਾਂ ਸਹੀ, ਯਕੀਨ ਤਾਂ ਕਰੋ ਵੀ ਕਰ ਸਕਦਾ ਕੁਝ। ਨਹੀਂ ਠੀਕ ਹੈ ਸੰਧਾਲੀਆ ਸਾਹਿਬ, ਮੈਂ ਇੱਕ ਗੱਲ ਜ਼ਰੂਰ ਜਿਹੜੀ ਹੈ ਇੱਥੇ ਕਹਿੰਦਾ ਜਾਵਾਂ, ਤੇ ਉਹ ਗੱਲ ਕੀ ਹੈ
ਪ੍ਰਧਾਨ ਮੰਤਰੀ ਸਾਹਿਬ ਨੇ ਇਹ ਕਿਹਾ ਕਿ ਜੇ ਤੁਸੀਂ 3 ਸਾਲਾਂ ਦੀ ਡਿਗਰੀ ਦੇ ਵਿੱਚੋਂ 1 ਸਾਲ ਹੀ ਕਰਦੇ ਹੋ ਤਾਂ ਤੁਹਾਨੂੰ ਸਰਟੀਫਿਕੇਟ ਮਿਲ ਜਾਊਗਾ, ਘਬਰਾਉਣਾ ਨਹੀਂ। ਜੇ 2 ਸਾਲ ਹੁੰਦੇ ਆ ਤੁਹਾਨੂੰ ਡਿਪਲੋਮਾ ਮਿਲ ਜਾਊਗਾ ਕਿ ਤੁਸੀਂ ਡਿਪਲੋਮਾ ਕੀਤਾ, ਜੇ 3 ਸਾਲ ਮੁਕੰਮਲ ਕਰ ਗਿਆ ਡਿਗਰੀ ਮਿਲ ਜੂ। ਬਹੁਤ ਚੰਗੀ ਗੱਲ ਹੈ। ਬਹੁਤ ਲੰਬੇ ਸਮੇਂ ਬਾਅਦ 30 ਸਾਲਾਂ ਤੋਂ ਵੀ 4 ਸਾਲ 5 ਸਾਲ ਉੱਪਰ ਟੱਪ ਗਿਆ ਸੀ, ਫਿਰ ਐਜੂਕੇਸ਼ਨ ਪਾਲਿਸੀ ਬਦਲੀ ਹੈ। ਪਰ ਉਹਦੇ ਵਿੱਚ 2 ਚੀਜ਼ਾਂ ਦਾ ਖਿਆਲ ਬਹੁਤ ਜ਼ਰੂਰੀ ਹੈ। ਹਾਇਰ ਐਜੂਕੇਸ਼ਨ ਦੇ ਵਿੱਚ ਸੁਧਾਰ ਆਉਣ ਚਾਹੀਦੇ ਆ, ਪਰ ਪ੍ਰਾਇਮਰੀ ਸਕੂਲਾਂ ਦੇ ਵਿੱਚ ਪੜ੍ਹਾਉਣ ਵਾਲੇ ਅਧਿਆਪਕ ਹੋਣ, ਪ੍ਰਾਇਮਰੀ ਸਕੂਲਾਂ ਦੇ ਵਿੱਚ ਜਿਨ੍ਹਾਂ ਬੱਚਿਆਂ ਨੇ ਪੜ੍ਹਨਾ ਉਹਨਾਂ ਦੇ ਕੋਲੇ ਸਾਰਾ ਢਾਂਚਾ ਹੋਵੇ, ਉਹਨਾਂ ਦੇ ਕੋਲੇ ਬੈਠਣ ਦੇ ਲਈ ਬੈਂਚ ਹੋਣ, ਸਿਰ ਤੇ ਉੱਪਰ ਛੱਤ ਹੋਵੇ, ਉੱਥੇ ਬਿਜਲੀ ਦੇ ਕਨੈਕਸ਼ਨ ਹੋਣ, ਪੀਣ ਵਾਲਾ ਪਾਣੀ ਹੋਵੇ। ਜਦੋਂ ਅਸੀਂ ਅਜੇ ਇਹ ਦਾਅਵਾ ਕਰਦੇ ਹਾਂ ਕਿ ਅਸੀਂ ਹਰ ਇੱਕ ਘਰ ਦੇ ਵਿੱਚ ਬਿਜਲੀ ਪਹੁੰਚਾਤੀ, ਬਹੁਤ ਸਾਰੇ ਗੈਸ ਸਿਲੰਡਰ ਦੂਜੀ ਵਾਰੀ ਭਾਰੀ ਨਹੀਂ ਹੋਏ, ਉੱਥੇ ਸ਼ੁਰੂਆਤੀ ਜਿਹੜੀ ਐਜੂਕੇਸ਼ਨ ਹੈ, ਮੁੱਢਲੀ ਸਿੱਖਿਆ, ਉਹਦੇ ਲਈ ਘੱਟੋ ਘੱਟ ਅਧਿਆਪਕਾਂ ਦੀ ਗਿਣਤੀ ਪੂਰੀ ਹੋਣੀ ਬਹੁਤ ਜ਼ਰੂਰੀ ਹੈ। ਆ ਸਰਟੀਫਿਕੇਟ, ਡਿਪਲੋਮਾ ਤੇ ਡਿਗਰੀ ਤਾਂ ਬਾਅਦ ਦੀਆਂ ਗੱਲਾਂ ਨੇ। ਨਹੀਂ ਬਿਲਕੁਲ ਸਹੀ ਗੱਲ ਆ। ਚਲੋ ਖੈਰ ਇੱਕ ਗੱਲ ਤਾਂ ਹੈਗੀ ਆ ਵੀ ਜੇ ਨਵੀਂ ਐਜੂਕੇਸ਼ਨ ਪਾਲਿਸੀ ਗਵਰਨਮੈਂਟ ਨੇ ਲਿਆਂਦੀ ਆ, ਮੋਦੀ ਸਾਹਿਬ ਉਹਦੀ ਤਾਰੀਫ ਕਰ ਰਹੇ, ਉਹ ਐਪਰੀਸ਼ੀਏਟ ਕਰ ਰਹੇ ਕਿ ਅਸੀਂ ਉਹਨੂੰ ਸੌਖਿਆਂ ਕਰ ਰਹੇ ਹਾਂ, ਅਸੀਂ ਵਧੀਆ ਕਰ ਰਹੇ ਹਾਂ, ਤਾਂ ਜੋ ਨਿਆਣਿਆਂ ਨੂੰ ਵੀ ਚੰਗਾ ਲੱਗੇ ਵੀ ਯਾਰ ਮੈਂ ਇੱਦਾਂ ਨਹੀਂ ਤੇ ਇੱਦਾਂ ਪੜ੍ਹ ਲਾਂ, ਇਸ ਭਾਸ਼ਾ 'ਚ ਨਹੀਂ ਤੇ ਇਸ ਭਾਸ਼ਾ 'ਚ ਪੜ੍ਹ ਲਾਂ। ਪਰ ਇੱਕ ਗੱਲ ਹੈ, ਜਿਹੜਾ ਪਿਛਲੇ ਸਮੇਂ ਦੇ ਵਿੱਚ ਵੀ ਠੱਪਾ ਲੱਗਦਾ ਰਿਹਾ ਨਾ ਕਿ ਉਹਦੇ ਵਿੱਚ ਸਿਲੇਬਸ ਜਦੋਂ ਪਾਇਆ ਜਾਂਦਾ ਤੇ ਆਪਣੇ ਹਿਸਾਬ ਨਾਲ ਅਮੈਂਡਮੈਂਟਸ ਕਰ ਲਈਆਂ ਜਾਂਦੀਆਂ, ਕੋਈ ਉਹ ਸਿਲੇਬਸ ਜਿਹੜਾ ਕਿ ਪੜ੍ਹਾਇਆ ਜਾਣਾ ਚਾਹੀਦਾ ਉਹਨੂੰ ਪਿੱਛੇ ਕਰ ਦਿੱਤਾ ਜਾਵੇ, ਕੋਈ ਹੋਰ ਸਿਲੇਬਸ ਜਿਹਨੂੰ ਕਿ ਕਿਤੇ ਨਾ ਕਿਤੇ ਇਹ ਜਾਪਦਾ ਵੀ ਸ਼ਾਇਦ ਪਰਟੀਕੂਲਰ ਧਰਮ ਦੀ ਪੁੱਠ ਚੜ੍ਹੀ ਆ ਉਹਨੂੰ ਅੱਗੇ ਕਰ ਦਿੱਤਾ ਜਾਵੇ। ਉਹ ਗੱਲਾਂ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਪੈਦਾ ਕਰਦੀਆਂ ਨੇ। ਮੇਰੇ ਖਿਆਲ ਨਾਲ ਜੇ ਇੰਨਾ ਵਧੀਆ ਸਾਰਾ ਕੁਝ ਸਰਕਾਰ ਨੇ ਸੋਚਿਆ, ਵਧੀਆ ਗੱਲ ਹੈ ਜੀ। ਉਹ ਜਿਹੜੇ ਸਵਾਲ ਧੜਕੂ ਪੈਦਾ ਕਰਦੇ ਆ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਜਵਾਬ ਦੇਣਾ ਚਾਹੀਦਾ ਵੀ ਯਾਰ ਆਹ ਚੀਜ਼ ਇੱਦਾਂ ਹੈ ਤੇ ਜੇ ਇੱਦਾਂ ਕੀਤੀ ਤੇ ਕਿਉਂ ਕੀਤੀ। ਨਹੀਂ ਬਿਲਕੁਲ ਜ਼ਰੂਰੀ ਹੈ। ਲੋਕਡਾਊਨ ਦੇ ਵਿੱਚ ਤਾਂ ਆਨਲਾਈਨ ਐਜੂਕੇਸ਼ਨ ਸੀ, ਬਹੁਤ ਸਾਰੇ ਲੋਕਾਂ ਦੇ ਕੋਲੇ ਮੋਬਾਈਲ ਹੀ ਨਾ, ਸਮਾਰਟਫੋਨ ਹੀ ਹੈ ਨਾ, ਕਿਤੇ ਇੰਟਰਨੈਟ ਦੀ ਰੇਂਜ ਹੈ ਨਾ। ਅਸੀਂ ਕਹਿੰਦੇ ਤਾਂ ਹੈਗੇ ਕਿ ਹੁਣ ਨਵੀਂ ਐਜੂਕੇਸ਼ਨ ਬੰਦਿਸ਼ ਰਹਿਤ, ਰੋਕਾਂ ਰਹਿਤ ਐਜੂਕੇਸ਼ਨ ਹੈ, ਪਰ ਉਹਦੇ ਲਈ ਕੀ ਲੋਕ ਪ੍ਰਪੇਅਰ ਨੇ, ਕੀ ਲੋਕ ਤਿਆਰ ਨੇ, ਕੀ ਉਹਨਾਂ ਦੇ ਕੋਲੇ ਸਾਧਨ ਹੈਗੇ ਆ, ਉਹ ਸਾਰੀਆਂ ਚੀਜ਼ਾਂ ਵੀ ਦੇਖਣੀਆਂ ਜ਼ਰੂਰੀ ਨੇ। ਨਹੀਂ ਬਿਲਕੁਲ ਦੇਖਣੀਆਂ ਜ਼ਰੂਰੀ ਹੈ। ਤੇ ਜੇ ਮੈਂ ਸਮੇਂ ਵਾਲੇ ਪਾਸੇ ਝਾਤੀ ਮਾਰਾਂ ਤੇ ਮਿੰਟ ਇੱਕ ਰਹਿ ਗਿਆ, ਮੈਂ ਕਿਹਾ ਕੋਈ ਜਾਂਦੇ ਜਾਂਦੇ ਕੋਈ ਸੰਦੇਸ਼ ਕੋਈ ਇਸ ਹਰ ਧਰਤੀ ਤੋਂ ਤੁਸੀਂ ਦੇਣਾ ਚਾਹੋ। ਦੇਖੋ ਸੰਧਾਲੀਆ ਸਾਹਿਬ, ਸੁਨੇਹੇ ਵਾਲੀ ਗੱਲ ਤਾਂ ਇਹੀ ਹੈ ਭਾਈ, ਜਿਨ੍ਹਾਂ ਨੇ ਵੀ ਆਉਣਾ ਹੈ, ਦੁਨੀਆ ਸਾਰੀ ਖੁੱਲੀ ਪਈ ਹੈ, ਪਰ ਇੱਕ ਗੱਲ ਦਾ ਖਿਆਲ ਰੱਖ ਕੇ ਆਓ ਕਿ ਕਾਨੂੰਨੀ ਤਰੀਕੇ ਆਇਓ, ਜਿਹੜੇ ਵੀ ਦੇਸ਼ 'ਚ ਜਾਣਾ ਹੈ ਉਹਦੀ ਜਾਣਕਾਰੀ ਹਾਸਲ ਕਰਕੇ ਆਓ। ਸਿਲਵਨ ਲੇਕ ਬਹੁਤ ਵਧੀਆ, ਐਡਮਿੰਟਨ ਤੇ ਕੈਲਗਰੀ ਦੇ ਵਿਚਾਲੇ ਰੈਡੀਅਰ ਨਾਂ ਦਾ ਇੱਕ ਕਸਬਾ ਆਉਂਦਾ, ਉਹਦੇ ਤੋਂ 15-20 ਮਿੰਟ ਦੀ ਦੂਰੀ ਤੇ ਹੈਗੀ ਹੈ। ਜੇ ਆ ਸਕੇ ਤਾਂ ਆਨੰਦ ਮਾਣੋ। ਬਾਕੀ ਅਸੀਂ ਕਾਢੇ ਲੜਾ ਕੇ ਵੀ ਕੋਸ਼ਿਸ਼ ਕੀਤੀ ਹੈ, ਜਿਹੜਾ ਕੈਨੇਡਾ ਨਹੀਂ ਆ ਸਕਦਾ, ਕਿ ਭਾਈ ਉਹ ਸਾਰੇ ਬੰਦੇ ਥੋੜੇ ਬਹੁਤ ਦ੍ਰਿਸ਼ ਜਿਹੜੇ ਆ, ਆਲੇ ਦੁਆਲੇ ਦਾ ਮਾਹੌਲ, ਹਰੇਕ ਚੂਰ ਦਰਖਤ ਤੇ ਬਹੁਤ ਵਧੀਆ ਸ਼ਾਨਦਾਰ ਜਿਹੜੇ ਪਾਰਕ ਆ ਉਹ ਦੇਖ ਲੈਣ। ਉਦਮ ਕਿੱਦਾਂ ਦਾ ਲੱਗਾ? ਟਿੱਪਣੀਆਂ ਤੁਹਾਡੀਆਂ ਆ ਜਾਣਗੀਆਂ। ਨਹੀਂ ਜੀ ਬਿਲਕੁਲ ਕਰਿਓ ਟਿੱਪਣੀਆਂ। ਤੇ ਨਾਲ ਜਿਹੜਾ ਇਹ ਮੈਨੂੰ ਵਾਰ-ਵਾਰ ਆਖ ਦਿੰਦੇ ਆ ਵੀ ਲੋਕਾਂ ਨੇ ਇਦਾਂ ਕਰ ਲੈਣਾ, ਲੋਕਾਂ ਨੇ ਉਦਾਂ ਕਰ ਲੈਣਾ, ਹੁਣ ਲੀਡਰਾਂ ਦਾ ਕੁਝ ਨਹੀਂ ਵੱਟਿਆ ਜਾਣਾ, ਇਹ ਤੇ ਮੈਨੂੰ ਇਤਰਾਜ਼ ਹੈ। ਤੁਸੀਂ ਜ਼ਰੂਰ ਮੇਰਾ ਮਾਣ ਰੱਖੋਗੇ, ਟਿੱਪਣੀ ਜ਼ਰੂਰ ਕਰਿਓ ਕਿ ਵੀ ਕੀ WhatsApp ਤੁਹਾਨੂੰ ਲੱਗਦਾ ਵੀ $5 ਜਿੱਤ ਜਾਣਗੇ ਜਾਂ ਫਿਰ ਜਿੱਤ ਮੇਰੀ ਪੱਕੀ। ਚੱਲੀਏ WhatsApp। ਹੋਰ ਜੀ ਜਾਣਾ ਹੀ ਪੈਣਾ, $5 ਤਾਂ ਮੈਂ ਜਿੱਤਿਆ ਹੀ ਪਿਆ। ਬਹੁਤ ਸ਼ੁਕਰੀਆ, ਮਿਹਰਬਾਨੀ। ਲਓ ਜੀ, ਬੰਦੇ ਨੇ ਆਸ ਰੱਖੀ ਆ ਤੇ ਮੈਨੂੰ ਪੂਰਨ ਆਸ ਹੈ ਆਪਣੇ ਪੰਜਾਬੀਆਂ ਤੇ ਵੀ $5 ਮੈਨੂੰ ਜ਼ਰੂਰ ਜਿਤਾਉਣਗੇ। ਦੇਖਦੇ ਰਹਿਣਾ ਪ੍ਰਾਈਮ ਮਿਸ਼ਨ TV, ਤੁਹਾਡਾ ਆਪਣਾ ਤੁਹਾਡੇ ਲਈ।